ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਅੱਜ ਸਾਡੇ ਦਰਸ਼ਕ ਇਸ ਗੱਲ ਤੋਂ ਭਲੀ-ਭਾਂਤ ਜਾਣਦੇ ਨੇ ਕਿ ਇਹਦੇ ਵਿੱਚ ਅਸੀਂ ਉਹ ਮੁੱਦੇ ਲੈਂਦੇ ਹਾਂ ਜਿਹੜੇ ਬਿਲਕੁਲ ਭਖਦੇ ਨੇ ਔਰ ਹਰ ਦੇਸ਼ ਪ੍ਰਦੇਸ਼ ਵਿੱਚ ਅਸੀਂ ਉਹ ਮੁੱਦਾ ਲੈਂਦੇ ਹਾਂ, ਖਾਸ ਕਰਕੇ ਅਮਰੀਕਾ ਔਰ ਪੰਜਾਬ 'ਚੋਂ ਹੀ। ਪਰ ਮੇਰਾ ਖਿਆਲ ਹੈ ਕਿ ਤੁਸੀਂ ਹੁਣ ਇਹ ਕਿਹੜਾ ਮੁੱਦਾ ਲੈ ਕੇ ਇਹ ਸਾਂਝਾ ਕਰਾਂਗੇ ਅਸੀਂ ਦਰਸ਼ਕਾਂ ਨਾਲ। ਪਹਿਲਾਂ ਅਮਰੀਕਾ ਦੀ ਤੁਸੀਂ ਗੱਲ ਕੀਤੀ ਹੈ ਤੇ ਆਪਾਂ ਅਮਰੀਕਾ ਹੀ ਚੱਲਦੇ ਹਾਂ। ਜ਼ਰੂਰ। ਉਹੀ ਗਨ ਕਲਚਰ, ਉਹੀ ਗੋਲੀਬਾਰੀ ਔਰ ਉਹੀ ਸਾਰੀਆਂ ਡਿਸਕਸ਼ਨਸ ਹੋ ਰਹੀਆਂ ਨੇ ਕਿ ਗਨ ਕਲਚਰ ਨੂੰ ਕਿੱਦਾਂ ਰੋਕਿਆ ਜਾਵੇ। ਪਰ ਜਦੋਂ ਗਨ ਕਲਚਰ ਨੂੰ ਰੋਕਣ ਦੀ ਗੱਲ ਕੀਤੀ ਜਾਂਦੀ ਉਦੋਂ ਪ੍ਰੈਸ਼ਰਸ ਵੀ ਪੈਂਦੇ ਨੇ। ਸੋ ਅਮਰੀਕਾ ਦੇ ਕੋਲੋਰਾਡੋ ਸਥਿਤ ਨਾਈਟ ਕਲੱਬ ਵਿੱਚ ਗੋਲੀਬਾਰੀ ਹੋਈ ਹੈ। 5 ਦੀ ਮੌਤ ਹੋ ਗਈ ਤੇ 18 ਦੇ ਕਰੀਬ ਘਾਇਲ ਨੇ ਲੋਕ। ਖਾਸ ਤੌਰ 'ਤੇ ਉੱਥੇ ਬਹੁਤ ਵਾਰੀ ਇਸ ਤਰ੍ਹਾਂ ਦੇ ਹਾਦਸੇ ਹੋਏ ਆ ਔਰ ਇਹ ਨਾਈਟ ਕਲੱਬ ਆ ਜਿਹਦੇ ਵਿੱਚ ਮਿਊਜ਼ਿਕ ਦੇ ਪ੍ਰੋਗਰਾਮ ਚੱਲਦੇ ਆ, ਕੰਸਰਟ ਮਿਊਜ਼ਿਕ ਦੇ ਹੁੰਦੇ ਆ ਜਿਹਦੇ ਵਿੱਚ ਅੱਛੇ ਸਿੰਗਰ ਆਉਂਦੇ ਆ, ਪੌਪ ਸਿੰਗਰ ਆਉਂਦੇ ਆ, ਉਹਦੇ ਵਿੱਚ ਲੋਕ ਬੈਠਦੇ ਵੀ ਆ ਔਰ ਇਹ ਬੜਾ ਐਂਟਰਟੇਨਮੈਂਟ ਦਾ ਇੱਕ ਮਸਲਾ ਹੁੰਦਾ ਇਹਦੇ 'ਚ ਨਾਈਟ ਕਲੱਬ 'ਚ। ਪਰ ਇਹਦੇ ਵਿੱਚ ਇਹਦੇ ਕਹਿੰਦੇ ਨੇ ਅਚਨਚੇਤ ਉੱਥੇ ਗੋਲੀਬਾਰੀ ਹੋਈ ਹੈ ਜਿਹਦੇ ਵਿੱਚ 5 ਤੇ ਮੌਕੇ 'ਤੇ ਹਲਾਕ ਹੋ ਗਏ ਔਰ ਜਿਹਦੇ ਵਿੱਚ ਕੁਝ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਕਰਵਾਇਆ ਔਰ ਅਜੇ ਤੱਕ ਇਹਦਾ ਨਹੀਂ ਪਤਾ ਲੱਗਾ। ਕੋਲੋਰਾਡੋ ਸਥਿਤ ਏਰੀਆ ਸੀਗਾ ਨਾਈਟ ਕਲੱਬ ਜਿਹਦੇ 'ਚ ਰਾਤ ਨੂੰ ਇਹਨਾਂ ਨੇ ਰਾਤ ਨੂੰ ਚੱਲਦੇ ਆ ਔਰ ਲੋਕ ਵੇਲੇ ਹੋ ਕੇ ਆਪਣੇ ਬਿਜ਼ਨਸ ਖਤਮ ਕਰਕੇ ਜਦੋਂ ਆਉਂਦੇ ਇਹਦੇ ਵਿੱਚ ਐਂਟਰਟੇਨਮੈਂਟ ਲਈ ਔਰ ਹਰ ਤਰ੍ਹਾਂ ਉਦੋਂ ਚੱਲਦਾ ਰਿਹਾ। ਪਰ ਇਹ ਅਚਾਨਕ ਜਦੋਂ ਗੋਲਾਬਾਰੀ ਹੋਈ ਆ ਅਜੇ ਤੱਕ ਇਹਦਾ ਨਹੀਂ ਪਤਾ ਲੱਗਾ ਕਿ ਇਹਦੇ ਪਿੱਛੇ ਕੌਣ ਆ, ਕਿਹਨੇ ਕੀ ਸਾਜ਼ਿਸ਼ ਆ ਔਰ ਉਹ ਜਾਨ ਮਾਲ ਦੀ ਲੋਕਾਂ ਦੀ ਜਿਹੜੇ ਨੁਕਸਾਨ ਤਾਂ ਹੋਇਆ ਹੀ ਆ। ਖਾਸ ਤੌਰ 'ਤੇ ਵਿੱਚ ਬੱਚਿਆਂ ਨੂੰ, ਔਰਤਾਂ ਨੂੰ, ਵਿਚਾਰਿਆਂ ਨੂੰ ਭੱਜ ਦੌੜ ਪਈ ਆ ਔਰ ਇਹਦੇ ਵਿੱਚ ਕਈ ਲੋਕ ਤਾਂ ਵਿਚਾਰੇ ਭੱਜਦੇ ਫੱਟੜ ਹੋਏ ਆ, ਡਿੱਗੇ ਵੀ ਆ ਔਰ ਕਈਆਂ ਦੇ ਤਾਂ ਸਿੱਧੀਆਂ ਗੋਲੀਆਂ ਵੱਜੀਆਂ ਨੂੰ। ਉਹ 5 ਮਾਰੇ ਗਏ ਔਰ ਬਾਕੀ 15 ਜਿਹੜੇ ਸੀ ਉਹ ਹਲਾਕ ਹੋਏ ਆ, ਜ਼ਖਮੀ ਹੋਏ ਆ, ਉਹਨਾਂ ਨੂੰ ਹਸਪੀਟਲ 'ਚ ਲੈ ਕੇ ਗਏ ਆ। ਪਰ ਜਦੋਂ ਤੱਕ ਇਹਨਾਂ ਜਿਹੜੇ ਵੱਡੀ ਕੰਟਰੀ ਹੈ, ਜਿਹੜੇ ਵਿਕਾਸਸ਼ੀਲ ਦੇਸ਼ ਨੇ, ਉਹਨਾਂ 'ਤੇ ਤਾਂ ਆਪਾਂ ਇੱਦਾਂ ਦੀ ਕਿਆਸਰਾਈ ਕਰ ਸਕਦੇ ਹੁੰਦਾ। ਜਿਹੜੇ ਡਿਵੈਲਪ ਕੰਟਰੀ ਆ ਉਹਨਾਂ 'ਚ ਇੱਦਾਂ ਦੀਆਂ ਜਿਹੜੇ ਮੁੱਦੇ ਹੁੰਦੇ ਆ, ਹਾਦਸੇ ਹੁੰਦੇ ਆ, ਇਹ ਬੜੇ ਹੋਸ਼ੇ-ਹੀਣੇ ਲੱਗਦੇ ਆ ਕਿ ਇੰਨੇ ਅਲਰਟ ਲੋਕ ਨੇ, ਇੰਨੇ ਪੜ੍ਹੇ ਲਿਖੇ ਲੋਕ ਆ, ਫਿਰ ਵੀ ਗੋਲੀ ਚੱਲਦੀ ਉੱਥੇ, ਫਿਰ ਵੀ ਮਸਜਿਦਾਂ ਮੰਦਰਾਂ 'ਚ ਜਾ ਕੇ ਵੀ ਲੋਕ, ਬੱਚਿਆਂ ਦੇ ਸਕੂਲਾਂ 'ਚ ਵੀ ਇੱਕ ਵਾਰੀ ਕੀਤਾ ਸੀ ਇਹਨਾਂ ਨੇ, ਛੋਟੇ ਬੱਚੇ ਵੀ ਮਾਰੇ ਸੀ ਇਹਨਾਂ ਨੇ ਔਰ ਉਹਦੇ 'ਚ ਬੜੀ ਨੁਕਸਾਨ ਹੁੰਦਾ। ਪਰ ਇਹ ਹੁੰਦਾ ਕਹਿੰਦੇ ਨੇ ਕਿ ਜਿਹੜੇ ਮੁਸਲਿਮ ਕੰਟਰੀ ਉਹਨਾਂ 'ਚ ਪਹਿਲਾਂ ਜ਼ਿਆਦਾ ਹੁੰਦਾ ਰਿਹਾ, ਅਫਗਾਨਿਸਤਾਨ 'ਚ ਹੋਇਆ ਹੁੰਦਾ ਰਿਹਾ, ਕਾਬਲ ਕਨਾਰ ਦੇ ਏਰੀਆ 'ਚ ਹੁੰਦਾ ਰਿਹਾ। ਪਰ ਇਹੋ ਜਿਹੇ ਦੇਸ਼ਾਂ 'ਚ ਜੇ ਲੋਕ ਇੰਨੇ ਸਿਵਲਾਈਜ਼ਡ ਨੇ, ਪੜ੍ਹੇ ਲਿਖੇ ਆ, ਇੰਨਾ ਸਾਰਾ ਕੁਝ ਜਾਣਦੇ ਆ, ਕੋਈ ਭੁੱਖਮਰੀ ਨਹੀਂ, ਫਿਰ ਵੀ ਕਿਉਂ ਗੋਲੀ ਚੱਲਦੀ ਉੱਥੇ? ਐਕਚੁਅਲੀ ਯੂਨੀਵਰਸਿਟੀ ਦੇ ਵਿੱਚ ਵੀ ਹੋਈ ਗੋਲੀਬਾਰੀ, ਉੱਥੇ ਵੀ ਸਟੂਡੈਂਟਸ ਆਪਸ ਵਿੱਚ ਲੜੇ ਨੇ, ਉੱਥੇ ਵੀ ਇੱਕ ਸਟੂਡੈਂਟ ਦੀ ਮੌਤ ਹੋਈ ਹੈ। ਸੋ ਇਹ ਘਟਨਾ ਵਾਪਰ ਰਹੀਆਂ ਨੇ। ਇੱਦਾਂ ਲੱਗਦਾ ਕਿ ਜਿਵੇਂ ਗੋਲੀਬਾਰੀ ਹੋਣਾ ਨਾ ਅਮਰੀਕਾ ਦੇ ਵਿੱਚ ਇੱਕ ਨੈਸ਼ਨਲ ਈਵੈਂਟ ਬਣ ਗਿਆ। ਆਮ ਜੀ ਗੱਲ ਹੋ ਗਈ। ਸ਼ਾਇਦ ਹੀ ਕੋਈ ਦਿਨ ਮਿਸ ਹੁੰਦਾ ਜਿਸ ਦਿਨ ਗੋਲੀ ਨਹੀਂ ਚੱਲਦੀ ਔਰ ਇਹ ਰੋਜ਼ ਗੋਲੀ ਚੱਲਦੀ ਆ ਔਰ ਉਹ ਕੰਪਨੀਆਂ ਜਿਹੜੀਆਂ ਹਥਿਆਰ ਬਣਾਉਂਦੀਆਂ ਨੇ ਉਹ ਇਹਦੇ ਉੱਤੇ ਰੋਕ ਨਹੀਂ ਲੱਗਣ ਦਿੰਦੀਆਂ ਕਿਉਂਕਿ ਉਹ ਅਸਲ ਰਸੂਖ ਵਾਲੀਆਂ ਨੇ। ਉਹਨਾਂ ਦੇ ਵੱਡੇ ਪੋਲੀਟੀਕਲ ਲੀਡਰਸ ਉਹਨਾਂ ਦੇ ਬੈਠੇ ਨੇ ਜਿਹੜੇ ਸਦਨ ਵਿੱਚ ਜਾ ਕੇ ਪ੍ਰੈਸ਼ਰਾਈਜ਼ ਕਰਦੇ ਨੇ ਔਰ ਇਹ ਫੈਸਲਾ ਨਹੀਂ ਹੋ ਪਾ ਰਿਹਾ। ਔਰ ਜੋ ਬਾਈਡਨ ਕਿੰਨੇ ਖਿਲਾਫ ਨੇ, ਕਮਲਾ ਹੈਰਿਸ ਕਿੰਨੇ ਖਿਲਾਫ ਨੇ, ਹੋਰ ਵੀ ਜਿਹੜੀ ਜਨਤਾ ਉੱਥੇ ਰਹਿੰਦੀ ਹੈ, ਜੋ ਖਾਸ ਕਰਕੇ ਜਿਹੜੇ ਇੰਡੀਅਨਸ ਉੱਥੇ ਰਹਿੰਦੇ ਨੇ ਉਹ ਕਿੰਨੇ ਖਿਲਾਫ ਨੇ ਔਰ ਬਾਕੀ ਉੱਥੋਂ ਦੇ ਲੋਕ ਵੀ ਕਿੰਨੇ ਖਿਲਾਫ ਨੇ। ਪਰ ਜੋ ਅਸਲਾ ਹੈ ਉਹ ਟਿਕਣ ਨਹੀਂ ਦਿੰਦਾ ਨਾ ਬੰਦੇ ਨੂੰ। ਜੇ ਕਿਤੇ ਕੋਲ ਹੋਵੇ ਤਾਂ ਉਹਨੂੰ ਸਾਂਭ ਕੇ ਰੱਖਣਾ ਬੜਾ ਮੁਸ਼ਕਿਲ ਹੈ। ਟਿਕਣ ਨਹੀਂ ਦਿੰਦਾ, ਚਲਾਓ ਮੈਨੂੰ ਔਰ ਇੱਦਾਂ ਫਾਇਰਿੰਗ ਹੁੰਦੀ ਹੈ। ਔਰ ਦੂਜੀਆਂ ਹਿੰਸਾ ਵਾਲੀਆਂ ਫਿਲਮਾਂ, ਹਿੰਸਾ ਵਾਲੀਆਂ ਖੇਡਾਂ, ਉਹਦਾ ਵੀ ਦਿਮਾਗ ਦੇ ਉੱਤੇ ਅਸਰ ਪੈਂਦਾ। ਸੋ ਮਾਹੌਲ ਇੱਦਾਂ ਦਾ ਬਣਿਆ ਹੋਇਆ ਕਿ ਮਰੋ ਮਾਰੋ ਵਾਲੀ ਜਿਹੜੀ ਸਥਿਤੀ ਚੱਲਦੀ ਰਹਿੰਦੀ ਹੈ ਨਾ, ਸਾਈਕੋਲੋਜੀਕਲੀ ਡਰਾਮਾ ਚੱਲਦਾ ਰਹਿੰਦਾ ਇਨਸਾਨ ਦੇ ਅੰਦਰ, ਕਿਤੇ ਨਾ ਕਿਤੇ ਉਹ ਵੀ ਰੀਜ਼ਨ ਬਣਦਾ। ਔਰ ਦੂਜਾ, ਬਰਦਾਸ਼ਤ ਸ਼ਕਤੀ ਬਿਲਕੁਲ ਖਤਮ ਹੋ ਚੁੱਕੀ ਹੈ। ਜ਼ਰਾ ਗੱਲ ਹੁੰਦੀ ਆ ਪਿਸਤੌਲ ਕੱਢ ਲਵੋ, ਗੋਲੀ ਚਲਾ ਦਿਓ। ਹੁਣ ਪੰਜਾਬ 'ਚ ਵੀ ਰੌਲਾ ਪਿਆ, ਸਭ ਜਗ੍ਹਾ ਹੈ। ਪੰਜਾਬ 'ਚ ਇਹਨਾਂ ਨੇ ਰੋਕ ਲਾਈ ਸੀ ਤੇ ਲਾਇਸੈਂਸ ਜਿਹੜੇ ਲੈਂਦੇ ਉਹਦਾ ਪਰਪਸ ਪਹਿਲਾਂ ਦੇਖਦੇ ਸੀ ਵੀ ਕੀ ਪਰਪਸ ਵਿੱਚ। ਆ ਗਾਣਿਆਂ ਵਾਲੇ ਵੀ 2-4 ਮੁੰਡੇ ਫੜੇ ਉਹਨਾਂ ਨੇ, ਬਿਲਕੁਲ ਫੜੇ, FIR ਦਰਜ ਕੀਤੀ ਹੈ ਜਿਨ੍ਹਾਂ 'ਚ ਗਾਣਿਆਂ ਦਾ ਇਹਦੇ 'ਤੇ ਬੰਬ 'ਤੇ, ਪਟਾਕਿਆਂ 'ਤੇ ਬੰਦੂਕਾਂ 'ਤੇ ਇਹਨਾਂ ਦੇ ਗਾਣੇ ਰਚੇ ਗਏ ਜਿਹੜੇ ਨਾ, ਉਹਨਾਂ 'ਤੇ ਵੀ ਰੌਲਾ ਪਿਆ। ਹੁਣ ਕੱਲ੍ਹ ਪਰਸੋਂ ਇੱਕ ਜਾਗੋ ਸੀ, ਜਾਗੋ ਦੇ ਵਿੱਚ ਕੋਈ ਫੌਜੀ ਸੀ, ਉਹਨੇ ਫਾਇਰਿੰਗ ਕਰ ਦਿੱਤੀ ਔਰ ਇੱਕ ਪਾਸੇ ਵਿਆਹ ਵਾ, ਇੱਕ ਪਾਸੇ ਖੁਸ਼ੀ ਦਾ ਮਾਹੌਲ ਆ, ਦੂਜੇ ਪਾਸੇ ਗੋਲੀਆਂ ਚੱਲਦੀਆਂ, ਬੰਦੂਕਾਂ ਚੱਲਦੀਆਂ। ਉਹਨੇ ਲਹਿਰਾਈ ਗਨ ਲਿਆ ਕੇ ਬਾਹਰ ਜਦੋਂ ਫਾਇਰ ਕੀਤੇ ਆ, ਪੁਲਿਸ ਆ ਗਈ, ਫਿਰ ਉਹਨਾਂ ਨੇ ਫੜ ਲਿਆ ਉਹਨੂੰ। ਔਰ ਇਹ ਦੇਖੋ, ਇੱਕ ਤਾਂ ਲੋਕਾਂ ਨੇ ਇਹਨੂੰ ਸ਼ੌਕ ਬਣਾਇਆ, ਸ਼ੌਕ। ਵੈਸੇ ਤਾਂ ਸੈਲਫ ਪ੍ਰੋਟੈਕਸ਼ਨ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ ਜੋ ਕੁਛ ਹੁੰਦਾ ਜਾਂ ਕੋਈ ਕਰਦੇ ਉਹਨੂੰ ਲੁੱਟ ਖੋਹ ਹੁੰਦੀ ਤਾਂ ਫਿਰ ਤੁਸੀਂ ਚਲਾ ਸਕਦੇ ਜੀ। ਹੁਣ ਇੱਕ ਵਾਰਦਾਤ ਹੋਈ ਹੈ ਤਰਨਤਾਰਨ ਦਾ, ਜੰਡਿਆਲਾ ਏਰੀਆ ਸੀਗਾ, ਉੱਥੋਂ ਇੱਕ ਜੇਲਰ ਆ ਰਿਹਾ ਸੀਗਾ, ਉਹਨੇ ਆਪਣੇ ਉੱਥੋਂ ਕਾਰ ਕੱਢੀ, ਉਹਨੇ ਤੇ ਬਾਥਰੂਮ ਗਿਆ, ਉਹਦੇ ਬਾਅਦ ਗੱਡੀ 'ਤੇ ਬਹਿਣ ਲੱਗਾ, ਉਹਨੂੰ ਪਿਸਤੌਲ ਲਾ ਕੇ ਤਾਣ ਕੇ ਉਹਨੇ ਕੱਢ ਪੈਸੇ ਬੈਗ ਲਿਆ ਔਰ ਜਿਹੜਾ ਤੇਰੇ ਕੋਲ ਸੋਨਾ ਇਹ ਕੱਢ ਲਿਆ। ਉਹਦੇ ਕੋਲ ਰਿਵਾਲਵਰ ਸੀਗਾ, ਉਹਨੇ ਫਿਰ ਰਿਵਾਲਵਰ ਚਲਾਇਆ। ਇੱਕ ਬੰਦਾ ਤਾਂ ਮਰ ਗਿਆ ਉੱਥੇ, ਇੱਕ ਭੱਜ ਗਿਆ। ਹੁਣ ਇਹ ਦੇਖੋ, ਸੈਲਫ ਪ੍ਰੋਟੈਕਸ਼ਨ ਤਾਂ ਲਈ ਤਾਂ ਹੈਗਾ,
ਪਰ ਜਿਹੜਾ ਤੁਸੀਂ ਖਾਮ ਖਾ ਐਵੇਂ ਚਲਾ ਦਿੰਦੇ ਜੇ ਲੋਕ ਗਾਣੇ ਗਾ ਰਹੇ ਨੱਚਦੇ ਆ ਤੇ ਉੱਤੋਂ ਗੋਲੀ ਚਲਾ ਕੇ ਮਾਰ ਦਿੰਦੇ ਆ। ਫਿਰ ਇੰਟਰਟੇਨਮੈਂਟ ਦੇ ਵਿੱਚ ਦੂਜਾ ਕੰਮ ਕਰ ਦਿੰਦੇ ਉਦਾਸੀ ਵਾਲਾ, ਸ਼ੌਕ ਦਾ, ਉਹਦੇ ਵਿੱਚ ਲੋਕਾਂ ਨੂੰ ਖਾਦੀ ਪੀਤੀ 'ਚ ਕਹਿੰਦੇ ਨੇ ਕੰਟਰੋਲ ਨਹੀਂ ਰਿਹਾ। ਨਹੀਂ ਗੱਲ ਬਿਲਕੁਲ ਗੱਲ। ਸੋ ਆਹ ਗੱਲਾਂ ਹੋ ਰਹੀਆਂ ਨੇ। ਔਰ ਦੇਖੋ ਕਿਤੇ ਨਾ ਕਿਤੇ ਤੇ ਇਹ ਗੱਲ ਬਹੁਤ ਪੁਰਾਣੀ ਹੈ ਔਰ ਇਹ ਗੱਲ ਹਮੇਸ਼ਾ ਉੱਠਦੀ ਰਹੀ ਹੈ ਕਿ ਕਿਤੇ ਨਾ ਕਿਤੇ ਜਾ ਕੇ ਅਮਰੀਕਾ ਦੀ ਗਵਰਨਮੈਂਟਸ ਨੂੰ ਇਹਦੇ ਉੱਤੇ ਬੈਨ ਲਾਉਣਾ ਪੈਣਾ ਜੀ, ਕਿਉਂਕਿ ਪੁਰਾਣੇ ਸਮੇਂ ਹੋਰ ਸੀ ਜਦੋਂ ਇੰਨਾ ਸਿਕਿਉਰਿਟੀ ਨਹੀਂ ਸੀ। ਪੁਰਾਣੇ ਸਮੇਂ ਜਦੋਂ ਲੋਕੀ ਜੰਗਲਾਂ 'ਚੋਂ ਲੰਘਦੇ ਸੀ ਜਾਂ ਡਕੈਤਾਂ ਦਾ ਖਤਰਾ ਹੁੰਦਾ ਸੀ, ਉਦੋਂ ਚਲੋ ਸੈਲਫ ਪ੍ਰੋਟੈਕਸ਼ਨ ਵਾਸਤੇ। ਹੁਣ ਤਾਂ ਥਾਂ ਥਾਂ 'ਤੇ ਸਿਕਿਉਰਿਟੀ ਹੈ, CCTV ਕੈਮਰੇ ਨੇ, ਡਰੋਨ ਦੇ ਨਾਲ ਰੱਖਿਆ ਕੀਤੀ ਜਾਂਦੀ ਹੈ, ਹਰ ਥਾਂ ਦੇ ਉੱਤੇ ਸਿਕਿਉਰਿਟੀ ਮੌਜੂਦ ਹੈ। ਫਿਰ ਵੀ ਜਿੱਥੇ ਕੋਈ ਖਾਸ ਜ਼ਰੂਰਤ ਹੈ, ਜਿਵੇਂ ਪੰਜਾਬ 'ਚ ਵੀ ਗੱਲ ਹੋਈ ਕਿ ਜਿੱਥੇ ਐਮਰਜੈਂਸੀ ਹੈ ਜਾਂ ਖਾਸ ਜ਼ਰੂਰਤ ਹੈ ਉੱਥੇ ਅਸਲਾ ਜ਼ਰੂਰ ਜਾਰੀ ਕਰੋ। ਪਰ ਇੱਦਾਂ ਆਮ, ਤੁਸੀਂ ਤਾਂ ਜਾਣਦੇ ਹੋ ਕਿ ਅਮਰੀਕਾ ਦੇ ਵਿੱਚ ਤੇ ਆਮ ਅਸਲਾ ਕਿਤੇ ਵੀ ਖਰੀਦ ਸਕਦੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਇਹਨਾਂ ਹਾਦਸਿਆਂ ਦਾ ਕਾਰਨ ਬਣਦੀਆਂ ਨੇ। ਇਹ ਕਿਤੇ ਨਾ ਕਿਤੇ ਚੈੱਕ ਕਰਨਾ ਪਏਗਾ ਇਸ ਚੀਜ਼ ਨੂੰ। ਔਰ ਇਹ ਪੂਰੇ ਵਰਲਡ ਦੇ ਵਿੱਚ ਇਹ ਡਿਬੇਟ ਹੈ। ਸ਼ਾਇਦ ਕਿਸੇ ਦੇਸ਼ 'ਚ ਇੱਦਾਂ ਦਾ ਗਨ ਕਲਚਰ ਨਹੀਂ ਹੈ ਜਿੱਦਾਂ ਦਾ ਅਮਰੀਕਾ ਦੇ ਵਿੱਚ ਹੈ, ਪਰ ਹੁਣ ਤਾਂ ਪੰਜਾਬ ਦੇ ਵਿੱਚ ਵੀ ਹੋਰ ਥਾਂ 'ਤੇ ਵੀ ਦੇਖਾ ਦੇਖੀ ਸਭ ਥਾਂ 'ਤੇ ਹੈ। ਪਰ ਇਹਨਾਂ ਦੇ ਨਾਲ ਲੱਗਦਾ ਪਾਕਿਸਤਾਨ ਨੂੰ, ਇਹਨਾਂ ਦਾ ਆਪਣਾ ਕੰਟਰੀ ਹੈ ਕੈਨੇਡਾ, ਉੱਥੇ ਇਸ ਤਰ੍ਹਾਂ ਦਾ ਤਸ਼ੱਦਦ, ਇਸ ਤਰ੍ਹਾਂ ਦਾ ਕੋਈ ਬਲੱਡ ਸ਼ੈਡ ਨਹੀਂ ਹੈ। ਮੈਕਸੀਕੋ ਵਿੱਚ, ਅਮਰੀਕਾ 'ਚ ਮੈਕਸਿਮਮ ਹੁੰਦਾ, ਜਿਹਦੇ ਵਿੱਚ ਨਿਊਯਾਰਕ ਵਿੱਚ ਹੋ ਜਾਂਦਾ, ਕੈਲੀਫੋਰਨੀਆ 'ਚ ਵੇਖ ਲਓ, ਮੈਕਸੀਕੋ ਵਿੱਚ ਵੀ ਹੈਗਾ ਹੈ ਨਾ। ਹਾਂ, ਉਹਨਾਂ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਕੋਈ ਘੱਟ ਥੋੜ੍ਹੇ ਜਿਹੇ ਹਾਦਸੇ ਹੁੰਦੇ ਤਾਂ ਹੈ ਵੀ ਉੱਥੇ। ਜਿਸ ਤਰ੍ਹਾਂ ਜਿਹੜਾ ਟਰੂਡੋ ਸਾਹਿਬ ਉਹਨਾਂ ਨੇ ਉੱਤੇ ਬੈਨ ਕਰਤਾ ਸੀਗਾ, ਉਹਨਾਂ ਗਨ ਕਲਚਰ 'ਤੇ ਰੋਕ ਲਾਤੀ, ਸਾਰਾ ਕੁਝ ਕਰ ਦਿੱਤਾ। ਇਸੇ ਤਰ੍ਹਾਂ ਪੰਜਾਬ 'ਚ ਵੀ ਇਹਨਾਂ ਨਕੇਲ ਕੱਸ ਦਿੱਤੀ ਹੈ। ਜੇ ਨਕੇਲ ਕੱਸਣਗੇ, ਸਕੰਜੇ ਤਾਂ ਲਿਆਉਣਗੇ ਇਹਨਾਂ ਨੂੰ, ਤੇ ਜੇ ਇਹਨਾਂ ਨੇ ਇਹ ਕਰ ਦਿੱਤਾ ਇੱਦਾਂ, ਤੇ ਫਿਰ ਤਾਂ ਮੁੰਡੇ ਯੰਗ ਜਿਹੜੇ ਆ ਨਾ, ਇਹ ਤਾਂ ਆਪਣਾ ਟੌਰ ਬਣਾਉਂਦੇ ਇਹਦੇ ਨਾਲ। ਥੱਲੇ ਉਹਨਾਂ ਦੇ ਰਾਇਲ ਫੀਲਡ ਹੋਣਾ ਚਾਹੀਦਾ ਗੱਡੀ, ਤਾਂ ਮੋਟਰਸਾਈਕਲ ਤੇ ਉੱਤੇ ਉਹਨਾਂ ਕੋਲ ਗਨ ਹੋਣੀ ਚਾਹੀਦੀ ਆ, ਹੱਥ 'ਚ ਮੋਬਾਈਲ ਹੋਣਾ ਚਾਹੀਦਾ, ਤੇ ਤੇਲ ਜਿਹੜਾ ਪੈਟਰੋਲ ਆ ਬਾਪੂ ਪਾਊਗਾ ਪਈ, ਉਹਨੇ ਪੈਸੇ ਕਰਨੇ। ਇਹ ਗੱਲ ਬਾਪੂ ਪਾਊਗਾ ਤੇ ਬਾਅਦ ਵਿੱਚ ਜੇ ਕੋਈ ਵਾਰਦਾਤ ਹੋਗੀ ਉਹ ਵੀ ਬਾਪੂ ਭੁਗਤੂਗਾ, ਜ਼ਮਾਨਤਾਂ ਕਰਾਊਗਾ ਜੇਲ੍ਹ 'ਚ ਜਾ ਕੇ। ਸੋ ਅੱਗੇ ਆਪਾਂ ਵਧੀਏ ਜੀ। ਵਿਸ਼ਵ ਦੇ 50 ਦੇਸ਼ਾਂ ਵਿੱਚ ਅਮਰੀਕਾ ਦਾ ਸਥਾਈ ਰਾਜਦੂਤ ਨਹੀਂ ਹੈ। ਔਰ ਅੱਜ ਕੱਲ੍ਹ ਦੀ ਇਸ ਵਿਵਸਥਾ ਦੇ ਵਿੱਚ ਹੁਣੇ G20 ਖਤਮ ਹੋਇਆ, ਜਿੱਥੇ ਅਮਰੀਕਾ ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਸਾਰੇ ਦੁਨੀਆ ਦੇ ਦੇਸ਼ਾਂ ਨੂੰ ਇਕੱਠੇ ਲੈ ਕੇ ਕਿਵੇਂ ਤੁਰੀਏ ਤਾਂ ਕਿ ਹੋਰ ਵਧੀਆ ਦੇਸ਼ ਦੁਨੀਆ ਬਣਾ ਸਕੀਏ। ਔਰ ਉੱਥੇ ਤੁਸੀਂ ਦੇਖੋ ਇਹਨਾਂ ਹਾਲਾਤਾਂ ਦੇ ਵਿੱਚ ਜਦ ਕਿ ਸਥਾਈ ਰਾਜਦੂਤ ਨਹੀਂ ਹੈ 50 ਦੇ ਕਰੀਬ ਮੁਲਕਾਂ ਦੇ ਵਿੱਚ, ਮਤਲਬ ਇਹ ਕਿੱਦਾਂ ਦੀ ਸਥਿਤੀ ਹੈ? ਹਾਂ, ਇਹਨਾਂ ਨੇ ਕੁਛ ਤਾਂ ਟੈਂਪਰੇਰੀ ਤੌਰ 'ਤੇ 2 ਸਾਲ ਰੱਖੇ ਸੀ। ਹੁਣ ਇੰਡੀਆ ਦਾ ਜਿਹੜਾ ਰਾਜਦੂਤ ਇੰਡੀਆ ਲਈ ਹੈ ਹੀ ਨਹੀਂਗਾ। ਉਹਦੇ 'ਚ ਜਿਹੜਾ ਇਹਨਾਂ ਨੇ ਨੋਮੀਨੇਟ ਕੀਤਾ ਸੀਗਾ, ਉਹ ਜਦੋਂ ਨੋਮੀਨੇਸ਼ਨ ਹੋ ਗਈ ਉਹਦੀ, ਤਾਂ ਜਦੋਂ ਸਦਨ 'ਚ ਗਿਆ, ਸਦਨ 'ਚ ਉਹਦੇ 2-3 ਮੰਤਰੀਆਂ ਨੇ ਵਿਰੋਧਤਾ ਕਰ ਦਿੱਤੀ, ਉਹ ਨਹੀਂ ਬਣ ਸਕਿਆ। ਉਹ ਅਜੇ ਤੱਕ ਇਸੇ ਤਰ੍ਹਾਂ ਦਾ ਹੈ। ਇਹਦੇ ਨਾਲ ਜਿਹੜੇ ਆਪਣੇ ਮਸਲੇ ਆ, ਜਾਂ ਜਿਹਦੇ ਨਾਲ ਸਾਡਾ ਉਹਨਾਂ ਦਾ ਵਪਾਰ ਆ, ਜਾਂ ਕਈ ਚੀਜ਼ਾਂ ਜਿਹੜੀਆਂ ਇਹਨਾਂ ਨੇ ਦੋਵਾਂ ਰਾਜਦੂਤਾਂ ਨੇ ਕਰਨੀ ਹੁੰਦੀਆਂ, ਉਹ ਰੁਕ ਜਾਂਦੀਆਂ। ਇਹ ਪ੍ਰਭਾਵਿਤ ਹੋ ਜਾਂਦੇ ਇਹਦੇ 'ਤੇ। ਔਰ ਨਾਲ ਲੱਗਦੇ 'ਚ ਨੇਪਾਲ, ਬੰਗਲਾਦੇਸ਼, ਦੂਸਰਾ ਪਾਕਿਸਤਾਨ, ਕਤਰ, ਦੋਹਾ, ਇੱਦਾਂ ਦੇ ਕਈ ਦੇਸ਼ ਹੈਗੇ ਜਿਨ੍ਹਾਂ 'ਚ ਨਹੀਂ ਹੈਗਾ। ਜੋ ਇੰਡੀਆ ਭੁਗਤ ਰਿਹਾ, ਇੱਦਾਂ ਹੋਰ 50 ਦੇਸ਼ ਵੀ ਭੁਗਤ ਰਹੇ ਆ। ਔਰ ਇਹਨਾਂ ਨੇ ਇਹ ਕਾਰਜਕਾਰੀ ਤੌਰ 'ਤੇ ਬਣਾਉਂਦੇ ਆ, ਜਿਹੜੇ ਬਣਾਉਂਦੇ ਆ, ਜਿਹੜੇ ਬਣਾਏ ਉਹਨਾਂ ਨੇ ਉਹ ਕੰਮ ਚਲਾਉਂਦੇ ਨੇ, ਪਰ ਪਰਮਾਨੈਂਟ ਕੋਈ ਨਹੀਂ ਅਜੇ ਤੱਕ ਕੋਈ। ਜਦੋਂ ਕਿ ਜਿਹੜਾ ਰਾਜਦੂਤ ਦਾ ਬਹੁਤ ਵੱਡਾ ਕੰਮ ਹੁੰਦਾ ਦੂਸਰੇ ਦੇਸ਼ ਦਾ, ਉਹਨਾਂ ਦਾ ਵਿਚਾਰ ਵਟਾਂਦਰਾ ਕਰਨਾ, ਮੀਟਿੰਗਾਂ ਕਰਨੀਆਂ, ਜੋ ਕੁਝ ਚਾਹੁੰਦੇ ਨੇ। ਜਿੱਦਾਂ ਹੁਣ ਵਪਾਰ ਹੁੰਦਾ, ਜਿੱਦਾਂ ਆਪਾਂ ਕੁਝ ਸਮਾਨ ਲਿਆਉਣਾ ਹੈ ਨਾ, ਜਦੋਂ ਹਵਾਈ ਜਹਾਜ਼ ਖਰੀਦਦੇ ਆ, ਵਾਇਆ ਇਹਦੇ ਰਾਜਦੂਤ ਦਾ ਹੀ ਹੁੰਦਾ ਸਾਰਾ ਕੁਝ। ਪਰ ਹੁਣ ਇਹਨਾਂ ਨੇ ਪ੍ਰੋਬਲਮ ਪਤਾ ਕੀ ਹੈਗੀ, ਇਹਨਾਂ ਨੇ ਜਿਹੜੇ ਵੱਡੇ ਕੰਟਰੀ ਹੈਗੇ ਆ, ਜਿਹੜੇ ਵੀਟੋ ਵਾਲੇ ਆ ਜਾਂ ਦੂਸਰੇ ਪਾਵਰਫੁਲ ਕੰਟਰੀ, ਉਹਨਾਂ ਨਾਲ ਇਹਨਾਂ ਦੀ ਮਿੱਤਰਤਾ ਪੂਰੀ ਆ। ਜਿਹੜੇ ਇਹ ਕੰਟਰੀ ਛੋਟੇ ਆ, ਇਹਨਾਂ ਨਾਲ ਇਹ ਥੋੜ੍ਹੀ ਜਿਹੀ ਲਾਪਰਵਾਹੀ ਕਰਦੇ ਆ। ਲਾਪਰਵਾਹੀ ਇਸ ਕਰਕੇ ਕਰਦੇ, ਕੋਈ ਨਹੀਂ, ਸਮਾਨ ਹੀ ਵੇਚਣਾ ਇਹਨਾਂ ਨੇ, ਸਮਾਨ ਤਾਂ ਇਹਨਾਂ ਲੈਣਾ ਹੀ ਪੈਣਾ ਹੁੰਦਾ, ਕਿਉਂਕਿ ਉਹ ਡਿਪੈਂਡੈਂਟ ਨਹੀਂ ਨਾ ਕਿਸੇ 'ਤੇ। ਅਮਰੀਕਾ ਸੁਪਰ ਕੰਟਰੀ ਆ, ਉਹ ਕਿਸੇ 'ਤੇ ਨਿਰਭਰ ਨਹੀਂ ਗਾ। ਨਿਰਭਰ ਕੌਣ ਹੈਗੇ ਆ? ਜਿਹੜੇ ਦੂਜੇ ਛੋਟੇ ਦੇਸ਼ ਆ। ਹੁਣ ਇਹਨਾਂ ਨੇ ਇਹ ਲਾਪਰਵਾਹੀ ਕਰ ਰੱਖੀ ਹੈ ਕਿ ਇਹਦੇ ਵਿੱਚ ਉਹਨਾਂ ਨੇ ਕੋਈ ਰਾਜਦੂਤ ਨਹੀਂ ਅਜੇ ਤੱਕ ਬਣਾਇਆ, ਜਦੋਂ ਕਿ ਇਹ ਚਾਹੀਦੇ ਹੈਗੇ ਤਾਂ ਕਿ ਇਹ ਦੇਸ਼ ਜਿਹੜੇ ਆ ਉਹਨਾਂ ਦਾ ਮੇਲ ਮਿਲਾਪ ਰਹੇ, ਉਹਦੇ ਨਾਲ ਬਿਜ਼ਨਸ ਚੱਲਦਾ ਰਹੇ, ਤਾਂ ਕਿ ਲੋਕਾਂ ਦੀ ਜਿਹੜੇ ਵਿਚਾਰ ਨੇ ਪ੍ਰਭਾਵਿਤ ਨਾ ਹੋਣ, ਜਿਹੜੇ ਲੋਕ ਚਾਹੁੰਦੇ ਨੇ ਉਹਨਾਂ ਨਾਲ। ਹੁਣ ਜਿੰਨਾ ਇੱਥੋਂ ਸਾਡੇ ਕਿੰਨੇ ਲੋਕ ਪ੍ਰਵਾਸੀ ਭਾਰਤੀ ਜਿਹੜੇ ਇੰਡੀਆ 'ਚੋਂ ਗਏ ਆ, ਔਰ ਮੈਕਸੀਮਮ ਜਿਹੜੇ ਆ ਪੰਜਾਬ ਤੋਂ ਗਏ ਆ, ਪੰਜਾਬ ਦੀ ਧਰਤੀ ਤੋਂ ਜਿਹੜੇ ਗਏ ਆ। ਉੱਥੇ ਬਹੁਤ ਵੱਡੇ ਔਰਚਡ ਉਹਨਾਂ ਦੇ, ਬਹੁਤ ਵੱਡੇ ਬਾਗ ਆ, ਬਗੀਚੇ ਉਹਨਾਂ ਦੇ, ਬਹੁਤ ਵੱਡਾ ਰੀਅਲ ਏਸਟੇਟ ਦਾ ਕੰਮ ਆ ਲੋਕਾਂ ਦਾ ਉੱਥੇ, ਜਿੰਨੇ ਪ੍ਰਵਾਸੀ ਭਾਰਤੀ ਆ। ਪਰ ਹੁਣ ਇਹ ਹੈ ਨਾ ਕਿ ਉਹਨਾਂ ਨੂੰ ਜੇ ਉਹਨਾਂ ਲਾਰਜ ਸਕੇਲ 'ਤੇ ਕੋਈ ਕੰਮ ਕਰਨਾ ਪਵੇ ਇੰਡੀਆ ਨਾਲ ਅਮਰੀਕਾ ਦਾ, ਤਾਂ ਫਿਰ ਔਖਾ ਹੋ ਜਾਂਦਾ ਨਾ ਉਹਨਾਂ ਲਈ, ਕਿਉਂਕਿ ਸਾਡੇ ਇੱਥੇ ਬਹੁਤ ਲੋਕ ਜੀ ਆਪਣੇ, ਮਤਲਬ ਅੱਜ ਕੱਲ੍ਹ ਜਿੱਦਾਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਮਾਈਗ੍ਰੇਟ ਕਰ ਰਹੇ ਆ ਸਾਰੇ, ਔਰ ਕਾਰੋਬਾਰ ਹੋ ਰਹੇ ਨੇ, ਔਰ ਹੋਰ ਦੇਸ਼ਾਂ ਦੇ ਵਿੱਚ ਵਿਚਾਰ ਵਟਾਂਦਰਾ ਵੱਧ ਰਿਹਾ ਹੈ, ਔਰ ਇੱਕ ਗਲੋਬਲ ਵਿਲੇਜ ਬਣ ਚੁੱਕੀ ਪੂਰੀ ਦੁਨੀਆ, ਕਿਉਂਕਿ ਇੰਟਰਨੈਟ ਨੇ ਇਹ ਸਾਰੀ ਕ੍ਰਾਂਤੀ ਲਿਆਂਦੀ ਹੈ। ਪਰ ਅਮਰੀਕਾ ਇੱਕ ਵੱਡਾ ਮੁਲਕ ਹੈ, ਉਹਦੇ ਕੋਲ ਬਹੁਤ ਵੱਡੇ ਡਿਪਲੋਮੈਟਸ ਨੇ, ਬਹੁਤ ਇੰਟੈਲੀਜੈਂਟ ਲੋਕ ਨੇ, ਬਹੁਤ ਵੱਡੀ ਐਡਮਿਨਿਸਟ੍ਰੇਸ਼ਨ ਹੈ, ਨੰਬਰ 1 ਕੰਟਰੀ ਹੈ ਦੇਸ਼ ਪੂਰੀ ਦੁਨੀਆ ਦੇ ਵਿੱਚ।
ਸੋ ਹੁਣ ਇਲੈਕਸ਼ਨ ਵੀ ਆ ਕੋਈ ਨਾ ਕੋਈ ਇਹਨਾਂ ਦੀ ਸੋਚ ਹੋਏਗੀ ਕਿ ਇਹ ਕਿੱਦਾਂ ਕੀਤਾ ਜਾਵੇ, ਕਿਉਂਕਿ ਆਪਾਂ ਬਹਿ ਕੇ ਇਹ ਸਭ ਡਿਸਕਸ ਕਰਦੇ ਰਹੀਏ ਕਿ ਫੋਰਨ ਪਾਲਿਸੀ ਕੀ ਹੈ ਉਹਨਾਂ ਦੀ ਔਰ ਕਿਹੜੀਆਂ ਪਾਲਿਸੀਜ਼ ਦੇ ਤਹਿਤ ਉਹਨਾਂ ਨੇ ਹਜੇ ਤੱਕ ਕੋਈ ਪਰਮਾਨੈਂਟ ਰਾਜਦੂਤ ਨਹੀਂ ਰੱਖਿਆ ਹੈ 50 ਦੇਸ਼ਾਂ ਦੇ ਵਿੱਚ। ਦੇ ਬੈਟਰ ਨੋ, ਮਤਲਬ ਇਹ ਸਾਰੀ ਦੁਨੀਆ ਦੀ ਨਜ਼ਰ 'ਚ ਇਹ ਗੱਲ ਆਈ ਹੈ ਤਾਂ ਦੁਨੀਆ ਨੇ ਸਵਾਲ ਉਠਾਇਆ ਕਿ ਕਿਉਂ ਨਹੀਂ ਹੈਗੇ ਸਥਾਈ ਰਾਜਦੂਤ, ਜਦਕਿ ਅਮਰੀਕਾ ਦੇ ਨਾਲ ਹਰ ਇੱਕ ਦੇਸ਼ ਦੇ ਰਿਲੇਸ਼ਨ ਸੁਖਾਵੇਂ ਹੋਣੇ ਚਾਹੀਦੇ ਨੇ। ਔਰ ਤੁਸੀਂ ਦੇਖੋ ਕਿ ਹਰ ਥਾਂ ਦੇ ਉੱਤੇ ਵਰਲਡ ਲੀਡਰ ਹੀ ਕਹਿੰਦੇ ਆਪਾਂ ਅਮਰੀਕਾ ਨੂੰ, ਕਿਉਂਕਿ ਜੋ ਅਮਰੀਕਾ ਕਰਦਾ ਸਾਰੇ ਦੇਸ਼ ਉਸ ਦੀ ਨਕਲ ਕਰਦੇ ਨੇ। ਇੱਥੋਂ ਤੱਕ ਕਿ ਅਮਰੀਕਾ ਕੋਕ ਪੈਪਸੀ ਜਿੱਦਾਂ ਪੀਣਗੇ ਲੋਕ, ਉਹ ਕੋਕ ਪੈਪਸੀ ਪੀਣਗੇ ਗਨ ਕਲਚਰ ਦੀ ਨਕਲ ਨਾ ਕਰਨ। ਔਰ ਜੇ ਅਮਰੀਕਾ ਦੇ ਯੰਗ ਪੀਪਲ, ਯੰਗ ਲੋਕ ਆਪਣੀ ਜੀਨਸ ਨੂੰ ਇੱਥੋਂ ਫਾੜ ਲੈਂਦੇ ਨੇ, ਅਸੀਂ ਵੀ ਇੱਥੋਂ ਫਾੜ ਲੈਂਦੇ ਹਾਂ ਜੀਨਸ। ਮੁੰਡਿਆਂ ਨੇ ਫਾੜੀਆਂ ਅਗਰ ਜੇ ਅੱਗੇ ਵੈਸੇ ਮਾੜੀ ਜੀ ਖੁੰਗੀ ਲੱਗ ਜਾਏ ਤੇ ਘਰੋਂ ਕੱਢ ਦਿੰਦੇ ਮੁੰਡੇ ਨੂੰ ਵੀ ਆ ਕਿੱਥੋਂ ਕੱਪੜੇ ਪੜਵਾ ਲਿਆ, ਹੁਣ ਪਾਟੇ ਕੱਪੜੇ ਲੈ ਰਹੇ ਆ। ਜਦੋਂ ਕਿ ਇਹ ਸ਼ਗਨ ਬੁਰਾ ਹੁੰਦਾ, ਇਹ ਰੈਗਸ ਫੈਸ਼ਨ ਹੈ ਜੀ। ਪਹਿਲਾਂ ਇੰਡੀਆ 'ਚ ਜਿਹੜਾ ਹੁੰਦਾ ਸੀ ਨਾ, ਫਟਿਆ ਕੱਪੜਾ ਜਾਂ ਫਟ ਜਾਣਾ ਅਚਾਨਕ, ਉਹਨੂੰ ਬੜਾ ਬਦ ਸ਼ਗਨ ਮੰਨਦੇ ਸੀਗੇ, ਆਂਦੇ ਵੀ ਇਹ ਕੱਪੜਾ ਜੇ ਫਟ ਗਿਆ ਇਹਨੂੰ ਨਾ ਪਾਉਣ। ਹੁਣ ਇਹ ਆਪ ਪਾੜ ਰਹੇ ਆ ਤਾਂ ਔਰ ਉਹਦੇ ਨਾਲ ਕੀ ਹੈਗਾ ਮੈਂਟਲੀ ਤੌਰ ਤੇ, ਜਿਹੜੇ ਮਾਨਸਿਕ ਤੌਰ ਤੇ ਤਾਂ ਲੋਕ ਖੁਸ਼ ਨਹੀਂ ਗਏ। ਕਈ ਜੈਕਟਸ ਨੂੰ ਨਾ ਮੈਂ ਜਿੱਥੋਂ ਤੱਕ ਸੁਣਿਆ ਕਿ ਇਦਾਂ ਹੈਂਗਰਸ ਟੰਗ ਕੇ ਨਾ ਖੁੱਲੇ ਮੈਦਾਨ ਦੇ ਵਿੱਚ ਜੈਕਟਸ ਨੂੰ ਇਦਾਂ ਲੰਬੀ ਸਾਰੀ ਲਾਈਨ ਜੈਕਟਸ ਟੰਗੇ ਹੋਏ ਨੇ ਔਰ ਗੋਲੀਆਂ ਉਹਦੇ ਵਿੱਚੋਂ ਕੱਢ ਦਿੰਦੇ ਨੇ, ਫਾਇਰ ਕਰਦੇ ਨੇ, ਮੋਰੀਆਂ ਹੋ ਜਾਣ ਉਹ ਦੂਰ ਤੱਕ। ਹੁਣ ਉਹ ਜੈਕਟਸ ਦੀ ਕੀਮਤ ਜ਼ਿਆਦਾ ਹੁੰਦੀ ਹੈ। ਸ਼ੌਕ ਆ ਮੁੰਡਿਆਂ ਨੂੰ, ਸ਼ੌਕ ਹੈ ਕਿਉਂਕਿ ਗੋਲੀਆਂ ਦੀ ਕੀਮਤ ਵੀ ਵਿੱਚ ਇਨਕਲੂਡ, ਪੁੱਠੇ ਸ਼ੌਕ ਹੀ ਆ, ਕੋਈ ਸਿਆਣੇ ਸ਼ੌਕ ਤਾਂ ਹੈ ਨਹੀਂ ਤਾਂ ਪਹਿਲਾਂ ਉਹ ਗੋਲੀਆਂ ਦੀ ਕੀਮਤ ਵੀ ਤੇ ਵਿੱਚ ਜੋੜਨੀ ਹੈ ਨਾ, ਤਾਂ ਹੀ ਉਹ ਜੈਕਟ ਦੀ ਕੀਮਤ ਨਿਰਧਾਰਿਤ ਕੀਤੀ ਜਾਏਗੀ ਕਿੰਨੀ ਹੈ। ਪੈਸੇ ਵਾਧੂ ਆ, ਬਾਪੂ ਦੇ ਪੈਸੇ ਆ, ਉਹ ਆਉਂਦੇ ਆ, ਆਪ ਕਮਾਈ ਕਰਨੀ ਨਹੀਂ। ਜਦੋਂ ਆਪ ਕਮਾਈ ਕਰਕੇ ਚੀਜ਼ਾਂ ਖਰੀਦਦੇ ਉਦੋਂ ਪਤਾ ਲੱਗਦਾ ਵੀ ਕਿਸ ਪਾਲ ਤੁਲਦੀ ਹੈ। ਹਾਂ ਚਲੋ ਇਹ ਹੁਣ ਰਾਜਦੂਤ ਦਾ ਮਸਲਾ ਹੈ, ਆਪਾਂ ਕਿੱਥੇ ਨਿਕਲ ਗਏ। ਚਲੋ ਆਪਾਂ ਸਾਰਾ ਕਲਚਰ ਡਿਸਕਸ ਕਰਦੇ ਪਏ ਆ। ਭਾਰਤ ਨਹੀਂ ਮੈਂ ਕਿਹਾ ਬਾਕੀ ਦੇਸ਼ ਵੀ ਹੈਗੇ ਆ, ਉਹਨਾਂ ਨੂੰ ਵੀ ਇਸ ਗੱਲ ਦਾ ਤਾਂ ਬਹੁਤ ਦੁੱਖ ਹੈ ਕਿ ਬਾਕੀ ਦੇਸ਼ਾਂ 'ਚ ਨਹੀਂ ਹੈਗਾ, ਕਿਉਂਕਿ ਇੰਡੀਆ ਇਕੱਲਾ ਨਹੀਂ ਲਮਕ ਰਿਹਾ, ਇਸ ਟਾਣੀ ਨਾਲ 50 ਦੇਸ਼ ਹੋਰ ਵੀ ਹੈਗੇ ਆ, ਉਹ ਵੀ ਸਾਰੇ ਲਮਕਦੇ ਪਏ ਨੇ, ਚਮਕਦੜ ਬਣੇ ਉਹਦੇ ਨਾਲ ਹੀ। ਜੀ। ਔਰ ਜਿਹੜੀ ਆਪਾਂ ਕਲਚਰ ਦੀ ਗੱਲ ਕੀਤੀ, ਆਪਾਂ ਕਲਚਰ ਨਾਲ ਜੁੜੀ ਹੋਈ ਇੱਕ ਹੋਰ ਗੱਲ ਲਵਾਂਗੇ ਕਿ ਅਮਰੀਕਾ ਦੇ ਸਿੱਖ ਵਿਦਿਆਰਥੀ ਕੈਂਪਸ ਦੇ ਵਿੱਚ, ਯੂਨੀਵਰਸਿਟੀ ਕੈਂਪਸ ਦੇ ਵਿੱਚ ਹੁਣ ਗਾਤਰਾ ਸਾਹਿਬ ਪਾ ਸਕਣਗੇ, ਸ੍ਰੀ ਸਾਹਿਬ ਪਾ ਸਕਣਗੇ, ਕਿਉਂਕਿ ਕਿਰਪਾਨ ਦੀ ਪਹਿਲਾਂ ਇਜਾਜ਼ਤ ਨਹੀਂ ਸੀ। ਔਰ ਪਿੱਛੇ ਜੇ ਕੇਸ ਵੀ ਹੋਇਆ ਸੀ, ਇੱਕ ਮੁੰਡੇ ਨੂੰ ਅਰੈਸਟ ਕਰ ਲਿਆ ਗਿਆ ਸੀ ਕਿਉਂਕਿ ਉਹਨੂੰ ਕਿਹਾ ਗਿਆ ਸ੍ਰੀ ਸਾਹਿਬ ਲਾਉਣ ਵਾਸਤੇ, ਤੇ ਉਹਨੇ ਕਿਹਾ ਕਿ ਇਹ ਸਾਡੇ ਸਿੱਖ ਧਰਮ ਦੀ ਪਛਾਣ ਹੈ, ਇਸ ਕਰਕੇ ਮੈਂ ਨਹੀਂ ਉਤਾਰ ਸਕਦਾ। ਹੁਣ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਜੋ ਸਿੱਖ ਆਗੂ ਨੇ, ਜੋ ਸਕਾਲਰਸ ਨੇ, ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਨਿਰਧਾਰਿਤ ਕੀਤਾ ਕਿ 3 ਇੰਚ ਤੋਂ ਛੋਟੀ ਸ੍ਰੀ ਸਾਹਿਬ ਜਾਂ 3 ਇੰਚ ਤੱਕ ਇਹ ਪਾ ਸਕਦੇ ਨੇ, ਉਸ ਤੋਂ ਵੱਧ ਨਹੀਂ ਜੀ। ਇਹ ਦੇਖੋ, ਇਹ ਧਾਰਮਿਕ ਚਿੰਨ੍ਹ ਹੈ ਸਾਡੇ ਜਿਹੜੀ ਸਿੱਖ ਪਰੰਪਰਾ ਦਾ, ਉਹਦੇ ਵਿੱਚ 5 ਕੱਕੇ ਆ ਨਾ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਆ ਗਾਤਰੇ ਦਾ ਵੀ, ਕਿਰਪਾਨ ਸ੍ਰੀ ਸਾਹਿਬ ਆਖਦੇ ਨੂੰ, ਔਰ ਇਹ ਪਾਉਂਦੇ ਆ ਕਿਉਂਕਿ ਸੈਲਫ ਪ੍ਰੋਟੈਕਸ਼ਨ ਲਈ ਵੀ ਇਹ ਵਰਤੀ ਜਾਂਦੀ ਹੈ। ਔਰ ਇਹਦੇ ਨਾਲ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਹੋਗੀ ਜਿਹੜੇ ਸਰੀਰ ਨਾਲ ਲੱਗੂਗੀ, ਬਾਡੀ ਨਾਲ ਅੰਦਰ ਵਾਗ ਪਾਉਣਗੇ, ਔਰ ਯੂਨੀਵਰਸਿਟੀ ਦੇ ਕੈਂਪਸ ਦੇ ਦੌਰਾਨ ਹੀ ਇਹ ਪਾਈ ਜਾ ਸਕਦੀ ਹੈ। ਔਰ ਇਹ ਚੰਗੀ ਗੱਲ ਹੈ, ਇਹਨਾਂ ਬੱਚਿਆਂ ਦੀ ਜਿੱਤ ਪ੍ਰਾਪਤ ਹੋ ਗਈ ਹੈ, ਕਿਉਂਕਿ ਅੱਗੇ ਬੱਚੇ ਨਾਲ ਇੱਕ ਨਾ ਬੜਾ ਮੈਂਟਲੀ ਪਰੇਸ਼ਾਨੀ ਹੋਈ ਉਹਨੂੰ, ਉਹਦੇ ਵਿੱਚ ਉਹਨੂੰ ਹੱਥਕੜੀ ਵੀ ਲਾਈ ਉਹਦੀ ਜਿਹੜਾ ਸੀ ਗਾਤਰਾ ਉਹ ਲਵਾ ਦਿੱਤਾ ਗਿਆ, ਔਰ ਉਹਦੇ ਐਗਜ਼ਾਮ ਸੀਗੇ, ਪਰ ਹੁਣ ਸਾਰੀਆਂ ਯੂਨੀਵਰਸਿਟੀਆਂ 'ਚ ਓਪਨ ਹੋ ਗਿਆ, ਹੁਣ ਪਾ ਸਕਦੇ ਆ, ਕਿਉਂਕਿ ਉਹਨਾਂ ਦੀ ਜਿਹੜੀ ਜਿਊਰੀ ਬੈਠੀ ਹੈ ਉਹਨਾਂ ਨੂੰ ਪਤਾ ਲੱਗਾ ਕਿ ਇਹਦਾ ਚਿੰਨ੍ਹ ਜਿਹੜਾ ਹੈਗਾ ਇਹ ਧਾਰਮਿਕ ਚਿੰਨ੍ਹ ਪਰੰਪਰਾ ਦੇ ਅਨੁਸਾਰ ਹੈ, ਕੋਈ ਇਹਦੇ 'ਚ ਉਹ ਕੰਮ ਨਹੀਂ ਹੈਗਾ ਕਿ ਲੜਾਈ ਝਗੜੇ ਵਾਲਾ, ਔਰ ਕੋਈ ਰਿਵਾਲਵਰ ਤਾਂ ਨਹੀਂ, ਜੇ ਚਲਾਉਣਾ ਹੋਊਗਾ ਤਾਂ ਉਹਨੇ ਆਪਣੀ ਸੈਲਫ ਪ੍ਰੋਟੈਕਸ਼ਨ ਲਈ ਰੱਖਿਆ, ਜੇ ਕੱਲ੍ਹ ਨੂੰ ਮਾਰਦਾ ਕੁੱਟਦਾ ਰਾਜ ਪੈਂਦਾ ਉਹ ਆਪਣਾ ਉਹਦਾ ਵਰਤ ਸਕਦਾ ਉਹਨੂੰ। ਔਰ ਉਹ ਇਹਨੂੰ ਵੱਡੀ ਨੇ ਨਾ 3 ਇੰਚ ਦੇ ਬਰਾਬਰ ਦੀ ਰੱਖ ਦਿੱਤੀ ਹੈ, 3 ਇੰਚ ਨਾਲ ਵਰਤ ਸਕਦੇ ਆ ਬੱਚੇ, ਔਰ ਖ਼ਾਸ ਤੌਰ 'ਤੇ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹੀ ਇਹਨਾਂ ਨੂੰ ਅਲਾਓ ਹੋਊਗਾ, ਉੱਥੇ ਪਾ ਸਕਦੇ ਆ। ਬਾਕੀ ਤਾਂ ਕਿਤੇ ਪਾਉਂਦੇ ਹੀ ਆ, ਬਾਕੀ ਤਾਂ ਕਿਸੇ ਨੇ ਕਹਿਣਾ ਨਹੀਂਗਾ, ਪਰ ਇਹ ਇਹਨਾਂ ਨੂੰ ਉੱਥੇ ਰੋਕਿਆ ਗਿਆ ਸੀ, ਬੈਨ ਸੀਗਾ, ਪਰ ਇਹਨਾਂ ਦੀ ਜਿੱਤ ਹੋ ਗਈ ਆ, ਔਰ ਵਿਸ਼ਵ ਦੀ ਇੱਕ ਬਹੁਤ ਵੱਡੀ ਖਬਰ ਬਣ ਗਈ ਆ ਕਿ ਬੱਚੇ ਇਸ ਵੇਲੇ ਜਿਹੜੇ ਉੱਥੇ ਆ, ਹੁਣ ਦਾੜੇ ਵੀ ਰੱਖੇ ਉਹਨਾਂ ਨੇ, ਸਾਫ ਸੂਰਤ ਮੁੰਡੇ ਆ, ਕੁੜੀਆਂ ਚੁੰਨੀਆਂ ਲੈਂਦੀਆਂ, ਉੱਥੇ ਸੋਹਣੇ ਬੱਚੇ ਆ। ਸਗੋਂ ਪੰਜਾਬ 'ਚ ਰਹਿ ਕੇ ਬੱਚੇ ਵਿਗੜ ਜਾਂਦੇ ਆ, ਜਦੋਂ ਬਾਹਰ ਗਏ ਆ ਬੜੇ ਸਿਆਣੇ ਹੋ ਗਏ ਆ, ਦਸਤਾਰ ਵੀ ਬੰਨ੍ਹਦੇ ਆ, ਔਰ ਉਹਦੇ ਨਾਲ ਹੁਣ ਗਾਤਰਾ ਸਾਹਿਬ ਵੀ ਪਾ ਰਹੇ ਆ, ਉਹਦੇ 'ਚ ਉਹਨਾਂ ਨੇ ਸਾਰਾ ਕੁਛ ਉਹ 5 ਕੱਕੇ ਪਾ ਕੇ ਆਪਣਾ ਸਰੂਪ ਜਿਹੜਾ ਸਭ ਸੂਰਤ ਬਣਾ ਦਿੱਤਾ ਵਾ। ਪਰ ਇਹਦੇ 'ਚ ਇਹ ਬਹੁਤ ਵੱਡੀ ਗੱਲ ਆ, ਇੱਕ ਧਰਮ ਲਈ ਨਹੀਂ, ਟੋਟਲੀ ਸਾਰੇ ਵਿਸ਼ਵ ਦੇ ਵਿੱਚ, ਕਿ ਸਿੱਖ ਧਰਮ ਦਾ ਜਿਹੜਾ ਸਰਬੱਤ ਦਾ ਭਲਾ ਚਾਹੁੰਦਾ ਧਰਮ ਆ, ਉਹਨਾਂ ਨੂੰ ਇਹ ਬੜੀ ਜਿੱਤ ਹਾਸਲ ਹੋ ਗਈ ਆ। ਔਰ ਯੂਥ ਜਿਹੜੇ ਮੁੰਡੇ ਪਰੇਸ਼ਾਨ ਸੀ, ਕੁੜੀਆਂ ਪਰੇਸ਼ਾਨ ਸੀਗੀਆਂ, ਉਹਨਾਂ ਨੂੰ ਇਹ ਜਿੱਤ ਹਾਸਲ ਹੋ ਗਈ, ਕਿਉਂਕਿ ਇੱਕ ਸੁਪਰ ਕੰਟਰੀ 'ਚ ਇਹ ਇਹਨਾਂ ਨੇ ਬੈਨ ਕਰ ਦਿੱਤਾ ਹੁੰਦਾ, ਅਤੇ ਨਾ ਇਹਨਾਂ ਦਾ ਨਾਂ ਧਿਆਨ ਜਾਂਦਾ, ਜਿੱਦਾਂ ਆਪਾਂ ਰਾਜਦੂਤ ਵਾਲੀ ਗੱਲ ਕੀਤੀ, ਇਹਨਾਂ ਦਾ ਧਿਆਨ ਨਹੀਂ ਗਿਆ, ਤੇ ਛੋਟੀ ਜਿਹੀ ਡਿਮਾਂਡ ਸੀਗੀ, ਪੂਰੀ ਹੋ ਗਈ, ਔਰ ਬੜੀ ਖੁਸ਼ੀ ਦੀ ਗੱਲ। ਔਰ ਵੈਸੇ ਦੇਖਿਆ ਜਾਵੇ ਤਾਂ ਦਸਤਾਰਧਾਰੀ ਸਿੱਖ ਜੈਂਟਲਮੈਨ ਅਮਰੀਕਾ ਦੇ ਵਿੱਚ ਫੌਜ ਵਿੱਚ ਵੀ ਨੇ, ਕੈਨੇਡਾ ਵਿੱਚ ਵੀ ਨੇ, ਔਰ ਹੁਣ ਇੱਕ ਨਵਾਂ ਰੂਲ ਵੀ ਆਇਆ ਸੀਗਾ ਕਿ ਜਿਹੜੇ ਉੱਥੋਂ ਦੇ ਵਸਨੀਕ ਹੈਗੇ ਨੇ, ਸਿੱਖ ਕਮਿਊਨਿਟੀ ਦੇ ਲੋਕ ਨੇ, ਉਹ ਕੈਨੇਡਾ ਦੀ ਫੌਜ ਦਾ ਇੱਕ ਪੱਕਾ ਹਿੱਸਾ ਬਣ ਸਕਦੇ ਨੇ। ਇਹ ਵੀ ਆਫਰਸ ਹੈ, ਹੁਣ ਕੈਨੇਡਾ 'ਚ ਆ ਗਿਆ, ਕੈਨੇਡਾ 'ਚ ਜਿਹੜੇ PR ਮੁੰਡੇ ਆ ਨਾ,
ਉਹ ਉੱਥੋਂ ਦੀ ਆਰਮੀ 'ਚ ਰਿਕਰੂਟਮੈਂਟ ਕਰ ਲੈ ਸਕਦੇ ਆ, ਪੁਲਿਸ 'ਚ ਵੀ ਜਾ ਸਕਦੇ ਆ। ਉਹਨਾਂ ਨੂੰ ਇਹ ਪਤਾ ਕਿ ਥੋੜ੍ਹਾ ਜਿਹਾ ਇਹ ਵਾਰੀਅਰ ਮਾਰਸ਼ਲ ਕੌਮ ਹੁੰਦੀ ਹੈ, ਲੜਾਕੇ ਵੀ ਹੈਗੇ ਆ, ਗੱਤਕਾ ਵੀ ਇਹਨਾਂ ਨੂੰ ਆਉਂਦਾ ਵਾ, ਇਹਨਾਂ ਨੂੰ ਹੈ ਨਾ ਜਿੱਥੇ ਜਿੱਥੇ ਪ੍ਰੋਟੈਕਸ਼ਨ ਕਰਨੀ ਨਾ ਕਰ ਲੈਣੀ ਹੈ। ਔਰ ਉਹਨਾਂ ਨੂੰ ਇਸ ਗੱਲ ਦਾ ਪਤਾ, ਹੁਣ ਟਰੂਡੋ ਸਾਹਿਬ ਦੇ ਸਾਈਨ ਹੋ ਗਏ, ਜੁਝਾਰੂ ਨੇ, ਜੁਝਾਰੂ ਇਸੇ ਕਰਕੇ ਉਹਨਾਂ ਨੂੰ ਪਤਾ ਨਾ ਇਹ ਚੀਜ਼। ਜਿਵੇਂ ਆਪਾਂ ਕਹਿੰਦੇ ਆ ਨਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ, ਉਹ ਹਿਸਾਬ ਹੈ ਕਿ ਧਾੜਵੀ ਆਉਂਦੇ ਰਹੇ, ਸਾਡੇ ਬਜ਼ੁਰਗ ਲੜਦੇ ਰਹੇ, ਉਹ ਚੀਜ਼ ਸਾਡੇ DNA 'ਚ, ਸਾਡੇ ਖੂਨ 'ਚ ਆ, ਔਰ ਅਸੀਂ ਜੁਝਾਰੂ ਹੈਗੇ ਆ, ਅੱਗੋਂ ਡਟ ਕੇ ਖੜੇ ਹੋ ਜਾਂਦੇ ਆ, ਅਨਿਆਏ ਬਰਦਾਸ਼ਤ ਨਹੀਂ ਕਰਦੇ। ਇਹ ਦਸਵੇਂ ਪਿਤਾ ਨੇ ਜਦੋਂ ਇਹ ਕੌਮ ਸਾਜ ਦਿੱਤੀ, ਉਹਨੂੰ ਸਭ ਕੁਝ ਕੀਤਾ ਹੈ। ਉਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਨੇ ਆਉਣ ਵਾਲੇ ਹਮਲਾਵਰਾਂ ਨੂੰ ਰੋਕਣਾ ਪੈਣਾ ਵਾ, ਕਿਉਂਕਿ ਇਹਦਾ ਜਿਹੜਾ ਸਰਹੱਦ ਹੈ, ਜਿਹੜਾ ਪੰਜਾਬ ਹੈ, ਸਰਹੱਦ ਦੇ ਬਿਲਕੁਲ ਕੰਢੇ 'ਤੇ ਆ। ਦਰਾ ਖੈਬਰ ਇੱਧਰ ਨੂੰ ਖੁੱਲ੍ਹਦਾ, ਇੱਧਰ ਧਾੜਵੀ ਆਉਂਦੇ ਸੀ। ਇੱਦਾਂ ਦੀ ਕੌਮ ਸਾਜਣ ਨਾਲ ਹੀ ਸਾਰਾ ਕੁਛ ਹੈ, ਤਦੇ ਸਟੇਬਿਲਿਟੀ ਆਈ ਹੈ, ਨਹੀਂ ਤਾਂ ਇੱਥੇ ਮਾਰ ਧਾੜੀ ਰਹੀ ਹੈ ਹੁਣ ਤੱਕ। ਹੁਣ ਦੇਖੋ ਫਿਰ ਸਾਰੇ ਦੇਸ਼ਾਂ 'ਚ ਚਲੇ ਗਏ, ਸ਼ਾਂਤੀ ਵੀ, ਹੁਣ ਗੁਰੂ ਸਾਹਿਬ ਦਾ ਉਪਦੇਸ਼ ਵੀ ਹੈ, ਗੁਰਬਾਣੀ ਵੀ ਪੜ੍ਹਦੇ ਆ। ਹੁਣ ਇਸ ਵੇਲੇ ਬਿਲਕੁਲ ਉਸ ਸ਼ਾਂਤੀ ਦੇ ਪੂਰਵਜ ਜਿਹੜੇ ਸਾਨੂੰ ਦੇ ਗਏ, ਉਹਦੇ ਤੱਕ ਅਸੀਂ ਉਸੇ ਅਰਦਾਸ ਨਾਲ ਚੱਲਦੇ, ਉਹੀ ਕੁਛ ਹੋ ਰਿਹਾ। ਔਰ ਬਾਕਾਇਦਾ ਤੌਰ 'ਤੇ, ਨਹੀਂ ਤਾਂ ਪਹਿਲਾਂ ਇਤਿਹਾਸ ਪੜ੍ਹੋ ਤਾਂ ਹੁਣ ਦਾ ਇਤਿਹਾਸ ਕੁਆਂ ਕਾਫਾਂ ਦਾ ਫਰਕ ਸੀਗਾ। ਹੁਣ ਲੋਕ ਬਾਹਰ ਚਲੇ ਗਏ ਆ, ਬਾਹਰ ਆਪਣਾ ਕੰਮ ਕਰ ਰਹੇ ਆ, ਬੜਾ ਕੁਝ ਕਰ ਰਹੇ ਆ। ਇੱਥੇ ਬਜ਼ੁਰਗ ਉਹਨਾਂ ਦੇ ਇੱਥੇ ਬੈਠੇ ਆ, ਬਜ਼ੁਰਗਾਂ ਨੂੰ ਵੀ ਲੈ ਜਾਂਦੇ ਨਾਲ ਉੱਥੇ। ਔਰ ਹੁਣ ਪੂਰੇ ਗਲੋਬਲਾਈਜੇਸ਼ਨ ਹੋ ਗਿਆ, ਹਰ ਦੇਸ਼ 'ਚ ਬੈਠੇ, ਕਿਹੜਾ ਕੰਟਰੀ ਹੈ ਨਹੀਂ। ਇਹ ਆਂਦੇ ਵੀ ਚਾਈਨਾ ਹਰ ਜਗ੍ਹਾ ਬੈਠਾ, ਪਰ ਇੰਡੀਆ ਦੇ ਲੋਕ ਵੀ ਹਰ ਜਗ੍ਹਾ ਬੈਠੇ ਆ। ਕੇਰਲਾ, ਮਦਰਾਸ, ਕਰਨਾਟਕ, ਮੱਧ ਪ੍ਰਦੇਸ਼ ਦੇ ਮੁੰਡੇ ਵੀ ਹੈਗੇ ਆ। ਪੰਜਾਬ ਡੋਮੀਨੇਟਿੰਗ, ਪੰਜਾਬ ਹਰ ਜਗ੍ਹਾ ਹੀ ਹੈਗਾ। ਡਾਕਟਰ ਸਾਡੇ ਇੱਥੋਂ ਗਏ, ਹਰ ਥਾਂ ਤੇ ਮਿਨੀ ਪੰਜਾਬ ਹੈ, ਮਿਨੀ ਪੰਜਾਬ ਅਸੀਂ ਬਣਾਇਆ ਹੋਇਆ। ਜਿਹੜੀ ਹੈ ਨਾ ਬ੍ਰਿਟਿਸ਼ ਕੋਲੰਬੀਆ, BC, ਕੈਨੇਡਾ ਦੇ, ਉਹ ਮਿਨੀ ਪੰਜਾਬ ਕਰਕੇ ਜਾਣੀ ਜਾਂਦੀ ਹੈ। ਉੱਥੇ ਪੂਰਾ ਪੰਜਾਬ ਹੀ, ਹਰ ਪਾਸੇ ਪੰਜਾਬੀ ਨਜ਼ਰ ਆਉਂਦੇ। ਵੈਸੇ ਇੱਕ ਚੀਜ਼ ਹੈ ਕਿ ਹੁਣ ਤੇ ਵਿਦੇਸ਼ੀ ਵੀ ਕਈ ਸਿੰਘ ਸੱਜਦੇ ਨੇ, ਅਸੀਂ ਦੇਖਦੇ ਹਾਂ। ਔਰ ਸਿੱਖ ਕਮਿਊਨਿਟੀ ਦੇ ਵਿੱਚ ਵਿਦੇਸ਼ੀ ਕੁੜੀਆਂ ਵੀ ਸ਼ਾਦੀ ਕਰਦੀਆਂ ਪਈਆਂ, ਕੀਰਤਨ ਵੀ ਕਰਦੇ ਆ। ਹਾਂਜੀ, ਬਿਲਕੁਲ ਠੀਕ ਹੈ। ਸੋ ਇਹ ਸਭ ਹੋ ਰਿਹਾ ਹੈ। ਔਰ ਕਈ ਵਿਦੇਸ਼ੀ ਮੁੰਡੇ ਸਿੱਖ ਕਮਿਊਨਿਟੀ ਦੇ ਵਿੱਚ ਸ਼ਾਦੀ ਕਰਦੇ ਨੇ, ਸਿੱਖ ਕੁੜੀਆਂ ਨਾਲ ਸ਼ਾਦੀ ਕਰਦੇ ਨੇ। ਇਹ ਹੈ, ਔਰ ਇਹ ਕਲਚਰ ਦਾ ਜਿਹੜਾ ਆਦਾਨ ਪ੍ਰਦਾਨ ਹੈ ਨਾ, ਐਕਸਚੇਂਜ ਆਫ ਕਲਚਰ ਆ, ਇਹ ਦੁਨੀਆ ਦੇ ਕਲਚਰ ਨੂੰ ਹੋਰ ਰਿਚ ਕਰੇਗਾ, ਕਿਉਂਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਹੋਰ ਦੂਰ ਤੱਕ ਪਹੁੰਚ ਸਕਦੀਆਂ ਨੇ। ਪਪੂਲੈਰਿਟੀ ਵੀ ਹੈਗੀ ਹੈ ਇਹਨੂੰ, ਲੋਕ ਜਿੰਨੇ ਵੀ ਬਾਹਰਲੇ ਕੰਟਰੀ ਦੇ ਲੋਕ ਨੇ ਨਾ, ਜਿਹੜੇ ਕ੍ਰਿਸਚਨ ਆ ਜਾਂ ਦੂਸਰੇ, ਉਹਨਾਂ ਨੇ ਪੜ੍ਹਿਆ, ਪਹਿਲਾਂ ਐਨਾਲਿਸਿਸ ਕੀਤਾ ਇਸ ਧਰਮ ਦਾ, ਫਿਰ ਉਹਨਾਂ ਨੇ ਜਦੋਂ ਪੜ੍ਹਨ ਤੋਂ ਬਾਅਦ ਜਦੋਂ ਥੀਮ ਕੱਢਿਆ, ਜਦੋਂ ਉਹਨਾਂ ਨੂੰ ਪਤਾ ਨਤੀਜਾ ਆ ਗਿਆ, ਫਿਰ ਉਹਨਾਂ ਨੇ ਅਡਾਪਟ ਕਰ ਲਿਆ ਉਸੇ ਧਰਮ ਨੂੰ, ਉਸੇ ਤਰ੍ਹਾਂ ਦਾ ਹੋ ਗਿਆ। ਔਰ ਦੇਖੋ ਉਹਨਾਂ ਦੇ ਦਸਤਾਰਾਂ ਜਦੋਂ ਸਜਾਈਆਂ, ਔਰ ਚੋਲੇ ਉਸੇ ਤਰ੍ਹਾਂ ਦੇ ਪਾਏ ਆ, ਕਸ਼ਹਿਰੇ ਪਾਏ ਆ, ਬੜੇ ਸੋਹਣੇ ਲੱਗਦੇ ਜਵਾਨ ਜਿਹੜੇ ਅੰਗਰੇਜ਼ ਆ, ਕੁੜੀਆਂ ਵੀ। ਔਰ ਕੀਰਤਨ ਇੰਨਾ ਸੋਹਣਾ ਕਰਦੇ ਗੁਰਬਾਣੀ ਤੋਂ, ਇੰਨਾ ਤਲਫਜ਼ ਅੱਛਾ ਉਹਨਾਂ ਦਾ, ਔਰ ਉਹਦੇ ਵਿੱਚ ਐਕਸਰਸਾਈਜ਼ ਅੱਛੀ ਉਹਨਾਂ ਦੀ, ਔਰ ਗੱਤਕਾ ਬੜਾ ਅੱਛਾ ਖੇਡਦੇ ਆ। ਇਹ ਗੱਲ ਹੈਗੀ ਹੈ। ਪਰ ਸਾਡੇ ਲੋਕਾਂ, ਸਾਡੇ ਬੱਚਿਆਂ ਨੂੰ, ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਚਾਹੀਦਾ ਕਿ ਇਹ ਵੀ ਥੋੜ੍ਹਾ ਬਹੁਤ ਉਸੇ ਤਰ੍ਹਾਂ ਦਾ ਸਿੱਖਣ, ਆਪਣੇ ਧਰਮ ਨੂੰ ਉਸੇ ਤਰ੍ਹਾਂ ਸਤਿਕਾਰ ਦੇਣ, ਉਸੇ ਤਰ੍ਹਾਂ ਅਰਦਾਸ ਨੂੰ ਸਤਿਕਾਰ ਦੇਣ, ਗੁਰਬਾਣੀ ਪੜ੍ਹਨ, ਔਰ ਗੁਰੂ ਮਹਾਰਾਜ ਦੇ ਦੱਸੇ ਉਪਦੇਸ਼ਾਂ 'ਤੇ ਚੱਲਣ। ਬਿਲਕੁਲ ਠੀਕ ਹੈ। ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਨਾ, ਤਲਫੁਜ਼। ਤਾਂ ਇੱਕ ਵਾਰੀ ਇੱਦਾਂ ਹੀ ਕਿਸੇ ਨੇ ਕਿਹਾ ਸੀ, ਕਹਿੰਦਾ ਤੁਹਾਡਾ ਤਲਫੁਜ਼ ਠੀਕ ਨਹੀਂ ਹੈ। ਕਹਿੰਦਾ ਕੀ ਹੋ ਗਿਆ ਮੇਰੇ ਤਾਲਾਫੂਸ ਨੂੰ? ਆਹੋ, ਤਾਲਾਫੂਸ। ਤਾਲਾਫੂਸ ਜਿਹੜਾ ਨਾ, ਤਲਫੁਜ਼ ਤੇ ਲੈ ਕੇ ਆਓ, ਪ੍ਰੋਨੰਸੀਏਸ਼ਨ ਹੈ ਨਾ, ਉਚਾਰਨ। ਬਿਲਕੁਲ ਠੀਕ ਹੈ। ਚਲੋ ਹੁਣ ਆਪਾਂ ਅੱਗੇ ਵਧੀਏ। ਪਹਿਲਾਂ ਤਾਂ ਅੱਗੇ ਦੂਰਦਰਸ਼ਨ ਤੁਹਾਨੂੰ ਜਦੋਂ ਲੈਂਦੇ ਸੀ ਮੁੰਡਿਆਂ ਨੂੰ, ਜਦੋਂ ਆਡੀਸ਼ਨ ਹੁੰਦਾ ਕਿ ਤਾਂ ਇਹ ਵੇਖਿਆ ਜਾਂਦਾ ਕਿ ਬੱਚੇ ਜਿਹੜੇ ਬੋਲ ਰਹੇ ਆ, ਇਹ ਇਹਨਾਂ ਦੇ ਸ਼ਬਦ ਕਿਸ ਤਰ੍ਹਾਂ ਦੇ ਹੈਗੇ ਆ, ਪੰਜਾਬੀ ਕਿਸ ਤਰ੍ਹਾਂ ਦੀ ਹੈਗੀ ਆ, ਵਾਵਾ ਬਾਬਾ 'ਚ ਕੀ ਫਰਕ ਇਹਨਾਂ ਦਾ ਹੈਗਾ, ਇਹ ਹੁੰਦਾ ਸੀ। ਤੁਸੀਂ ਤਾਂ ਖੁਦ ਹੈਗੇ ਜੇ ਉੱਥੇ, ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ। ਜੀ ਐਕਚੁਅਲੀ ਭਾਸ਼ਾ ਦਾ ਇਸਤੇਮਾਲ ਸਹੀ ਹੋਣਾ ਚਾਹੀਦਾ। ਸੋ ਆਪਾਂ ਅੱਗੇ ਵਧੀਏ। ਆਦੀਵਾਸੀਆਂ ਦੇ ਸ਼ਕਤੀਕਰਨ ਲਈ ਬਣੇ ਕਾਨੂੰਨਾਂ ਨੂੰ ਕਮਜ਼ੋਰ ਕਰ ਰਹੀ ਹੈ ਮੋਦੀ ਸਰਕਾਰ, ਇਹ ਰਾਹੁਲ ਗਾਂਧੀ ਦਾ ਕਹਿਣਾ। ਹਜੇ ਉਹ ਭਾਰਤ ਜੋੜੋ ਯਾਤਰਾ 'ਤੇ ਚੱਲਦੇ ਪਏ ਨੇ, ਭਾਰਤ ਜੋੜੋ ਅੰਦੋਲਨ ਚਲਾਇਆ ਹੋਇਆ ਉਹਨਾਂ ਨੇ, ਔਰ ਥਾਂ ਦੇ ਉੱਤੋਂ ਸਟੇਟਮੈਂਟਸ ਜਾਰੀ ਕਰਦੇ ਨੇ। ਔਰ ਇਸ ਵਕਤ ਆਦੀਵਾਸੀਆਂ ਦੇ ਜਿਹੜੇ ਰਾਈਟਸ ਨੇ ਉਹਦੇ ਉੱਤੇ ਕਿੱਦਾਂ ਡਾਕਾ ਪੈ ਰਿਹਾ, ਇਸ ਬਾਰੇ ਉਹ ਚਰਚਾ ਕਰ ਰਹੇ ਨੇ, ਔਰ ਇਹਦੀ ਜ਼ਿੰਮੇਵਾਰ ਉਹ ਡਾਇਰੈਕਟਲੀ ਕਹਿ ਰਹੇ ਨੇ ਕਿ ਮੋਦੀ ਸਰਕਾਰ ਹੈ। ਹਾਂ, ਇਹਨਾਂ ਨੇ ਮਹਾਰਾਸ਼ਟਰ 'ਚ ਭਾਰਤ ਜੋੜੋ ਜਿਹੜਾ ਸੀ ਹੁਣ ਕੰਪਲੀਟ ਕੀਤਾ। ਉੱਥੋਂ ਦੇ ਜਿਹੜੇ ਆਦਿਵਾਸੀ ਹੈ ਨਾ, ਜਿਹੜੇ ਜੰਗਲਾਂ 'ਚ ਰਹਿ ਰਹੇ, ਸਾਰਾ ਕੁਛ ਹੈਗਾ, ਉਹਨਾਂ ਨਾਲ ਮਿਲੇ ਆ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਕਹਿ ਰਹੇ ਆ। ਉਹ ਕਹਿੰਦੇ ਸਾਨੂੰ ਜੰਗਲੀ ਕਹਿੰਦੇ, ਜੰਗਲਾਂ 'ਚ ਰਹਿਣ ਵਾਲੇ, ਜਾਂ ਉਹ ਇੱਕ ਸ਼ਬਦ ਕਹਿ ਕੇ ਕਿਹਾ ਜਾਂਦਾ। ਉਹ ਕਹਿੰਦੇ ਜੀ ਤੁਸੀਂ ਤਾਂ ਆਦਿਵਾਸੀ ਜੀ, ਤੁਸੀਂ ਤਾਂ ਬਹੁਤ ਕੁਝ ਪੜ੍ਹ ਚੁੱਕੇ ਜੇ, ਬੜਾ ਕੁਝ ਹੋ ਗਿਆ। ਔਰ ਇੱਕ ਵੇਲੇ ਇਹ ਕਾਂਗਰਸ ਨੇ ਇੱਕ ਕਾਨੂੰਨ ਬਣਾਇਆ ਸੀਗਾ ਇਹਨਾਂ ਦੇ ਲਈ, ਆਦਿਵਾਸੀ ਕਾਨੂੰਨ, ਇਹਨਾਂ ਦੇ ਪਾਵਰਫੁਲ ਕਾਨੂੰਨ ਸੀਗਾ। ਹੁਣ ਉਹਨੂੰ ਇਹਨਾਂ ਨੇ, ਇਹ ਸਰਕਾਰ ਨੇ ਬਹੁਤ ਲਾਗੂ ਨਹੀਂ ਕੀਤਾ। ਔਰ ਉਹਨਾਂ ਦੇ ਵਿੱਚ ਉਹਨਾਂ ਨੂੰ ਸੀ ਕਿ ਉਹਨਾਂ ਨੂੰ ਘਰ ਬਣਾ ਕੇ ਦੇਣਗੇ, ਉਹਨਾਂ ਨੂੰ ਰੁਜ਼ਗਾਰ ਦੇਣਾ ਹੈਗਾ, ਉਹਨਾਂ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਦੇਣੀ ਆ, ਉਹ ਸਾਰਾ ਕੁਝ ਸੀਗਾ। ਇਹਨੇ ਹੁਣ ਆ ਕੇ ਦੁਬਾਰਾ ਉਹਨੂੰ ਹਿਲਾਇਆ, ਉਸ ਕਾਨੂੰਨ ਨੂੰ, ਤੇ ਗੱਲ ਕੀਤੀ ਉਹਨੇ ਭਾਰਤ ਜੋੜੋ 'ਚ। ਕਿਉਂਕਿ ਹੁਣ ਜਦੋਂ ਇੱਕ ਕਾਨੂੰਨ ਬਣਾ ਜਾਂਦੀ ਨਾ ਗੌਰਮੈਂਟ, ਜਿਹੜੀ ਇੱਕ ਪਾਰਟੀ ਹੁੰਦੀ ਹੈ, ਜਦੋਂ ਦੂਜੀ ਆਉਂਦੀ ਆ ਉਹ ਉਹਨੂੰ ਲਾਗੂ ਨਹੀਂ ਕਰੂਗੀ, ਉਹ ਉਹਨੂੰ ਇਗਨੋਰ ਕਰੂਗੀ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਤਾਂ ਦੂਜੀ ਪਾਰਟੀ ਦਾ ਬਣਾਇਆ ਪਿਆ। ਇਹ ਉਸ ਵੇਲੇ ਬਣਿਆ ਸੀ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ, ਉਸ ਸਮੇਂ ਦੀ ਗੱਲ ਆ। ਔਰ ਹੁਣ ਇਹਨਾਂ ਨੂੰ ਚਾਹੀਦਾ ਇਸ ਗੌਰਮੈਂਟ ਨੂੰ
ਕਿ ਉਹ ਗਰੀਬ ਲੋਕ ਨੇ ਵਿਚਾਰੇ, ਬੇਰੁਜ਼ਗਾਰ ਨੇ, ਹੈ ਨਾ, ਉਹਨਾਂ ਕੋਲ ਕੋਈ ਕੰਮ ਨਹੀਂ ਗਾ, ਕੋਈ ਇਹਨਾਂ ਕੋਲ, ਹੈ ਨਾ, ਰਹਿਣ ਲਈ ਖਾਣ ਪੀਣ ਨਹੀਂ ਗਾ, ਕੋਈ ਘਰ ਨਹੀਂ ਗਾ, ਔਰ ਉਹਨਾਂ ਨੂੰ ਜਾਂਗੜੀ ਕਹਿ ਕੇ ਮੰਨਿਆ ਜਾਂਦਾ ਅਜੇ ਤੱਕ। ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਇਸ ਧਾਰਾ ਨਾਲ ਜੋੜਨਾ ਚਾਹੀਦਾ, ਉਹਨਾਂ ਨੂੰ ਕਾਨੂੰਨ ਕਾਇਦੇ ਨਾਲ ਲਿਆਉਣਾ ਚਾਹੀਦਾ, ਔਰ ਇੱਥੇ ਜਿਹੜੇ ਸਿਵਲਾਈਜ਼ਡ ਲੋਕ ਨੇ ਉਹਨਾਂ ਵਿੱਚ ਬਿਠਾਉਣਾ ਚਾਹੀਦਾ ਵਾ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਇਹ ਵੀ ਉਹਨਾਂ ਦੇ ਵਿੱਚ ਪ੍ਰਭਾਵਸ਼ਾਲੀ ਤੌਰ 'ਤੇ ਹਿੱਸਾ ਪਾ ਸਕਣ। ਕਿਉਂਕਿ ਇਸ ਵੇਲੇ ਇਹਨਾਂ ਦਾ ਮੁੱਦਾ ਵੀ ਇਹੋ ਹੀ ਹੈ ਕਿ ਅਗਲੀਆਂ ਚੋਣਾਂ ਆ ਰਹੀਆਂ, ਇਹਨਾਂ ਨੂੰ ਨਾਲ ਜੋੜੀਏ, ਕਿਉਂਕਿ ਪਾਪੂਲੇਸ਼ਨ ਆਦਿਵਾਸੀਆਂ ਦੀ ਬਹੁਤ ਹਰ ਸਟੇਟ 'ਚ ਹੈਗੇ ਆ, ਪੰਜਾਬ ਨੂੰ ਛੱਡ ਕੇ ਜਾਂ ਦੂਜੇ ਬਾਕੀ ਜਿਹੜੇ ਬੈਕਵਰਡ ਸਟੇਟ ਆ ਉਹਨਾਂ 'ਚ ਬਹੁਤ ਬੈਠੇ ਆ, ਔਰ ਬੜੇ ਕਾਰੀਗਰ ਆ, ਬੜੇ ਅੱਛੇ ਕਾਰੀਗਰ ਆ, ਬੜਾ ਵਧੀਆ ਬਣਾਉਂਦੇ ਆ, ਬੜੇ ਅੱਛੇ ਡਾਂਸ ਇਹਨਾਂ ਦੇ, ਫੋਕ ਡਾਂਸ ਇਹਨਾਂ ਦੇ ਵੱਖਰੇ ਹੈ, ਲੈਂਗੁਏਜ ਇਹਨਾਂ ਦੀ ਵੱਖਰੀ ਹੈ, ਬੜਾ ਕੁਛ ਹੈਗਾ। ਪਰ ਇਹਨਾਂ 'ਤੇ ਜੇ ਇਹਨਾਂ ਪਿੰਨ ਪੁਆਇੰਟ ਨਹੀਂ ਕੀਤਾ, ਵੈਸੇ ਮੋਦੀ ਸਾਹਿਬ ਗਏ ਆ, ਬੜੀ ਜਗ੍ਹਾ 'ਤੇ ਗਏ, ਇਹਨਾਂ ਨੂੰ ਮਿਲੇ ਵੀ ਹੈਗਾ, ਕੀਤਾ ਉਹਨਾਂ ਨੂੰ ਹੀ ਕੰਮ, ਪਰ ਹੁਣ ਦਾ ਇੱਕ ਜਿਹੜਾ ਪਾਰਟੀ ਕਰ ਜਾਂਦੀ ਹੈ ਨਾ, ਉਹ ਆਪਣਾ ਅੱਗੇ ਹਾਈਲਾਈਟ ਜ਼ਿਆਦਾ ਕਰਦੀ ਹੈ। ਹੁਣ ਇਸ ਵੇਲੇ ਰਾਹੁਲ ਗਾਂਧੀ ਜੀ ਵੀ ਘੁੰਮ ਰਹੇ ਆ, ਇਹਨਾਂ ਨੇ ਉਹ ਜਿੰਨੇ ਵੀ ਆਦਿਵਾਸੀ ਆ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੇ ਬੱਚਿਆਂ ਨਾਲ ਮਿਲੇ ਆ, ਉਹਨਾਂ ਦੀ ਜਨਾਨੀਆਂ ਨੂੰ ਮਿਲੇ ਆ। ਹੁਣ ਮਹਾਰਾਸ਼ਟਰ ਤੋਂ ਬਾਅਦ ਹੁਣ ਉਹਨਾਂ ਨੇ ਮੱਧ ਪ੍ਰਦੇਸ਼ ਵੱਲ ਨੂੰ ਆਉਣਾ ਰੁੱਖ ਕੀਤਾ, ਔਰ ਉਹਦੇ ਵਿੱਚ ਜਿਹੜੇ ਇਹ ਬੈਕਵਰਡ ਏਰੀਆ ਜਿੱਥੋਂ ਆਏ ਆ, ਉਹਨਾਂ ਦੀ ਜ਼ਮੀਨਾਂ ਵੀ ਵੇਚਤੀਆਂ ਵਿਚਾਰਿਆਂ ਦੀਆਂ, ਉਹਨਾਂ ਦੇ ਸਾਰਾ ਕੁਝ ਘਰ-ਬਾਰ ਵੀ ਹੈ ਨਹੀਂ, ਔਰ ਮੋਦੀ ਸਾਹਿਬ ਨੇ ਦੇਖਿਆ ਉਹਨਾਂ ਨੂੰ ਜਾ ਕੇ, ਉਹ ਜਾ ਕੇ ਉਹਨਾਂ ਦੇ ਲਈ ਪੈਰਵਾਈ ਕੀਤੀ ਆ, ਉਹ ਫਾਲੋ ਕੀਤਾ, ਉਹਨਾਂ ਨੂੰ ਆਪ ਖੁਦ ਗਏ, ਪਰਸਨਲੀ ਗਏ ਆ। ਹੁਣ ਇਹਦੇ ਵਿੱਚ ਰਾਹੁਲ ਗਾਂਧੀ ਇਸ ਵੇਲੇ ਪੂਰਾ ਜ਼ੋਰ ਲਾ ਰਿਹਾ। ਐਕਚੁਅਲੀ ਬੇਸਿਕ ਗੱਲ ਹੈਗੀ ਕਿ ਵੋਟਾਂ ਜਿਹੜੀਆਂ ਹਰ ਪਾਰਟੀ ਚਾਹੁੰਦੀ ਹੈ ਕਿ ਇਹਨਾਂ ਦੀਆਂ ਵੋਟਾਂ ਸੁਤੇ ਸਿੱਧ ਸਾਡੇ ਬੈਂਕ 'ਚ ਆ ਜਾਣ, ਤਾਂ ਕਿ ਸਾਡਾ ਜਿਹੜਾ ਅਗਲਾ ਪ੍ਰਾਈਮ ਮਿਨਿਸਟਰ ਬਣਨ ਦਾ ਜਿਹੜਾ ਐਕਚੁਅਲੀ ਕੰਮ ਹੋ ਜੇ। ਬਿਲਕੁਲ ਠੀਕ ਹੈ, ਹਰ ਬੰਦਾ ਆਪਣੀ ਸੱਤਾ, ਆਪਣੀ ਕੁਰਸੀ ਚਾਹੁੰਦਾ ਹੈ। ਆਦੀਵਾਸੀਆਂ ਦੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਨਾ ਕਿ ਤਰੱਕੀ ਕਰਵਾਉਣੀ ਹੈ, ਆਦੀਵਾਸੀਆਂ ਨੂੰ ਤਰੱਕੀ ਕਰਵਾਉਣੀ ਹੈ, ਸਾਡੀ ਨਜ਼ਰ ਹੁੰਦੀ ਉਹਨਾਂ ਦੀ ਜ਼ਮੀਨ ਤੇ, ਔਰ ਉਹਨਾਂ ਜ਼ਮੀਨਾਂ ਦੇ ਥੱਲੇ ਜਿਹੜੇ ਨੈਚੁਰਲ ਸੋਰਸਿਸ, ਨੈਚੁਰਲ ਰਿਸੋਰਸਿਸ, ਜਿਹੜੇ ਖਜ਼ਾਨੇ ਛੁਪੇ ਹੋਏ ਨੇ, ਉਹਨਾਂ ਤੇ ਹੁੰਦੀ ਹੈ। ਔਰ ਗੱਲ ਕਹਿ ਕੇ ਕਿ ਆਦੀਵਾਸੀਆਂ ਦੀ ਤਰੱਕੀ ਵਾਸਤੇ, ਆਦੀਵਾਸੀਆਂ ਦੇ ਵਿਕਾਸ ਵਾਸਤੇ ਅਸੀਂ ਉੱਥੇ ਇਨਵੈਸਟਮੈਂਟਸ ਕਰ ਰਹੇ ਹਾਂ, ਉੱਥੇ ਬਾਕੀ ਕੰਪਨੀਆਂ ਨੂੰ ਇਨਵਾਈਟ ਕਰ ਰਹੇ ਹਾਂ, ਤੁਸੀਂ ਆ ਕੇ ਉੱਥੇ ਇੱਕ ਸਕੂਲ ਖੋਲੋ, ਕਾਲਜ ਖੋਲੋ, ਹਸਪੀਟਲ ਖੋਲੋ, ਯੂਨੀਵਰਸਿਟੀਆਂ ਖੋਲੋ, ਵਰਲਡ ਕਲਾਸ ਯੂਨੀਵਰਸਿਟੀਆਂ ਖੋਲੋ, ਇੱਥੋਂ ਤੱਕ ਗੱਲਾਂ ਹੁੰਦੀਆਂ ਨੇ। ਸੋ ਕਿਉਂ? ਕਿਉਂਕਿ ਇਸ ਆੜ ਦੇ ਵਿੱਚ ਉਹਨਾਂ ਨੂੰ ਉਹ ਇਲਾਕਾ ਚਾਹੀਦਾ ਹੈ, ਉਸ ਇਲਾਕੇ ਦੇ ਵਿੱਚ ਜਿਹੜੇ ਕੁਦਰਤੀ ਖਜ਼ਾਨੇ ਨੇ ਉਹ ਚਾਹੀਦੇ ਨੇ। ਜਦੋਂ ਉਹ ਉਹਨਾਂ ਦੇ ਹੱਥ ਪੈ ਜਾਂਦੇ ਨੇ, ਉਸ ਤੋਂ ਬਾਅਦ ਆਦੀਵਾਸੀਆਂ ਦੀ ਛੁੱਟੀ ਹੋ ਜਾਂਦੀ ਹੈ, ਉਹਨਾਂ ਤੋਂ ਇਲਾਕੇ ਖਾਲੀ ਕਰਵਾ ਦਿੰਦੇ ਨੇ, ਫਿਰ ਉਹਨਾਂ ਨੂੰ ਮਤਲਬ ਭਟਕਣ ਵਾਸਤੇ ਛੱਡ ਦਿੱਤਾ ਜਾਂਦਾ ਹੈ, ਉਹਨਾਂ ਦੇ ਵਾਸਤੇ ਕੁਝ ਨਹੀਂ ਹੁੰਦਾ। ਔਰ ਇਸੇ ਕਰਕੇ ਹੀ ਥਾਂ ਥਾਂ ਦੇ ਉੱਤੇ ਮੂਵਮੈਂਟਸ ਸ਼ੁਰੂ ਹੋਈਆਂ। ਜੇ ਇਹ ਚੀਜ਼ਾਂ ਨਾ ਹੋਣ ਤਾਂ ਵਾਕਈ ਆਦੀਵਾਸੀ ਨਾਲ ਖੜੇ ਹੋਣਗੇ, ਕਿਉਂਕਿ ਅਸੀਂ ਦੇਖਦੇ ਹਾਂ ਇੱਕ ਥਾਂ ਦੇ ਉੱਤੇ ਮੁੰਬਈ ਦੇ ਵਿੱਚ ਇੱਕ ਆਦੀਵਾਸੀ ਕਬੀਲਾ ਹੈ, ਉੱਥੋਂ ਦੇ ਇੱਕ ਲੀਡਰ ਰਹੇ ਨੇ, ਔਰ ਉਹਨਾਂ ਨੇ ਮੇਰਾ ਖਿਆਲ ਮੁੰਬਈ ਦੇ ਵਿੱਚ ਜਾਂ ਥਾਣੇ ਦੇ ਵਿੱਚ, ਜੇਲ੍ਹ ਦੇ ਵਿੱਚ ਆਪਣੀ ਜਾਨ ਦਿੱਤੀ ਸੀ ਦੇਸ਼ ਦੀ ਆਜ਼ਾਦੀ ਵਾਸਤੇ। ਕੋਈ ਭਗਵਾਨ ਵਰਮੁੰਡਾ ਸ਼ਾਇਦ ਇਸ ਤਰ੍ਹਾਂ ਦਾ ਕੋਈ ਨਾਮ ਲਿੱਤਾ ਜਾਂਦਾ ਹੈ ਉਹਨਾਂ ਦਾ, ਔਰ ਉਹਨਾਂ ਨੂੰ ਸਮਰਪਿਤ ਉਹ ਦਿਵਸ ਮਨਾਉਂਦੇ ਨੇ, ਯਾਨੀ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਉਹਨਾਂ ਦਾ ਹਿੱਸਾ ਰਿਹਾ। ਇੱਥੋਂ ਤੱਕ ਕਿ ਜਦੋਂ ਆਪਾਂ ਨਾਗਾਲੈਂਡ ਦੀ ਗੱਲ ਕਰਦੇ ਹਾਂ ਜਾਂ ਹੋਰ ਜੰਗਲੀ ਏਰੀਆ ਦੀ ਗੱਲ ਕਰਦੇ ਹਾਂ, ਅਸਾਮ ਸਾਈਡ ਜਾਂਦੇ ਹਾਂ, ਉੱਥੇ ਅੰਗਰੇਜ਼ ਐਂਟਰ ਨਹੀਂ ਕਰ ਸਕੇ ਸੀ, ਕਿਉਂਕਿ ਆਦੀਵਾਸੀ ਕਬੀਲੇ ਉਹਨਾਂ ਦਾ ਜਿਸ ਤਰ੍ਹਾਂ ਮੁਕਾਬਲਾ ਕਰਦੇ ਰਹੇ ਨੇ। ਸੋ ਜਿੱਥੇ ਤੱਕ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਨਾਲ ਇਹ ਵਿਤਕਰਾ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਸਾਰੀ ਜੋ ਕੁਦਰਤੀ ਸਾਧਨਾਂ ਦੀ ਜੋ ਉਹਨਾਂ ਦੀ ਜਾਇਦਾਦ ਹੈ ਉਹ ਲੁੱਟ ਲਈ ਜਾਂਦੀ ਹੈ, ਔਰ ਉਹਨਾਂ ਨੂੰ ਫਿਰ ਭਟਕਣ ਵਾਸਤੇ ਛੱਡ ਦਿੱਤਾ ਜਾਂਦਾ ਹੈ। ਉੱਥੇ ਆ ਕੇ ਉਹਨਾਂ ਦਾ ਵਿਸ਼ਵਾਸ ਟੁੱਟਦਾ ਹੈ। ਇਹ ਨਾ ਸਿਰਫ ਇੰਡੀਆ 'ਚ ਨਹੀਂ ਹੈਗੇ, ਇਹ ਹਰ ਥਾਂ ਤੇ ਹੈ। ਤੁਸੀਂ ਕੈਨੇਡਾ ਦੇਖ ਲਓ, ਅਫਰੀਕਾ ਵਿੱਚ ਵੀ ਹੈ, ਨਿਊਜ਼ੀਲੈਂਡ 'ਚ ਮੈਂ ਖੁਦ ਦੇਖਿਆ, ਜਿਹੜੇ ਬੀਚਿਸ ਦੇ ਆਲੇ ਦੁਆਲੇ ਘੁੰਮਦੇ, ਉੱਥੇ ਟੈਟੂ ਪਾਏ ਉਹਨਾਂ ਨੇ, ਔਰ ਡਾਂਸ ਵੱਖਰਾ ਕਰਦੇ ਆ। ਬੇਸਿਕਲੀ ਇਹਨਾਂ ਨੂੰ ਪੈਸਾ ਵੱਖਰਾ ਮਿਲਦਾ ਬਾਹਰਲੀ ਕੰਟਰੀਆਂ 'ਚ। ਮੂਲ ਨਿਵਾਸੀ ਹੈ ਉੱਥੋਂ ਦੇ, ਇਹਨਾਂ ਦਾ ਟੈਕਸ ਵੱਖਰੇ ਹੈਗੇ, ਕਿਉਂਕਿ ਧਰਤੀ ਦੇ ਅਸਲ ਮਾਲਕ ਇਹ ਹੈ। ਇਹਨਾਂ ਨੂੰ ਉਦੋਂ ਬਾਅਦ ਐਜੂਕੇਸ਼ਨ ਤੋਂ ਨੇੜੇ ਨਹੀਂ ਆਏ, ਐਜੂਕੇਸ਼ਨ ਇੰਨੀ ਜ਼ਿਆਦਾ ਨਹੀਂ ਸੀਗੀ, ਔਰ ਇਹਨਾਂ ਦੇ ਰੀਤੀ ਰਿਵਾਜ ਆਪਣੇ ਸੀਗਾ। ਜਿਹੜੇ ਆ ਗਏ ਸਿਵਲਾਈਜ਼ਡ ਲੋਕ ਆ ਗਏ, ਐਜੂਕੇਟਡ ਆ ਗਏ, ਉਹਨਾਂ ਨੇ ਇੱਥੇ ਗਲਬਾ ਪਾ ਲਿਆ, ਰਾਜ ਆਪਣੇ ਹੱਥ ਲੈ ਲਿਆ। ਇਹਨਾਂ ਤੇ ਇਸੇ ਤਰ੍ਹਾਂ ਟਾਪੂਆਂ ਦੇ ਵਿੱਚ, ਆਈਲੈਂਡ 'ਚ ਬਹੁਤ ਹੈਗੇ ਆ, ਸਾਡੇ ਨਿਕੋਬਾਰ, ਅੰਡੇਮਾਨ, ਗੋਆ, ਬਹੁਤ ਨੇ, ਹਰ ਜਗ੍ਹਾ ਹੈਗੇ। ਕਈ ਏਰੀਆ ਐਸੇ ਨੇ ਜਿੱਥੇ ਸਾਨੂੰ ਜਾਣਾ ਅਲਾਉਡ ਨਹੀਂ, ਕਿਉਂਕਿ ਉੱਥੇ ਜਾਂਦੇ ਹੀ ਉਹ ਕਿਲਿੰਗ ਕਰ ਦੇਣਗੇ, ਮਾਰ ਦੇਣਗੇ। ਆਸਟ੍ਰੇਲੀਆ 'ਚ ਵੀ ਹੈਗੇ, ਆਸਟ੍ਰੇਲੀਆ 'ਚ ਵੀ ਬੈਠੇ ਆ, ਕੈਨੇਡਾ 'ਚ ਵੀ ਹੈਗੇ ਆ, ਨਿਊਜ਼ੀਲੈਂਡ 'ਚ ਵੀ ਹੈਗੇ ਆ, ਅਮਰੀਕਾ 'ਚ ਵੀ, ਹਰ ਜਗ੍ਹਾ ਹੀ ਹੈ। ਕਿਉਂਕਿ ਮੂਲ ਨਿਵਾਸੀ ਇਹਨਾਂ ਨੇ ਧਰਤੀ ਪਹਿਲੋਂ ਆਕੂਪਾਈ ਕੀਤੀ, ਇਹਨਾਂ ਨੇ ਉਹ ਆਪਣੇ ਕਬਜ਼ੇ 'ਚ ਲਈ ਹੈ ਧਰਤੀ। ਜਿਹੜੇ ਟਾਪੂ ਸੀ ਜਿੱਥੇ ਨਹੀਂ ਸੀ ਹਵਾਈ ਜਹਾਜ਼ ਜਾਂਦੇ, ਜਿੱਥੇ ਨਹੀਂ ਸੀ ਜਾ ਸਕਦੇ, ਇਹ ਆਪ ਪਾਣੀ ਦੇ ਜ਼ਰੀਏ ਗਏ ਉੱਥੇ। ਉਹਨਾਂ ਦਾ ਸਾਰਾ ਜ਼ਰੀਆ ਪਾਣੀ ਸੀਗਾ, ਉੱਥੇ ਇਹਨਾਂ ਨੇ ਆਪਣੇ ਇਨਕਮ ਦੇ ਆਪਣੇ ਬੜੇ ਸੋਰਸ ਬਣਾ ਲਏ। ਉੱਥੇ ਡੰਗਰ ਰੱਖ ਲਏ, ਉੱਥੇ ਪਸ਼ੂ ਰੱਖੇ, ਔਰ ਡੇਅਰੀਆਂ ਪਾ ਲਈਆਂ। ਨੈਚੁਰਲ ਵਰਲਡ ਦੇ ਉੱਤੇ ਡਿਪੈਂਡ ਕਰਦੇ ਨੇ, ਬਹੁਤ ਕੰਮ ਕੀਤਾ, ਔਰ ਇਹ ਬੜੇ ਦਲੇਰ ਲੋਕ ਹੁੰਦੇ ਆ। ਔਰ ਇੱਕ ਚੀਜ਼ ਹੈ ਨਾ, ਮਤਲਬ ਅਸੀਂ ਦੇਖਦੇ ਹਾਂ, ਅਸੀਂ ਕਹਿੰਦੇ ਹਾਂ ਕਿ ਅਸੀਂ ਸਿਵਲਾਈਜ਼ਡ ਹੈ, ਔਰ ਇਹਨਾਂ ਨੂੰ ਅਨਸਿਵਲਾਈਜ਼ਡ ਕਹਿ ਦਿੰਦੇ ਹਾਂ। ਨੋ, ਇਹ ਸਿਵਲਾਈਜ਼ਡ ਨੇ, ਇਹ ਸਾਡੇ ਨਾਲੋਂ ਜ਼ਿਆਦਾ ਸਿਵਲਾਈਜ਼ਡ ਨੇ, ਕਿਉਂਕਿ ਇਹ ਨੇਚਰ ਦੇ ਕਰੀਬ ਨੇ। ਬਿਲਕੁਲ। ਇਹਨਾਂ ਨੇ ਇੱਕ ਮੈਂ ਇਹਨਾਂ ਦਾ ਇੱਕ ਲਿਟਰੇਚਰ ਦੇਖਿਆ ਸੀ, ਉਹਦੇ ਵਿੱਚ ਲਿਖਿਆ ਇਹਨਾਂ ਦੇ ਕਿਸੇ ਆਗੂ ਨੇ, ਆਦੀਵਾਸੀਆਂ ਦੇ ਆਗੂ ਨੇ, ਇਹ ਧਰਤੀ
ਇਹ ਸਾਰੇ ਕੁਦਰਤੀ ਸਾਧਨ, ਇਹ ਪਾਣੀ, ਇਹ ਹਵਾ, ਇਹ ਸੂਰਜ, ਇਹ ਸਭ ਦੇ ਸਾਂਝੇ ਨੇ, ਇਹ ਕਿਸੇ ਦੀ ਮਲਕੀਅਤ ਨਹੀਂ। ਔਰ ਇੱਕ ਜਗ੍ਹਾ ਰਾਈਟਿੰਗ ਮੈਨੂੰ ਮਿਲੀ ਬੜੀ ਖੂਬਸੂਰਤ, ਉਹ ਮੈਂ ਜ਼ਿਕਰ ਵੀ ਕਰਦਾ ਰਹਿਣਾ ਕਿ ਇੱਕ ਆਦੀਵਾਸੀ ਸ਼ਾਇਰ ਨੇ ਲਿਖਿਆ ਉਹਨਾਂ ਦੇ ਕਿ ਜਦੋਂ ਇਸ ਧਰਤੀ ਤੋਂ ਆਖਰੀ ਮੱਛੀ ਫੜੀ ਗਈ, ਜਦੋਂ ਇਸ ਧਰਤੀ ਦੀ ਆਖਰੀ ਨਦੀ ਸੁੱਕ ਗਈ, ਉਦੋਂ ਜਦੋਂ ਇਸ ਧਰਤੀ ਦਾ ਆਖਰੀ ਦਰਖਤ ਕੱਟਿਆ ਗਿਆ, ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਕੀ ਕੁਝ ਉਜਾੜ ਦਿੱਤਾ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ। ਔਰ ਹੁਣ ਇਸ ਪੈਸੇ ਨੂੰ ਖਾਧਾ ਨਹੀਂ ਜਾ ਸਕਦਾ ਕਿਉਂਕਿ ਕੁਦਰਤ ਦੇ ਪੱਲੇ ਤੁਸੀਂ ਕੁਝ ਛੱਡਿਆ ਹੀ ਨਹੀਂ। ਇੱਥੋਂ ਤੱਕ ਵੀ ਤੁਸੀਂ ਭੋਜਨ ਵੀ ਨਹੀਂ ਛੱਡਿਆ ਕੁਦਰਤ ਦੇ ਪੱਲੇ ਕਿ ਤੁਹਾਨੂੰ ਜਿਉਂਦੇ ਰੱਖਣ ਵਾਸਤੇ ਕੁਦਰਤ ਭੋਜਨ ਦੇ ਸਕੇ। ਤੁਸੀਂ ਇੰਨੇ ਪੈਸੇ ਦੀ ਹਵਸ 'ਚ, ਦੌਲਤ ਕਮਾਉਣ ਦੀ ਹਵਸ 'ਚ ਇੰਨੇ ਮਾਰੇ ਹੋਏ ਹੋ ਕਿ ਕੁਦਰਤ ਨੂੰ ਖਤਮ ਕਰੀ ਜਾ ਰਹੇ ਹੋ ਜੋ ਤੁਹਾਨੂੰ ਸਰਵਾਈਵਲ ਦਿੰਦੀ ਆ, ਜੋ ਤੁਹਾਨੂੰ ਜੀਵਨ ਦਿੰਦੀ ਆ। ਸੋ ਇਦਾਂ ਦੀ ਪੋਇਮ ਲਿਖਣ ਵਾਲੇ ਲੋਕ ਆਪਣੀਆਂ ਅਦਾਲਤਾਂ ਹੁੰਦੀਆਂ ਨੇ, ਅਨਸਿਵਲਾਈਜ਼ਡ ਨਹੀਂ ਹੋ ਸਕਦੇ। ਹਾਂ ਨਹੀਂ, ਇਹਨਾਂ ਦੇ ਸਕੂਲ, ਆਪਣੀਆਂ ਅਦਾਲਤਾਂ, ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੰਬਰਦਾਰ, ਜਿੰਨੇ ਸਰਪੰਚ, ਪੰਚਾਇਤਾਂ ਵੱਖਰੀਆਂ ਹੁੰਦੀਆਂ। ਇਹ ਕਬੀਲੇ ਆਪਣੀ ਤਰ੍ਹਾਂ ਦੇ ਰੱਖਦੇ ਆ ਔਰ ਮੈਰਿਜ ਵੀ ਜਿਹੜੀ ਆ ਉਹਨਾਂ ਦੇ ਆਪੋ ਵਿੱਚ ਉੱਥੇ ਕਰਦੇ ਆ, ਇਹ ਬਾਹਰ ਨਹੀਂ ਜਾਣ ਦਿੰਦੇ ਕਿਉਂਕਿ ਕਬੀਲੇ ਦਾ ਉਹ ਲੋਕ ਆਪਣੀ ਲੈਂਗੁਏਜ, ਆਪਣੀ ਭਾਸ਼ਾ, ਇਹਨਾਂ ਦਾ ਰਹਿਣ ਸਹਿਣ, ਕੱਪੜੇ ਉਹਨਾਂ ਦੇ ਵੱਖਰੇ ਆ, ਖਾਣ ਪੀਣ, ਇਹਨਾਂ ਦੇ ਫੂਡ ਵੀ ਆਪਣੀ ਤਰ੍ਹਾਂ ਦੇ, ਸਾਰਾ ਕੁਝ ਉਹ ਹੈਗਾ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਇੱਕ ਵੱਖਰੀ ਦੁਨੀਆ, ਇਹਨਾਂ ਦੀ ਇੱਕ ਵੱਖਰੀ ਦੁਨੀਆ ਹੈ, ਵੱਖਰਾ ਸਟੇਟ ਬਣਾ ਕੇ। ਯੈਸ, ਔਰ ਅਸੀਂ ਆਪਣੇ ਮੁਤਾਬਿਕ ਇਹਨਾਂ ਨੂੰ ਕਹਿ ਦਿੰਦੇ ਆ ਕਿ ਅਨਸਿਵਲਾਈਜ਼ਡ ਨੇ। ਨੋ, ਉਹ ਆਪਣੀ ਤਰ੍ਹਾਂ ਨਾਲ ਬਿਲਕੁਲ ਸਿਵਲਾਈਜ਼ਡ ਨੇ। ਇਦਾਂ ਦੇ ਅਸੀਂ ਕਿਸੇ ਨੂੰ ਕਹਿ ਦਿੰਦੇ ਨੇ ਆਪਣੇ ਨਾਲ ਮੁਕਾਬਲਾ ਕਰਦੇ ਹੋਏ ਕਿ ਫਲਾਣਾ ਬੰਦਾ ਮੰਦ ਬੁੱਧੀ ਹੈ, ਉਹਦਾ ਦਿਮਾਗ ਜ਼ਿਆਦਾ ਕੰਮ ਨਹੀਂ ਕਰਦਾ। ਤੇ ਐਲਬਰਟ ਆਇਨਸਟਾਈਨ ਜੋ ਦੁਨੀਆ ਦੇ ਮੰਨੇ ਪਰਮੰਨੇ ਵਿਗਿਆਨਿਕ ਨੇ, ਜੇ ਅਸੀਂ ਉਹਨਾਂ ਦੇ ਮੁਕਾਬਲੇ 'ਚ ਆਪਣੇ ਆਪ ਨੂੰ ਦੇਖੀਏ ਤਾਂ ਅਸੀਂ ਮੰਦ ਬੁੱਧੀ ਹਾਂ, ਸਾਡਾ ਦਿਮਾਗ ਉਹਨਾਂ ਕੰਮ ਨਹੀਂ ਕਰਦਾ ਜਿੰਨਾ ਐਲਬਰਟ ਆਇਨਸਟਾਈਨ ਦਾ ਕੰਮ ਕਰਦਾ। ਜਿਹੜੇ ਮੱਛੀਆਂ ਫੜਨ ਵਾਲੇ ਆ ਉੱਥੇ ਰਹਿੰਦੇ ਆ, ਇਦਾਂ ਦਾ ਕੰਮ ਉਹਨਾਂ ਦਾ। ਹਰ ਬੰਦਾ ਆਪਣੇ ਇਹ ਨਹੀਂ ਕਿ ਜੇ ਤੁਸੀਂ ਸੂਟਡ ਬੂਟਡ ਕੱਪੜੇ ਪਾ ਲਏ, ਚੰਗੇ ਸ਼ੂਜ਼ ਪਾ ਕੇ, ਫਿਰ ਤੁਸੀਂ ਕਹੇ ਸਿਵਲਾਈਜ਼ਡ ਬਣ ਗਏ। ਸਿਵਲਾਈਜ਼ਡ ਇਦਾਂ ਨਹੀਂ ਬਣਿਆ ਜਾਂਦਾ। ਸਿਵਲਾਈਜ਼ਡ ਤੇ ਚੰਗੀ ਸੋਚ ਨਾਲ, ਸੰਸਕਾਰਾਂ ਨਾਲ, ਚੰਗੇ ਨਾਲ, ਕੱਪੜੇ ਨੇੜੇ ਨਾਲ ਨਹੀਂ ਬਣਦਾ ਬੰਦਾ। ਹਰ ਬੰਦਾ ਆਪਣੀ ਤਰ੍ਹਾਂ ਨਾਲ ਸਿਵਲਾਈਜ਼ਡ ਹੈ। ਅਸੀਂ ਆਪਣੇ ਨਾਲ ਮੁਕਾਬਲਾ ਨਾ ਕਰੀਏ ਕਿਸੇ ਦਾ, ਔਰ ਕਿਸੇ ਦਾ ਮੁਕਾਬਲਾ ਆਪਣੇ ਨਾਲ ਵੀ ਨਹੀਂ, ਔਰ ਆਪਣੇ ਆਪ ਦਾ ਵੀ ਮੁਕਾਬਲਾ ਕਿਸੇ ਨਾਲ ਨਹੀਂ। ਮੁੱਦਾ ਠੀਕ ਲਿਆ ਨੇ। ਯੈਸ, ਅਸੀਂ ਸਭ ਆਪਣੀ ਆਪਣੀ ਜਗ੍ਹਾ ਇੰਟੈਲੀਜੈਂਟ ਵੀ ਹਾਂ, ਸਿਵਲਾਈਜ਼ਡ ਵੀ ਹਾਂ। ਸੋ ਜੀ ਅੱਗੇ ਚੱਲਦੇ ਹਾਂ ਹੁਣ ਆਪਾਂ। ਜੋ ਕੁੱਲ ਹਿੰਦ ਕਿਸਾਨ ਯੂਨੀਅਨ ਦੇ ਕਿਸਾਨ ਨੇ ਉਹ 26 ਨਵੰਬਰ ਨੂੰ ਰਾਜ ਭਵਨ ਵੱਲ ਮਾਰਚ ਕਰਨਗੇ। ਕਿਸਾਨਾਂ ਦੇ ਮਸਲੇ ਉੱਥੇ ਦੇ ਉੱਥੇ, ਮਤਲਬ ਤੁਹਾਡਾ ਕਿਹਾ ਸਿਰ ਮੱਥੇ, ਪੰਚਾਂ ਦਾ ਕਿਹਾ ਸਿਰ ਮੱਥੇ, ਪਤਨਾਲਾ ਉੱਥੇ ਦਾ ਉੱਥੇ, ਉਹ ਹਿਸਾਬ ਹੈਗਾ। ਸਾਲ ਹੋ ਗਿਆ ਵਾਅਦੇ ਕੀਤਿਆਂ ਨੂੰ। ਆਪਣੇ ਗੁਰੂ ਨਾਨਕ ਬਾਬਾ ਜੀ ਦਾ ਵੀ ਪ੍ਰਕਾਸ਼ ਉਤਸਵ ਅਸੀਂ ਮਨਾ ਬੈਠੇ ਹਾਂ, ਸਾਲ ਹੋ ਚੁੱਕਾ ਹੈ, ਹਜੇ ਤੱਕ ਮੰਗਾਂ ਉੱਥੇ ਹੀ ਨੇ, ਸੇਮ ਗੱਲਾਂ ਉੱਥੇ ਹੀ ਨੇ, ਜਿਵੇਂ ਗੱਡਾ ਚੱਕੜ ਚੜਿਆ ਹੋਇਆ, ਪਤਾ ਨਹੀਂ ਕਿੰਨੇ ਧੱਕਾ ਲਾ ਕੇ ਕੱਢਣਾ ਉਹਨੂੰ। ਤੇ ਕਿਸਾਨ ਯੂਨੀਅਨ ਇੱਕ ਵਾਰੀ ਫਿਰ ਤੋਂ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਤਿਆਰ ਹੁੰਦੀ ਪਈ ਹੈ। ਜੇ 26 ਤਰੀਕ ਤਾਂ ਆਉਣੀ, ਉਹਦੇ ਤੇ ਇਹਨਾਂ ਨੇ ਮੋਰਚਾ ਲਾ ਕੇ ਤੇ ਵਿਧਾਨ ਸਭਾ ਵਾਲੇ ਪਾਸੇ ਨੂੰ ਜਾਣਾ ਵਾ। ਉਹਨਾਂ ਨੇ ਘੇਰਾਬੰਦੀ ਕਰਨੀ ਹੈ, ਚੰਡੀਗੜ੍ਹ ਨੂੰ ਜਾਣਗੇ। ਪਰ ਉਦੋਂ ਪਹਿਲੋਂ ਇਸ ਵੇਲੇ ਪੰਜਾਬ ਦੇ 6 ਜਗ੍ਹਾ ਤੇ ਇਹਨਾਂ ਦੇ ਮੋਰਚੇ ਲੱਗੇ ਪਏ ਆ ਔਰ ਖ਼ਾਸ ਤੌਰ ਤੇ ਜਿਹੜਾ ਫਰੀਦਕੋਟ ਆ, ਉੱਥੇ ਜਗਜੀਤ ਸਿੰਘ ਜੀ ਇਹਨਾਂ ਦੇ ਜਿਹੜੇ ਪੈਰੋਕਾਰ ਨੇ, ਨੁਮਾਇੰਦੇ ਨੇ, ਉਹਨਾਂ ਨੇ ਭੁੱਖ ਹੜਤਾਲ ਰੱਖ ਲਈ ਹੈ। ਉਹ ਚਾਹੁੰਦੇ ਨੇ ਕਿ ਮੈਂ ਇੰਨੀ ਦੇਰ ਨਹੀਂ ਉੱਠੂੰਗਾ ਜਿੰਨੀ ਦੇਰ ਤੱਕ CM ਸਾਹਿਬ ਮੇਰੇ ਨਾਲ ਗੱਲ ਕਰਕੇ ਸਾਨੂੰ ਦੱਸਣਗੇ ਨਹੀਂ ਕਿ ਅਸੀਂ ਤੁਹਾਡੀਆਂ ਮੰਗਾਂ ਪ੍ਰਵਾਨ ਕਰ ਲਈਆਂ। ਔਰ ਉਹਨਾਂ ਨੇ ਇਹ ਕਿਹਾ, ਉਹਨਾਂ ਨੂੰ ਗੁੱਸਾ ਇਸ ਗੱਲ ਦਾ ਕਿ ਉਹਨਾਂ ਨੇ ਕੋਈ ਇਹਨਾਂ ਨੂੰ ਗੱਲ ਕਹੀ ਸੀ ਕਿ ਮੰਗ ਮੰਗੀ ਸੀ ਵੀ ਸਾਡੀ ਆਹ ਪੂਰੀ ਕਰ ਦਿਓ, ਉਹ ਉਹਨਾਂ ਨਹੀਂ ਪੂਰੀ ਕੀਤੀ ਔਰ ਇਹਨਾਂ ਨੇ ਇਗਨੋਰ ਕਰ ਦਿੱਤਾ ਇਹਨਾਂ ਦੀ ਗੱਲਾਂ ਨੂੰ। ਹੁਣ ਇਹਨਾਂ ਨੇ ਉਸੇ ਤਰ੍ਹਾਂ ਤੇ 6ਵਾਂ ਦਿਨ ਅੱਜ ਉਹ 6 ਜਗ੍ਹਾ ਤੇ ਇਹ ਆਪਣਾ ਆਪਣਾ ਲਾ ਕੇ ਬੈਠੇ ਆ ਡੇਰਾ। ਔਰ ਇਹਦੇ ਵਿੱਚ ਲੋਕਾਂ ਨੂੰ ਥੋੜ੍ਹੀ ਜਿਹੀ ਆਲੋਚਨਾ ਲੋਕਾਂ ਨੇ ਕੀਤੀ ਕਿ ਲੋਕਾਂ ਦੇ ਆਵਾਜਾਈ 'ਚ ਵਿਘਨ ਪਿਆ। ਉਹਨਾਂ ਨੇ ਹੁਣ ਕਰ ਲਈ ਮੀਟਿੰਗ ਕੀਤੀ ਇਹਨਾਂ ਦੀ ਸਾਰੀਆਂ ਜਥੇਬੰਦੀਆਂ ਨੇ ਕਿ ਅਸੀਂ ਰਾਹ ਦੇਵਾਂਗੇ ਉਹਨਾਂ ਨੇ ਲੰਘਣ ਲਈ। ਔਰ ਇਹਨਾਂ ਨੇ ਜਿਹੜੇ ਟੂਲ ਪਲਾਜ਼ਾ ਉਹ ਖੋਲ੍ਹ ਦਿੱਤੇ ਆ, ਉਹ ਟੂਲ ਪਲਾਜ਼ੇ 'ਤੇ ਓਪਨ ਹੋ ਗਿਆ। ਅੱਗੇ ਵੀ ਜਦੋਂ 1.5 ਸਾਲ ਕੋਈ ਟੂਲ ਪਲਾਜ਼ਾ ਚੱਲਿਆ ਨਹੀਂ ਔਰ ਉਹ ਬੰਦ ਪਏ ਸੀ, ਉੱਥੇ ਇਹਨਾਂ ਦੇ ਆਪਣੇ ਮੋਰਚੇ ਲੱਗੇ ਸੀ। ਐਤਕੀ ਵੀ ਇਹਨਾਂ ਨੇ ਕਰਤਾ ਵੀ ਸਾਰੇ ਓਪਨ ਹੋ ਗਏ ਆ। ਲੋਕ ਇਸ ਗੱਲੋਂ ਤਾਂ ਸੁਖੀ ਹੋ ਗਏ, ਜਿਹੜੇ 400-500 ਦਿੰਦੇ ਸੀਗੇ ਉਹਦਾ ਪੈਟਰੋਲ ਪਾ ਕੇ ਤੇ ਆਪਣੀ ਗੱਡੀ ਭਜਾਓ। ਉਹ ਹੁਣ ਇਹ ਫਾਇਦਾ ਲੋਕ ਦੇ ਚਾਹੁੰਦੇ ਆ ਕਿ ਕੋਈ ਨਹੀਂ, ਇਹਨਾਂ ਨੇ ਜੇ ਲੰਮਾ ਸਮਾਂ ਵੀ ਕਰ ਲਿਆ ਇੱਥੋਂ ਤਾਂ ਬਚਾਂਗੇ ਨਾ। ਜਦੋਂ ਕਿ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਮੈਂ ਆ ਜਿਹੜਾ ਟੂਲ ਪਲਾਜ਼ੇ ਬੰਦ ਕਰਵਾ ਰਿਹਾ, ਸੰਗਰੂਰ ਵਾਲਾ ਤਾਂ ਕਰਵਾਤਾ ਆਪਣੇ ਏਰੀਏ ਦਾ, ਇੱਧਰੋਂ ਬਾਕੀ ਰਹਿੰਦੇ, ਬਾਕੀ ਬਾਦਲ ਸਾਹਿਬ ਨੇ ਕਰਵਾਏ ਸੀਗੇ। ਮਾਲਵਾ ਥੋੜ੍ਹਾ ਜਿਹਾ ਬਚਿਆ, ਲੁਧਿਆਣੇ ਵਾਲਾ ਕ੍ਰਾਸ ਕਰਦੇ ਸਤਲੁਜ, ਉੱਥੇ ਜਾ ਕੇ ਤੁਹਾਨੂੰ 1100-1200 ਰੁਪਈਆ ਦੇਣਾ ਪੈਂਦਾ। ਅੰਮ੍ਰਿਤਸਰ ਨੂੰ 3-4 ਲੱਗੇ ਆ, ਤੇ ਤੂੰ ਜੰਡਿਆਲਾ ਗੁਰੂ ਤੋਂ ਅੱਗੇ ਚੱਲਦੇ ਆ, ਉਹ ਵੀ ਲੱਗੇ 10 ਕਿਲੋਮੀਟਰ 'ਤੇ ਵੀ ਲੱਗਾ। ਅੱਗੇ ਇਹਨਾਂ ਨੇ ਕਿਹਾ ਹੈਗਾ ਕਿ ਆਪਣੇ ਗ੍ਰਹਿ ਮੰਤਰੀ ਨੇ, ਅਮਿਤ ਸ਼ਾਹ ਜੀ ਨੇ, ਕਿ ਇੱਥੇ 60 ਕਿਲੋਮੀਟਰ ਦੇ ਏਰੀਏ ਤੋਂ ਅਸੀਂ ਅੱਗੇ ਸ਼ੁਰੂ ਕਰਾਂਗੇ, ਕਿ ਇਹਦਾ ਪਿੰਡ 60 ਕਿਲੋਮੀਟਰ ਆ ਨਾ, ਉੱਥੋਂ ਤੱਕ ਨਹੀਂ ਦੇਵਾਂਗੇ, ਅਗਲੇ ਤੋਂ ਜਾ ਕੇ ਸ਼ੁਰੂ ਹੋਗਾ। ਪਰ ਉਹ ਗੱਲ ਫਿਰ ਵੀ ਪ੍ਰੈਕਟੀਕਲ ਤੌਰ ਤੇ ਨਹੀਂ ਆਈ, ਉੱਥੇ ਦੀ ਉੱਥੇ ਰਹਿ ਗਈ। 6 ਜਗ੍ਹਾ ਤੇ ਪੰਜਾਬ ਦੇ ਜਿੱਥੇ ਕਿਸਾਨ ਯੂਨੀਅਨ ਦੇ ਮੋਰਚੇ ਲੱਗੇ ਆ, ਉੱਥੇ ਲੋਕਾਂ ਨੂੰ ਥੋੜ੍ਹਾ ਵਿਘਨ ਤਾਂ ਪੈਂਦਾ ਆਵਾਜਾਈ 'ਚ, ਪਰ ਲੋਕ ਇਹ ਚਾਹੁੰਦੇ ਰਹੇ ਕਿ ਸਾਨੂੰ ਘੱਟੋ ਘੱਟ ਜਗ੍ਹਾ ਤਾਂ ਮਿਲ ਜੇ ਆਉਣ ਜਾਣ ਲਈ। ਕਈ ਵਿਚਾਰੇ ਪੜ੍ਹਨ ਜਾ ਰਹੇ ਆ, ਕੋਈ ਇੰਟਰਵਿਊ 'ਤੇ ਜਾ ਰਿਹਾ, ਕੋਈ ਵਿਚਾਰਾ ਬਿਮਾਰ ਆ ਉਹਨੇ ਜਾਣਾ।
ਔਰ ਇਹਨਾਂ ਨੇ ਉਹਨਾਂ ਮਸਲਾ ਹੱਲ ਕਰ ਲਿਆ। ਇਹਨਾਂ ਦੀ ਜਥੇਬੰਦੀਆਂ ਨੇ ਕਹਿਤਾ ਕਿ ਅਸੀਂ ਉਹਨਾਂ ਨੂੰ ਰਾਹ ਦੇਵਾਂਗੇ, ਕੋਈ ਸੜਕ ਨਹੀਂ ਰੋਕਾਂਗੇ। ਅੱਗੇ ਰੇਲਵੇ ਲਾਈਨਾਂ ਵੀ ਰੋਕਦੇ ਰਹੇ, ਬੜਾ ਕੁਛ ਹੁੰਦਾ ਰਿਹਾ। ਪਰ ਹੁਣ ਅੱਜ ਗੱਲ ਚੱਲ ਰਹੀ ਹੈ ਪੰਜਾਬ ਗੌਰਮੈਂਟ ਨਾਲ ਇਹਨਾਂ ਦੇ ਨੁਮਾਇੰਦਿਆਂ ਦੀ। ਹੋ ਸਕਦਾ ਅੱਜ ਕੋਈ ਕੰਮ ਸਮਾਪਤ ਹੋ ਜੇ, ਕਿਸੇ ਨਾ ਕਿਸੇ ਗੱਲ ਬਿਲੇ ਲੱਗ ਜੇ, ਕਿਉਂਕਿ ਜਿਹੜੀ ਪੰਜਾਬ ਗੌਰਮੈਂਟ ਹੈ ਵੀ ਥੋੜ੍ਹੀ ਲਿਮਿਟ ਹੈ ਗੱਲ ਹੀ ਕਿ ਥੋੜ੍ਹਾ ਬਹੁਤ ਜੋ ਕੁਛ ਅਸੀਂ ਕਰ ਲਈਏ, ਪਰ ਜੋ ਸੈਂਟਰ ਦੇ ਹੱਥ 'ਚ ਆ ਉਹ ਰਹਿ ਜਾਂਦਾ ਉੱਥੇ। ਹੁਣ ਇਹ MSP ਮੰਗ ਰਹੇ ਆ, ਜਿਹੜੀ ਘੱਟੋ ਘੱਟ ਸਮਰਥਨ ਮੁੱਲ ਆ ਕੁਝ ਫਸਲਾਂ ਦਾ, ਜਿਹੜੀਆਂ ਆਉਣ ਵਾਲੀਆਂ ਫਸਲਾਂ ਹੈਗੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਕਣਕ ਦਾ ਜਿਹੜਾ ਰੇਟ ਤੇ ਇਹਨਾਂ ਨੇ ਦੇ ਦਿੱਤਾ ਜਿਹੜਾ ਹੈਗਾ। ਹੁਣ ਆ ਝੋਨੇ ਦਾ ਜਿਹੜਾ ਵਾਜਬ ਨਹੀਂ ਸੀ ਮਿਲ ਰਿਹਾ, ਉਹਦੇ 'ਚ ਮੂੰਗੀ ਦਾ ਉਹ ਨਹੀਂ ਸੀ ਮਿਲ ਰਿਹਾ ਇਹਨਾਂ ਨੂੰ, ਹੋਰ ਜਿਹੜੀਆਂ ਸਬਜ਼ੀਆਂ ਦੇ ਉਹਨਾਂ ਦੇ ਵੀ ਹੈਗੇ। ਉਹ ਇਹਦੇ ਤੱਕ ਇਹਨਾਂ ਨੇ ਕਮੇਟੀ ਬਣਾਈ ਸੀ ਸੈਂਟਰ ਨੇ, ਜਿਸ 'ਚ ਨਰਿੰਦਰ ਰਾਵਤ ਜੀ ਸੀਗੇ ਮੰਤਰੀ, ਉਹਦੇ ਨਾਲ ਸੀਗੇ ਪਿਊਸ਼ ਗੋਇਲ ਜੀ, ਔਰ ਉਹ 'ਚ ਇਹਨਾਂ ਨੇ ਕਿਹਾ ਹੈਗਾ ਕਿ ਇੱਕ ਨੁਮਾਇੰਦਾ ਤੁਸੀਂ ਆਪਣਾ ਦੇ ਦਿਓ ਕਿਸਾਨਾਂ ਨੂੰ। ਇਹਨਾਂ ਨੇ ਗੱਲ ਮੰਨੀ, ਸਾਰਾ ਕੁਛ ਆ। ਉਹ ਪਾਰਟੀ ਉੱਥੇ ਦੀ ਉੱਥੇ ਰਹੀ, ਕਮੇਟੀ ਬਣੀ ਕੋਈ ਨਹੀਂ ਹੈਗੀ, ਉਹ ਸਾਰੇ ਦਾ ਸਾਰਾ ਮਸਲਾ ਉੱਥੇ ਰਿਹਾ। ਮੇਨ ਮੁੱਦਾ ਇਹ ਸੀ ਇਹਨਾਂ ਦੇ ਘੱਟੋ ਘੱਟ ਸਮਰਥਨ ਮੁੱਲ ਦਾ, ਉਹ ਕਿਸੇ ਪਾਸੇ ਨਹੀਂ ਲੱਗਿਆ। ਪੰਜਾਬ ਗੌਰਮੈਂਟ ਉਹ ਕਰ ਨਹੀਂ ਸਕਦੀ ਕਿਉਂਕਿ ਇਹਨੂੰ ਸੈਂਟਰ ਕਰਦਾ, ਸੈਂਟਰ ਨੇ ਦੇਣਾ ਹੁੰਦਾ। ਪੰਜਾਬ ਗੌਰਮੈਂਟ ਨੇ ਪਰ ਇੱਕ ਕਰ ਦਿੱਤਾ ਸੀ ਜਿਹਦੇ ਵਿੱਚ ਇਹਨਾਂ ਨੇ ਮੂੰਗੀ ਦਾ ਜੋ ਕੋਈ ਰੇਟ ਦੇਣਾ ਸੀ ਉਹਨਾਂ ਨੇ 7000 ਤੋਂ ਉੱਪਰ 7300 ਦੇ ਦਿੱਤਾ ਸੀ ਉਹਨਾਂ ਨੇ, ਔਰ ਬਾਕੀ ਮਸਲੇ ਉਸੇ ਤਰ੍ਹਾਂ ਦੇ। ਹੁਣ ਜੇ ਕਿਸਾਨ ਆਪਣਾ ਬੀਜਦਾ ਫਸਲ, ਉਹਦਾ ਵੱਧ ਤੋਂ ਵੱਧ ਝਾੜ ਲੈਂਦਾ, ਫਿਰ ਉਹ ਵੇਚੇ ਕਿੱਥੇ ਵਿਚਾਰਾ? ਔਰ ਇਹਦੇ ਵਿੱਚ ਪਤਾ ਜਿਹੜੀ ਤੁਸੀਂ ਗੱਲ ਕਰਦੇ ਚੋਰ ਮੋਰੀਆਂ ਵੀ ਆ, ਬਾਹਰੋਂ ਟਰਾਲੀਆਂ ਟਰੱਕ ਆਉਂਦੇ, ਉਹ ਵੇਚ ਜਾਂਦੇ ਇੱਥੇ। ਹਾਂ, ਆੜ੍ਹਤੀ ਉਹਨਾਂ ਨੂੰ ਪੈਸਾ ਦੇ ਦਿੰਦੇ ਜ਼ਿਆਦਾ। ਬਿਲਕੁਲ ਠੀਕ ਹੈ ਬਲਕਾਰ ਜੀ, ਕਿਉਂਕਿ ਕਿਸਾਨਾਂ ਦਾ ਮੁੱਦਾ ਆਪਾਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ। ਉਹੀ ਉਹ ਗੱਲਾਂ, ਉਹੀ ਉਹ ਬਾਤਾਂ। ਮਤਲਬ ਮੁੱਖ ਦੀ ਗੱਲ ਇਹ ਹੈ ਕਿ ਜਦੋਂ ਤੱਕ ਕਿਸਾਨੀ ਤੇ ਕਿਸਾਨ ਅਮੀਰ ਨਹੀਂ ਹੁੰਦੇ, ਜਦੋਂ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੁੰਦੀ ਜੋ ਵਾਅਦੇ ਕੀਤੇ ਗਏ ਨੇ, ਉਦੋਂ ਤੱਕ ਨਾ ਦੇਸ਼ ਦਾ ਕਲਿਆਣ ਹੋਣਾ, ਨਾ ਸਮਾਜ ਦਾ ਕਲਿਆਣ ਹੋਣਾ। ਕਿਉਂਕਿ ਸਾਰੇ ਦੀ ਸਾਰੀ ਅਰਥ ਵਿਵਸਥਾ ਜਿੰਨੀ ਮਰਜ਼ੀ ਬਿਜ਼ਨਸ ਕਰੀ ਜਾਓ, ਫਿਰ ਜਾ ਕੇ ਟਿਕੇਗੀ ਤਾਂ ਕਿਸਾਨੀ ਦੇ ਉੱਤੇ ਟਿਕੇਗੀ। ਜਦੋਂ ਤੱਕ ਕਿਸਾਨ ਜਿਹੜਾ ਮੂਲ ਉਧਾਰ ਹੁੰਦਾ ਹੈ ਕਿਸੇ ਵੀ ਦੇਸ਼ ਦੀ ਇਕਨੋਮੀ ਦਾ, ਉਹ ਸਟਰੋਂਗ ਨਹੀਂ ਹੈ, ਉਦੋਂ ਤੱਕ ਇਕਨੋਮੀ ਸਟਰੋਂਗ ਨਹੀਂ ਹੋ ਸਕਦੀ। ਕਿਉਂਕਿ ਵਪਾਰ ਬਣਾ ਦਿੱਤਾ ਹੈ ਤੁਸੀਂ ਖੇਤੀਬਾੜੀ ਨੂੰ। ਠੀਕ ਹੈ, ਕਿਸੇ ਹੱਦ ਤੱਕ ਤੁਸੀਂ ਵਪਾਰੀਕਰਨ ਕਰ ਸਕਦੇ ਹੋ, ਪਰ ਪੂਰੀ ਤਰ੍ਹਾਂ ਨਹੀਂ, ਕਿਉਂਕਿ ਖੇਤੀਬਾੜੀ ਸਰਵਾਈਵਲ ਹੈ, ਫੂਡ ਆ, ਸਰਵਾਈਵਲ ਹੈ ਸਾਡਾ। ਇਸ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਦੈਟ ਇਜ਼ ਵਾਈ ਇਹ ਥੋੜ੍ਹਾ ਦੂਸਰੇ ਬਿਜ਼ਨਸ ਨਾਲੋਂ ਡਿਫਰੈਂਟ ਹੋਏਗਾ। ਇਹ ਉਹ ਪ੍ਰੋਡਕਟਸ ਨਹੀਂ ਹੈਗੀਆਂ ਜਿਹੜੀਆਂ ਇੰਡਸਟਰੀਅਲ ਪ੍ਰੋਡਕਟਸ ਹੋਣਗੀਆਂ, ਜਿਹੜੀਆਂ ਸੁਪਰਫਿਸ਼ੀਅਲ ਥਿੰਗਸ ਅਸੀਂ ਬਣਾ ਦਿੰਦੇ ਹਾਂ ਜਿਹਦੀ ਲੋੜ ਵੀ ਨਹੀਂ ਹੁੰਦੀ। ਉਹ ਸੁਪਰਫਿਸ਼ੀਅਲ ਥਿੰਗਸ ਮਾਰਕੀਟ ਬਣਾਉਂਦੀਆਂ ਨੇ। ਪਰ ਅੱਜ ਇਹ ਜੋ ਐਗਰੀਕਲਚਰ ਹੈ, ਇਹਦੇ ਵਿੱਚ ਕੋਈ ਸੁਪਰਫਿਸ਼ੀਅਲ ਚੀਜ਼ਾਂ ਨਹੀਂ ਹੈਗੀਆਂ, ਇਹਦੇ 'ਚ ਸਾਰੀਆਂ ਨੈਚੁਰਲ ਚੀਜ਼ਾਂ ਨੇ ਜੋ ਸਾਨੂੰ ਜਿਉਂਦਿਆਂ ਰੱਖਦੀਆਂ ਨੇ। ਇਸ ਕਰਕੇ ਇਸ ਨੂੰ ਬਿਜ਼ਨਸ ਵਾਕਨ ਲੈਣ ਦਾ ਤਰੀਕਾ ਵੱਖਰਾ ਹੋਣਾ ਚਾਹੀਦਾ ਬਾਕੀ ਬਿਜ਼ਨਸ ਨਾਲੋਂ। ਸੋ ਬਿਜ਼ਨਸ ਵਾਲੀ ਸੋਚ ਜ਼ਰੂਰ ਹੋਵੇ ਕਿ ਬੀਜ ਤੋਂ ਲੈ ਕੇ ਮਾਰਕੀਟ ਤੱਕ ਪੂਰਾ ਸਟਰਕਚਰ ਕਿੱਦਾਂ ਦਾ ਹੋਣਾ ਚਾਹੀਦਾ, ਪਰ ਉਹ ਬਿਜ਼ਨਸ ਬਾਕੀ ਬਿਜ਼ਨਸ ਨਾਲੋਂ ਵੱਖਰਾ ਹੋਏਗਾ, ਕਿਉਂਕਿ ਇਹ ਸਰਵਾਈਵਲ ਦਾ, ਇਹ ਆਪਣੇ ਆਪ ਨੂੰ ਜਿਉਂਦਿਆਂ ਰੱਖਣ ਦਾ ਸਵਾਲ ਹੈ। ਮੇਰਾ ਖਿਆਲ ਹੈ ਕਿ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਾਫੀ ਵਾਰ ਹੋ ਚੁੱਕੀ ਹੈ ਕਿ ਜੇ ਦੇਸ਼ ਦਾ ਕਿਸਾਨ, ਜੇ ਪੰਜਾਬ ਦਾ ਕਿਸਾਨ ਗਰੀਬ ਹੋ ਗਿਆ, ਹੋਰ ਗਰੀਬ ਕਰ ਦਿੱਤਾ ਨਾ, ਜਿਹਨੂੰ ਧਨਾੜ ਨਹੀਂ ਬਣਾਇਆ, ਤਾਂ ਪੂਰੇ ਦੇਸ਼ ਦਾ ਵੀ ਇਹੀ ਸਟੇਟਸ ਬਣ ਜਾਊਗਾ। ਜੇ ਕਿਸਾਨ ਅਮੀਰ ਹੈ, ਜੇ ਕਿਸਾਨ ਕੋਲ ਪੈਸਾ ਹੈਗਾ, ਜੇ ਕਿਸਾਨ ਕੋਲ ਬੈਂਕ ਬੈਲੈਂਸ ਹੈਗਾ, ਜਿਹਦੇ ਕੋਲ ਚੰਗੀ ਜ਼ਮੀਨ ਹੈਗੀ ਆ, ਤਾਂ ਉਹ ਦੇਸ਼ ਵੀ ਪੂਰਾ ਅੱਗੇ ਜਾਊਗਾ। ਨਹੀਂ ਤਾਂ ਫਿਰ ਦੇਸ਼ ਵੀ ਢਹਿੰਦੀਆਂ ਘਾਲਾਂ ਵਾਲੇ ਪਾਸੇ ਜਾ ਸਕਦਾ, ਕਿਉਂਕਿ ਇਹ ਅਨਾਜ ਦਾ ਦਾਤਾ ਹੈਗਾ। ਇਹ ਅਨਾਜ ਇਹਨੇ ਪੈਦਾ ਕਰਨਾ, ਇਹਨੇ ਸਾਰਾ ਕੁਛ ਲਿਆਉਣਾ, ਉਸ ਤੋਂ ਅੱਗੇ ਬਾਈ ਪ੍ਰੋਡਕਟ ਉਹ ਚੀਜ਼ਾਂ ਬਣਦੀਆਂ ਇਹਦੇ ਅਨਾਜ ਤੋਂ ਹੀ। ਜੇ ਕਣਕ ਤੇ ਪੈਦਾ ਕਰੂਗਾ ਤਾਂ ਕਣਕ ਤੋਂ ਕੀ ਕੁਛ ਬਣਦਾ? ਇਕੱਲੀ ਰੋਟੀ ਨਹੀਂ ਬਣਦੀ, ਹੋਰ ਬੜਾ ਕੁਛ ਬਣਦਾ। ਔਰ ਉਹਦੇ ਤੋਂ ਬਾਅਦ ਜਿਹੜੀ ਇਹਨਾਂ ਕੋਲ ਮੱਕੀ ਜਿਹੜੀ ਬੀਜਦੇ ਆ, ਕਿੰਨੇ ਜਾਂਦੀ, ਉਹਦਾ ਕੀ ਕੁਛ ਬਣਦਾ ਹੈਗਾ, ਔਰ ਲਿਫਾਫਿਆਂ 'ਚ ਬੰਦ ਹੋ ਕੇ ਕੀ ਕੁਛ ਬਣਦਾ, ਬੱਚੇ ਖਾਂਦੇ ਵੀ ਗਿਆ। ਹਰ ਕੰਟਰੀ 'ਚ ਜਾਂਦੀ ਹੈ, ਹਰ ਦੇਸ਼ 'ਚ ਉਹਨੂੰ ਭੇਜਿਆ ਜਾਂਦਾ। ਫਿਰ ਝੋਨੇ ਦਾ ਦੇਖ ਲਓ ਕਿੱਥੇ ਦਾ ਕਿੱਥੇ ਹੁੰਦਾ, ਕਿੱਥੇ ਸਪਲਾਈ ਕਰਦਾ ਹੈ। ਸਭ ਚੀਜ਼ਾਂ ਦਾ ਬਹੁਤ ਇਹ ਚੀਜ਼ਾਂ ਜੇ ਬਰਕਰਾਰ ਰੱਖੇਗੀ ਗੌਰਮੈਂਟ, ਜੇ ਧਿਆਨ ਦੇਊਗੀ ਔਰ ਉਹਨਾਂ ਦੀ ਮਾਰਕੀਟ ਕਰੂਗੀ ਆਪ, ਤਾਂ ਫਿਰ ਤਾਂ ਦੇਸ਼ ਰਹੂਗਾ ਅਗਲੇ ਪਾਸੇ। ਨਹੀਂ ਤਾਂ ਫਿਰ ਅਸੀਂ ਉਸੇ ਤਰ੍ਹਾਂ ਨਿਰਭਰ ਹੋ ਜਾਵਾਂਗੇ ਜਿੱਦਾਂ ਕਿ ਅਮਰੀਕਾ ਤੋਂ ਕਣਕ ਆਉਂਦੀ ਰਹੀ ਆਪਾਂ ਨੂੰ, ਰਸ਼ੀਆ ਤੋਂ ਕਣਕ ਆਉਂਦੀ ਰਹੀ। ਉਹ ਨਹੀਂ ਤਾਂ ਸਾੜ ਦਿੰਦੇ ਸੀਗੇ, ਫਿਰ ਇੰਡੀਆ ਨੂੰ ਦਿੰਦੇ ਰਹੇ। ਫਿਰ ਇੱਥੇ ਮੈਕਸੀਕਨ ਕਣਕ ਦਾ ਆਪਾਂ ਬਹੁਤ ਵਾਰੀ ਜ਼ਿਕਰ ਕੀਤਾ, ਉਹ ਬੀਜੀ, ਉਹ ਲਾਲ ਰੰਗ ਦੀ ਕਣਕ ਹੁੰਦੀ, ਉਹ ਵਡਾਣ ਕਣਕਾਂ ਕਰ ਦਿੱਤੀਆਂ ਪਾਸੇ, ਉਹਨਾਂ ਦਾ ਝਾੜ ਬਹੁਤ ਥੋੜ੍ਹਾ ਸੀ। ਇਹ ਜਦੋਂ ਕਣਕ ਆ ਗਈ, ਉਹਨੂੰ ਬਾਅਦ ਝਾੜ ਹੀ ਝਾੜ ਹੋ ਗਿਆ, ਔਰ ਇਹ ਆਪਣੇ ਆਪ ਸੈਲਫ ਡਿਪੈਂਡੈਂਟ ਹੋ ਗਏ। ਬਿਲਕੁਲ ਜੀ, ਹੁਣ ਤਾਂ ਇਹ ਵੀ ਹੋਣ ਲੱਗਾ ਹੈ ਕਿ ਬਲਕਿ ਹੋ ਵੀ ਰਿਹਾ ਕਿ ਗੰਨੇ ਦਾ ਜੂਸ ਵੀ ਇੱਦਾਂ ਪੈਕ ਕਰਕੇ, ਜਿਵੇਂ ਬਾਕੀ ਜੂਸ ਹੁੰਦੇ ਨੇ ਨਾ, ਗੰਨੇ ਦਾ ਰਸ ਇੱਦਾਂ ਪੈਕ ਕਰਕੇ ਵਿਦੇਸ਼ਾਂ ਵਿੱਚ ਵੀ ਸਪਲਾਈ ਕੀਤਾ ਜਾਵੇ। ਐਗਰੀਕਲਚਰ ਯੂਨੀਵਰਸਿਟੀ ਜੋ ਲੁਧਿਆਣਾ ਦੀ ਹੈ, ਉਹ ਇਸ ਪਾਸੇ ਵੀ ਕੰਮ ਕਰਨ ਜਾ ਰਹੀ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਮਿਸਰ ਵਿੱਚ ਚੱਲ ਰਹੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿੱਚ ਫੰਡ ਕਾਇਮ ਕਰਨ ਤੇ ਸਹਿਮਤੀ ਹੋ ਗਈ ਹੈ। ਜਿਹੜਾ COP27 ਚੱਲਦਾ ਪਿਆ ਉੱਥੇ,
ਉਹਦੇ ਵਿੱਚ ਇਹ ਫੰਡ ਰੱਖਿਆ ਜਾਵੇ, ਕਿਉਂਕਿ ਜਿਹੜੇ ਗਰੀਬ ਮੁਲਕ ਨੇ ਸ਼ੁਰੂ ਤੋਂ ਰੌਲਾ ਪਾਉਂਦੇ ਪਏ ਨੇ ਕਿ ਅਸੀਂ ਇੰਨਾ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜਿੰਨਾ ਵੱਡੇ ਡਿਵੈਲਪਡ ਦੇਸ਼ ਪਹੁੰਚਾਉਂਦੇ ਨੇ, ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਇਦਾਂ ਦਾ ਹੈ, ਉਹ ਆਪਣਾ ਲਾਈਫ ਸਟਾਈਲ ਚੇਂਜ ਨਹੀਂ ਕਰਨਾ ਚਾਹੁੰਦੇ। ਇੰਡਸਟਰੀਆਂ ਉਹਨਾਂ ਕੋਲ ਆ, ਉਹਨਾਂ ਕੋਈ ਸਾਰਾ ਕੁਝ ਹੈਗਾ, ਉਹੀ ਜਲਵਾਯੂ ਨੂੰ ਉਹੀ ਖਰਾਬ what they say living for excess is our way of life। ਸੋ ਉਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਜਿਹੜੇ ਗਰੀਬ ਮੁਲਕ ਨੇ ਉਹਨਾਂ ਨੂੰ ਸੈਟਬੈਕ ਦਿੰਦੀਆਂ ਨੇ, ਉਹਨਾਂ ਨੂੰ ਕਿਤੇ ਕਿਤੇ ਸੱਟ ਮਾਰਦੀਆਂ ਨੇ। ਉਸ ਚੀਜ਼ ਨੂੰ ਰੋਕਣ ਲਈ ਇਹ ਫੰਡ ਹੈ। ਇਹਦੇ ਉੱਤੇ ਬਹੁਤ ਦੇਰ ਤੋਂ ਕੋਸ਼ਿਸ਼ ਹੋ ਰਹੀ ਸੀ, ਚਲੋ ਹੁਣ ਦੇਰ ਆਏ ਦਰੁਸਤ ਆਏ, ਫੰਡ ਬਣ ਗਿਆ। ਹੁਣ ਦੇਖੋ ਉਸ ਫੰਡ ਦੇ ਵਿੱਚ ਕਿੰਨਾ ਪੈਸਾ ਆਉਂਦਾ ਤੇ ਕਿਹੜੇ ਮੁਲਕ ਨੂੰ ਕਿੰਨਾ ਰਿਲੀਜ਼ ਕੀਤਾ ਜਾਂਦਾ, ਉੱਥੇ ਕਿੰਨਾ ਖਰਚ ਹੁੰਦਾ। ਪਰ ਇੱਕ ਚੀਜ਼ ਜਿਹੜਾ ਗ੍ਰੀਨ ਐਨਰਜੀ, ਜਿਹੜੀ ਆਲਟਰਨੇਟਿਵ ਐਨਰਜੀ ਅਸੀਂ ਲੈਣਾ ਚਾਹੁੰਦੇ ਹਾਂ, ਗ੍ਰੀਨ ਐਨਰਜੀ ਦੇ ਉੱਤੇ ਗ੍ਰੀਨ ਹਾਊਸ ਇਫੈਕਟ ਤੇ ਉਹ ਹੈ ਨਾ ਜਲਵਾਯੂ ਪਰਿਵਰਤਨ, ਜਿਹੜੀ ਗ੍ਰੀਨ ਐਨਰਜੀ ਲੈਣਾ ਚਾਹੁੰਦੇ ਨੇ, ਨੈਚੁਰਲ ਐਨਰਜੀ, ਗ੍ਰੀਨ ਐਨਰਜੀ ਜਿਹੜੀ ਜਲਵਾਯੂ ਨੂੰ ਨੁਕਸਾਨ ਨਹੀਂ ਪਹੁੰਚਾਏਗੀ, ਉਹਦੇ ਉੱਤੇ ਹਜੇ ਕੋਈ ਸਹਿਮਤੀ ਨਹੀਂ ਬਣੀ। ਹਾਲਾਂਕਿ ਇੰਡੀਆ ਉਹਦੇ 'ਚ ਲੀਡ ਕਰਦਾ, ਇੰਡੀਆ ਲੀਡ ਕਰਦਾ ਗ੍ਰੀਨ ਐਨਰਜੀ ਦੇ ਵਿੱਚ। ਇਹ ਦੇਖੋ ਬੜਾ ਮਾਮਲਾ, ਇਹ ਮਸਲਾ ਬੜਾ ਲਟਕ ਰਿਹਾ ਹੈ ਬੜੀ ਦੇਰ ਤੋਂ, ਔਰ ਇਹਦੇ 'ਚ ਮਿਸਰ 'ਚ ਜਾ ਕੇ ਜਦੋਂ ਇਹ ਹੋਇਆ ਸਮਾਗਮ, ਇਸ ਸੰਮੇਲਨ ਦੇ ਵਿੱਚ ਜਿਹੜੇ ਵਿਕਾਸਸ਼ੀਲ ਦੇਸ਼ ਉਹ ਵੀ ਗਏ, ਦੂਜੇ ਜਿਹੜੇ ਡਿਵੈਲਪ ਕੰਟਰੀ ਉਹ ਵੀ ਆਏ, ਔਰ ਉਹਨਾਂ ਨੇ ਵੇਖਿਆ ਕਿ ਜਿਹੜਾ ਪਹਿਲਾਂ ਇਹਨਾਂ 'ਤੇ ਦੋਸ਼ ਮੜਿਆ ਜਾਂਦਾ ਸੀ ਕਿ ਇਹ ਸਾਰਾ ਵਾਤਾਵਰਨ ਨੂੰ, ਸਾਰੀ ਜਲਵਾਯੂ ਨੂੰ ਖਰਾਬ ਕਰ ਰਹੇ ਆ, ਜਿਹੜੀ ਕੰਟਰੀ ਅਜੇ ਵਿਕਾਸ ਕਰ ਰਹੇ ਆ। ਪਰ ਹੁਣ ਉਹਨਾਂ ਨੇ ਇਹ ਦਰਮਿਆਨ ਸਾਰੀ ਗੱਲਬਾਤ ਹੋਈ ਆ, ਐਕਸਪਰਟ ਗਏ ਉੱਥੇ, ਜਿਹੜੇ ਕੰਟਰੋਲ ਬੋਰਡ ਦੇ ਮੈਂਬਰ ਨੇ ਉਹ ਵੀ ਗਏ ਆ, ਔਰ ਵਾਤਾਵਰਨ ਨੂੰ ਸੰਭਾਲ ਰੱਖਣ ਵਾਲੇ ਵੀ ਗਏ ਉੱਥੇ, ਸਾਇੰਟਿਸਟ ਗਏ ਉੱਥੇ। ਉਹਨਾਂ ਨੇ ਦੱਸਿਆ ਕਿ ਕੀ ਪ੍ਰੋਬਲਮ ਆ ਗਈ ਹੈ, ਮਹਿਜ਼ ਕਿਹੜੇ ਦੇਸ਼ ਵੱਲੋਂ ਇਹ ਸਾਰਾ ਕੁਝ ਹੋਇਆ। ਉਹਦੇ 'ਚ ਚਾਈਨਾ ਨਹੀਂ ਸੀ ਮੰਨਦਾ, ਪਰ ਚਾਈਨਾ ਨੂੰ ਇਹਨਾਂ ਨੇ ਨੁਕਰੇ ਲਾ ਕੇ ਲੈਂਦਾ ਉਹਨੂੰ ਕਿ ਤੂੰ ਸਾਰਾ ਕੁਝ ਇਕੱਠਾ ਤਾਂ ਕਰਕੇ ਵੇਚ ਰਿਹਾ ਹਰ ਕੰਟਰੀ 'ਚ, ਪਰ ਇਹਦੀ ਫੰਡਿੰਗ ਦੇ ਵਿੱਚ ਪੈਸਾ ਜਿਹੜਾ ਚਾਈਨਾ ਨੂੰ ਦੇਣਾ ਪਊਗਾ ਉਹ ਮੰਨ ਵੀ ਗਿਆ। ਔਰ ਪੈਸਾ ਉਹ ਦੇਣਗੇ ਜਿਹੜੇ ਦੇਸ਼ ਇਸ ਵੇਲੇ ਬਿਲਕੁਲ ਡਿਵੈਲਪ ਕੰਟਰੀ ਹੈ, ਉਹ ਦੇਣਗੇ। ਜਿਹੜੇ ਗਰੀਬ ਦੇਸ਼ ਆ ਜਿਨ੍ਹਾਂ ਦੇ ਵਿੱਚੋਂ ਅਜੇ ਤੱਕ ਇਹ ਮਾਮਲਾ ਉਸੇ ਤਰ੍ਹਾਂ ਦਾ ਉੱਥੇ ਦਾ ਉੱਥੇ ਹੀ ਉਹਨਾਂ 'ਤੇ ਮੜਿਆ ਗਿਆ ਸੀ ਕਿ ਕੰਮ ਕਰਕੇ ਅਤੇ ਵਾਤਾਵਰਨ ਨੂੰ ਖਰਾਬ ਕਰ ਰਹੇ। ਪਰ ਹੁਣ ਇਹਨਾਂ ਨੇ ਕਹਿਤਾ ਗ੍ਰੀਨ ਹਾਊਸ ਜਿਹੜੇ ਆ ਉਹਨਾਂ ਦੇ ਵਿੱਚ ਅਸੀਂ ਜਿਹੜੀ ਪ੍ਰੋਟੈਕਸ਼ਨ ਲਈ ਲਾਏ ਆ, ਜਿਹਦੇ ਵਿੱਚ ਬੂਟੇ ਵੀ ਪੈਦਾ ਹੁੰਦੇ ਆ, ਗ੍ਰੀਨਰੀ ਮੇਨਟੇਨ ਕਰਨ ਲਈ ਵੀ ਰੱਖ ਰਹੇ ਆ ਸਾਰਾ ਕੁਝ, ਉਹ ਹੁਣ ਉਸੇ ਤਰ੍ਹਾਂ ਰੱਖਣਗੇ। ਜਿਹੜੇ ਵਾਤਾਵਰਨ ਨੂੰ ਸੰਭਾਲਣ ਵਾਲੇ ਦੇਸ਼ ਨੇ ਉਹਨਾਂ ਨੂੰ ਉਹਨਾਂ ਨੇੜੇ ਲਿਆਂਦਾ। ਔਰ ਇਹਨਾਂ ਨੇ ਸਭ ਤੋਂ ਵੱਡਾ ਇਹ ਕਿਹਾ ਕਿ ਜਿਹੜਾ ਤੁਸੀਂ ਕਿਹਾ ਹੋਣਾ ਕਿ ਜਿਹੜੀ ਹੈ ਨਾ ਟਰੀ ਪਲਾਂਟੇਸ਼ਨ, ਇਹ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਜਦੋਂ ਕਿ ਇੰਡੀਆ 'ਚ ਇਹਦਾ ਘਾਟ ਰਿਹਾ। ਅਸੀਂ ਜੰਗਲ ਸ਼ਾਂਗ 'ਤੇ ਕੱਟ ਦਿੱਤੇ, ਬੜਾ ਕੁਝ ਹੋ ਗਿਆ। ਔਰ ਪੰਜਾਬ ਦੇ ਵਿੱਚ ਵੀ ਸਾਡੇ ਕੋਲ ਜਿੰਨੇ ਵੀ ਟੂਰਿਸਟ ਪਲੇਸਿਸ ਆ ਉਹਨਾਂ ਵਿੱਚ ਇੰਨੇ ਰੁੱਖਾਂ ਵਾਲੇ ਅਜੇ ਉਹ ਨਹੀਂ, ਜਦੋਂ ਕਿ ਜੰਗਲਾਤ ਮਹਿਕਮੇ ਹੈਗੇ ਆ ਉਹਨਾਂ ਦੇ ਵਿੱਚ ਹੈਗਾ। ਪਰ ਇੰਡੀਆ ਨੇ ਉੱਥੇ ਲੀਡ ਕੀਤੀ ਇਸ ਮਾਮਲੇ 'ਚ, ਇੰਡੀਆ ਵੱਲੋਂ ਇਹ ਗੱਲ ਆ। ਪਰ ਇੰਡੀਆ ਜਿਹੜਾ ਇਹਦੇ ਵਿਕਾਸਸ਼ੀਲ ਦੇਸ਼ਾਂ ਵਿੱਚੋਂ ਆਊਗਾ ਔਰ ਇਹਨੂੰ ਪੈਸੇ ਮਿਲ ਸਕਦੇ ਇਹਦੇ ਵਿੱਚੋਂ, ਜਿਹੜਾ ਫੰਡਿੰਗ ਤਿਆਰ ਹੋ ਰਹੀ ਹੈ। ਪਰ ਹੁਣ ਦੇਖੋ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕੀਤਾ, ਕਲੈਕਸ਼ਨ ਹੋਣੀ ਉਹਦੇ 'ਚ, ਹੁਣ ਉਹ 'ਚ ਕਿਹਦਾ ਨੰਬਰ ਲੱਗਦਾ, ਕਿੱਥੇ ਆਉਣਾ। ਇਹਨਾਂ ਦੀ ਐਕਸਪਰਟ ਕਮੇਟੀ ਬਣਾਤੀ ਕਿ ਉਹ ਸਰਵੇ ਕਰੂਗੀ ਹਰ ਕੰਟਰੀ ਦਾ, ਕਿੱਥੇ ਕੀ ਲੋਕੇਸ਼ਨ ਹੈਗੀਆਂ, ਕਿੱਥੇ ਕੀ ਖਰਾਬ ਹੋ ਰਿਹਾ, ਜਿੱਥੇ ਮਾਰੂਥਲ ਆ, ਜਿੱਥੇ ਜਾ ਕੇ ਰੇਤਾ ਵਾ, ਜਿੱਥੇ ਤੁਹਾਨੂੰ ਪਾਣੀ ਨਜ਼ਰ ਨਹੀਂ ਆਉਂਦਾ, ਉਹ ਇਲਾਕਿਆਂ ਨੂੰ ਇਹਨਾਂ ਥੋੜ੍ਹਾ ਜਿਹਾ ਪਹਿਲਾਂ ਦੇਖ ਰਹੇ ਆ। ਜਿੱਦਾਂ ਅਰਬ ਦੇ ਕੁਝ ਕੰਟਰੀ ਹੈਗੀਆਂ, ਮਿਸਰ 'ਚ ਤਾਂ ਇਹਨਾਂ ਰੱਖਿਆ ਕਿ ਉਹ ਕੰਟਰੀ ਜਿਹੜੀ ਆ ਨਾ ਉਜਾੜ ਬੀਆਬਾਨ ਆ ਸਾਰੇ ਪਾਸੇ, ਉੱਥੇ ਇੰਨੀ ਨਫਰੀ ਨਹੀਂ, ਨਾ ਕੋਈ ਪਾਪੂਲੇਸ਼ਨ ਆ। ਇਸ ਕਰਕੇ ਇਹਨਾਂ ਵੱਡੇ ਕੰਟਰੀਆਂ ਨੇ ਵੇਖੀ ਇਹ ਤਾਂ ਬਾਗ ਬਹਾਰਾਂ 'ਚ ਰਹਿੰਦੇ ਆ। ਹੁਣ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੱਥੇ ਤਾਂ ਤੁਹਾਨੂੰ ਦੇਖਦਾ ਜਾਂ ਆਬਸ਼ਾਰ, ਦੇਖੋ ਕਿੰਨੇ ਸੋਹਣੇ ਫੁੱਲ, ਕਿੰਨਾ ਕੁਛ ਹੈਗਾ। ਪਰ ਜਿਹੜੇ ਮਾਰੂਥਲ 'ਚ ਵਿਚਾਰੇ ਪੈਰ ਸਾੜ ਰਹੇ ਆ, ਉਹਨਾਂ ਦੇਸ਼ਾਂ ਦੇ ਲਈ ਚਾਹੀਦਾ ਕਿ ਉਹਨਾਂ ਨੂੰ ਕੁਝ ਕਰਨਾ ਚਾਹੀਦਾ। ਇੱਥੇ ਹੜ੍ਹ ਵੀ ਆਉਂਦੇ ਆ, ਹੜ੍ਹਾਂ ਨੂੰ ਰੋਕਣ ਲਈ ਵੀ ਪਾਣੀ ਦੀ ਸਭ ਕੁਝ ਚਾਹੀਦਾ। ਔਰ ਇੱਕ ਪਾਸੇ ਦੇਖੋ ਨਵਾਂ ਤਜਰਬਾ ਹੋ ਰਿਹਾ, ਸਮੁੰਦਰ ਦੇ ਵਿੱਚ ਇੱਕ ਦੇਸ਼ ਬਣ ਰਿਹਾ ਜਿਹਦੇ ਵਿੱਚ ਕਹਿੰਦੇ ਨੇ ਕਿ 30-40 ਹਜ਼ਾਰ ਲੋਕ ਰਹਿ ਸਕਣਗੇ। ਐਡਾ ਵੱਡਾ ਸ਼ਹਿਰ ਬਣਾ ਰਹੇ ਨੇ, ਲੋਕਾਂ ਨੂੰ ਡੋਬ ਕੇ ਮਾਰਨਾ ਦੇਣਾ, ਪਤਾ ਨਹੀਂ ਉੱਥੇ ਸੁਨਾਮੀ ਆ ਗਈ ਤੇ ਕੀ ਕਰਾਂਗੇ। ਸੁਨਾਮੀ ਆ ਸਕਦੀ ਆ। ਚਲੋ ਅੱਗੇ ਆਪਾਂ ਵਧੀਏ। ਅੱਗੇ ਇੱਕ ਖਾਸ ਨਿਊਜ਼ ਹੈ ਜੋ ਦੇਸ਼ ਦਾ ਬਜਟ, ਭਾਰਤ ਸਰਕਾਰ ਦਾ ਬਜਟ ਹੈ ਨਾ, ਔਰ ਬਜਟ ਬਣਨ ਦੀ ਹੁਣ ਤਿਆਰੀ ਹੋ ਰਹੀ ਹੈ। ਸਾਡੇ ਬੜੇ ਲਿਆਉਂਦੇ ਜੀ ਖੁੰਦਰਾਂ 'ਚੋਂ ਪੁੱਟ ਕੇ ਲਿਆਉਂਦੇ ਮਸਲੇ। ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਸੀਤਾਰਮਨ ਜੀ, ਉਹ ਕੋਸ਼ਿਸ਼ ਕਰ ਰਹੇ ਨੇ, ਮੀਟਿੰਗ ਸ਼ੁਰੂ ਹੋ ਗਈਆਂ ਨੇ ਕਿ ਨਵਾਂ ਬਜਟ ਕਿੱਦਾਂ ਦਾ ਪੇਸ਼ ਕੀਤਾ ਜਾਵੇ। ਵੈਸੇ ਇੱਕ ਚੀਜ਼ ਹੈ, ਕਈ ਵਾਰ ਆਪਾਂ ਕਹਿੰਦੇ ਹਾਂ ਕਿ ਆਮ ਲੋਕਾਂ ਵਾਸਤੇ ਬਜਟ 'ਚ ਕੀ ਹੁੰਦਾ ਹੈ, ਇਹ ਤੇ ਕਾਰਪੋਰੇਟ ਪੱਖੀ ਹੁੰਦੇ ਨੇ, ਬਿਜ਼ਨਸਮੈਨ ਨੂੰ ਹੋਰ ਅਮੀਰ ਕਰਨਾ ਹੁੰਦਾ ਹੈ, ਤੇ ਆਮ ਲੋਕ ਨੂੰ ਕੀ ਇੰਟਰਸਟ ਹੈ ਬਜਟ ਆਵੇ ਨਾ ਆਵੇ, ਕਿਉਂਕਿ ਉਹ ਤਾਂ ਉਹੀ ਹੈ, ਕੰਮ ਕਰਾਂਗੇ ਤੇ ਰੋਟੀ ਖਾਵਾਂਗੇ, ਨਹੀਂ ਤਾਂ ਕੀ ਕਰਾਂਗੇ। ਸੋ ਇਹ ਕਈ ਵਾਰ ਤਾਂ ਲੱਗਦਾ ਕਿ ਬਜਟ ਜਿਹੜਾ ਨਾ ਇੱਕ ਜੁਗਾੜ ਜਿਹਾ ਹੀ ਬਣਾ ਕੇ ਦੇ ਦਿੰਦੇ ਨੇ, ਕਿਉਂਕਿ ਬਜਟ ਉੱਦਾਂ ਦਾ ਕ੍ਰੀਏਟਿਵ, ਉੱਦਾਂ ਦਾ ਹੈਲਦੀ ਨਹੀਂ ਬਣ ਸਕਦਾ, ਕਿਉਂਕਿ ਬਹੁਤ ਕੁਝ ਇੱਦਾਂ ਦਾ ਨਾ ਕਿ ਆਪਣੇ ਫਰੈਂਡਸ ਨੂੰ ਵੀ ਖੁਸ਼ ਕਰਨਾ ਹੁੰਦਾ ਹੈ, ਜਿਨ੍ਹਾਂ ਨੇ ਇਲੈਕਸ਼ਨਸ ਦੇ ਵਿੱਚ ਸਪੋਰਟ ਕਰਨਾ ਹੁੰਦਾ, ਉਹਨਾਂ ਬਿਜ਼ਨਸਮੈਨ ਨੂੰ ਵੀ ਫਾਇਦਾ ਪਹੁੰਚਾਉਣਾ ਹੁੰਦਾ। ਸੋ ਇਹ ਕਾਫੀ ਕੁਝ ਕੈਲਕੂਲੇਸ਼ਨਸ ਹੁੰਦੀਆਂ ਨੇ। ਪੋਲੀਟੀਕਲ ਇਕੋਨਮੀ ਅਸੀਂ ਅਕਸਰ ਕਹਿੰਦੇ ਹਾਂ, ਪੋਲੀਟਿਕਸ ਦੇ ਨਾਲ ਐਥਿਕਸ ਵੀ ਚਾਹੀਦੇ ਨੇ, ਐਥਿਕਸ ਦੇ ਨਾਲ ਇਕੋਨਮੀ ਦੇ ਵਿੱਚ ਪੋਲੀਟਿਕਸ ਵੀ ਚਾਹੀਦਾ, ਇਕੋਨਮੀ
ਐਥਿਕਸ ਐਂਡ ਪੋਲਿਟਿਕਸ ਮਿਲ ਕੇ ਬਣਦੀ ਹੈ ਪੋਲੀਟੀਕਲ ਇਕਨੋਮੀ, ਪਰ ਐਥਿਕਸ ਸੰਸਕਾਰ ਗਾਇਬ ਨੇ ਤੇ ਹੁਣ ਕੀ ਪੋਲਿਟਿਕਸ ਤੇ ਕੀ ਇਕਨੋਮਿਕਸ, ਇਹ ਐਕਸਪਰਟ ਮੰਨਦੇ ਨੇ, ਅਸੀਂ ਉਹਨਾਂ ਦੀ ਗੱਲ ਨੂੰ ਦੁਹਰਾ ਦਿੰਦੇ ਹਾਂ ਜ਼ਰੂਰ। ਇਹ ਹੁਣ ਸਰਦ ਰੁੱਤ ਸਮਾਗਮ ਪਾਰਲੀਮੈਂਟ ਦਾ ਨਾ, ਉਹਦੇ ਲਈ ਪਹਿਲੋਂ ਇਹਨਾਂ ਨੇ ਕੀਤਾ ਕਿ ਜਿਹੜਾ ਬਜਟ ਆ ਉਹ ਡਿਸਕਸ ਹੋਊਗਾ, ਪਰ ਉਹਦਾ ਜਿਹੜੇ ਹੈ ਹੁਣ ਇਹਨਾਂ ਨੇ ਪੁਆਇੰਟ ਬਣਾਉਣੇ ਸ਼ੁਰੂ ਕਰ ਦਿੱਤੇ ਆ। ਮੀਟਿੰਗ ਵੀ ਸ਼ੁਰੂ ਹੋ ਗਈਆਂ ਉਹਦੀਆਂ, ਅੱਜ ਤੋਂ ਮੀਟਿੰਗ ਸ਼ੁਰੂ ਹੋਈ ਅੱਜ। ਇਹਦੇ 'ਚ ਜਿਹੜੇ ਸੀਤਾਰਮਨ ਜੀ ਉਹ ਲੀਡ ਕਰਨਗੇ ਕਿਉਂਕਿ ਵਿੱਤ ਮੰਤਰੀ ਆ, ਫਾਈਨਾਂਸ ਮਿਨਿਸਟਰ ਆ, ਔਰ ਉਹਦੇ 'ਚ ਜਿਹੜੇ ਵੀ ਐਕਸਪਰਟ ਨੇ, ਜਿਹੜੇ ਫਾਈਨਾਂਸ ਨੂੰ ਜਾਣਨ ਵਾਲੇ ਲੋਕ ਜਾਂ ਇਹਨਾਂ ਦੇ ਨਾਲ ਸਟੇਟ ਮਿਨਿਸਟਰ ਆ, ਉਹ ਇਕੱਠੇ ਬਹਿ ਕੇ ਇਹ ਗੱਲ ਨੂੰ, ਵੈਸੇ ਇਹ ਵੀਡੀਓ ਕਾਨਫਰੰਸ ਦੇ ਤਰੀਕੇ ਨਾਲ ਕਰ ਰਹੇ ਅਜੇ ਉਹਨਾਂ ਦੇ ਵਿਚਾਰ ਲੈਣਗੇ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਨਾਲ ਬੈਠੇ ਨੇ, ਜਿਹੜੇ ਉਹਨਾਂ ਦੇ ਮਿੰਟਸ ਲਿਖਣ ਵਾਲੇ, ਉਹ ਬਣਾਉਣਗੇ ਕਿ ਇਹਦੇ ਵਿੱਚ ਕੀ ਕੀ ਡਿਸਕਸ ਹੋਇਆ। ਹੁਣ ਇਹਦੀਆਂ 4-5 ਮੀਟਿੰਗਾਂ ਲਗਾਤਾਰ ਹੋਣਗੀਆਂ ਤਾਂ ਕਿ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਣਾ ਉਹਦੇ ਵਿੱਚ ਇਹਨਾਂ ਨੂੰ ਬੋਲਣਾ ਪੈਣਾ ਕਿ ਅਸੀਂ ਕੀ ਕੁਝ ਕਰ ਰਹੇ, ਪਹਿਲਾਂ ਹਾਈਲਾਈਟ ਕਰਨਾ ਪੈਣਾ। ਉਹਦੇ ਵਿੱਚ ਇਹ ਰੌਲਾ ਪਿਆ ਕਿ GST ਦੇ ਜਿਹੜੇ ਟੈਕਸ ਲੱਗ ਰਹੇ ਆ ਉਹਦੇ 'ਤੇ ਵੀ ਥੋੜ੍ਹਾ ਜਿਹਾ ਕਾਬੂ ਪਾਇਆ ਜਾਵੇ। ਇੱਕ ਜਿਹੜੇ ਆ ਚੋਰੀ ਟੈਕਸ ਕਈ ਲੱਗਦੇ ਹੀ ਨਹੀਂ ਕਿ ਉਹਨਾਂ ਦੇ ਪੈਸੇ ਪਹਿਲੋਂ ਬਟੋਰ ਲੈਂਦੇ ਆ, ਟੈਕਸ ਚੋਰੀ ਉਹ 'ਤੇ ਵੀ ਰੋਕਿਆ ਜਾਊਗਾ, ਉਹਦੇ 'ਤੇ ਵੀ ਸਾਰਾ ਕੁਝ ਹੋ ਗਿਆ। ਕਿਉਂਕਿ ਪੰਜਾਬ 'ਚ ਵੀ ਰੌਲਾ ਪੈ ਗਿਆ, ਬਾਹਰਲੇ ਸਟੇਟਾਂ 'ਚ ਵੀ ਹੈਗਾ। ਔਰ ਉਹਨਾਂ ਨੇ ਇਹ ਕਿਹਾ ਤੇ ਜਿਹੜੇ ਟੈਕਸ ਵੱਧ ਤੋਂ ਵੱਧ ਨਹੀਂ ਲੱਗਣਗੇ, ਕਿਉਂਕਿ ਜਿਹੜੇ ਟੈਕਸ ਪੇ ਕਰਨ ਲਈ ਬਹੁਤ ਲੋਕ ਇੰਨੇ ਨਿਰਭਰ ਨਹੀਂ ਹੈਗੇ, ਕਿਉਂਕਿ ਅੱਗੇ ਕਰੋਨਾ ਆ ਚੁੱਕਿਆ ਸੀ, ਉਹਦੇ 'ਚ ਬਹੁਤ ਕੰਮ ਰੁਕ ਗਏ। ਉਹਦੇ 'ਚ ਜਿੰਨੇ ਬਿਜ਼ਨਸ ਸੀ ਇਸ ਵੇਲੇ ਠੱਪ ਹੋਏ ਪਏ ਆ। ਉਸੇ ਕਰਕੇ ਲੋਕ ਚਾਹੁੰਦੇ ਨੇ ਕਿ ਹੁਣ ਜਿਹੜੇ ਟੈਕਸ ਹੈ ਇਹਨਾਂ ਤੋਂ ਰਾਹਤ ਦਿੱਤੀ ਜਾਵੇ। ਜੇ ਕੁਝ ਸਰਕਾਰ ਚਾਹੁੰਦੀ ਹੈ ਤਾਂ ਉਹਦੇ ਵਿੱਚ ਕੀ ਕੀ ਸਹੂਲਤਾਂ ਦੇ ਰਹੀ ਹੈ, ਜਿਹਦੇ ਵਿੱਚ ਬੱਚਿਆਂ ਨੂੰ, ਔਰਤਾਂ ਨੂੰ, ਹੈ ਨਾ, ਬੁੱਢਿਆਂ ਨੂੰ ਜੋ ਕੁਝ ਕਰਨਾ ਉਹਨਾਂ ਨੂੰ ਕੀ ਕੁਝ ਕਰ ਰਿਹਾ, ਇਹ ਹੁਣ ਸਾਰਾ ਤਾਣਾ ਬਾਣਾ ਬਣੂਗਾ ਬਜਟ ਦਾ, ਤਾਂ ਕਿ ਮਾਰਚ ਤੋਂ ਮਾਰਚ ਵਾਲਾ ਜਿਹੜਾ ਟੈਕਸ ਦਾ ਬਜਟ ਦਾ ਨਵਾਂ ਰੂਪ ਰੇਖਾ ਉਹ ਤਿਆਰ ਹੋ ਰਹੀ ਹੈ ਕਿ ਉਹਦੇ ਵਿੱਚ ਕੀ ਕੁਝ ਕਰਦੇ ਆ। ਪਿਛਲੀ ਵਾਰੀ ਵੀ ਇਹਨਾਂ ਨੇ ਠੀਕ ਬਣਾਇਆ ਸੀ, ਕੋਈ ਉਹਦੀ ਬਹੁਤ ਹੀ ਕ੍ਰਿਟਿਸਾਈਜ਼ ਨਹੀਂ ਹੋਇਆ, ਕਿਉਂਕਿ ਜਿਹੜੇ ਮੈਡਮ ਸੀਤਾਰਮਨ ਨੇ ਖੁਦ ਬੜੇ ਅੱਛੇ ਆਪ ਵਕੀਲ ਵੀ ਰਹੇ ਆ, ਫਾਈਨਾਂਸ ਨੂੰ ਚੰਗਾ ਸਮਝਦੇ ਆ। ਪਰ ਬਹੁਤ ਲੋਕਾਂ ਦੀ ਇਹ ਹੈਗੀ ਆ ਕਿ ਜੋ ਡਾਕਟਰ ਮਨਮੋਹਨ ਸਿੰਘ ਨੇ ਬਜਟ ਪੇਸ਼ ਕਰ ਦਿੱਤਾ ਸੀਗਾ, ਜੋ ਇਕਨੋਮੀ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਸੀਗੇ, NDA ਕੋ ਇਹ ਨਹੀਂ ਹੋ ਪਾਇਆ ਜੋ ਕੁਝ ਕਾਂਗਰਸ ਦੇ ਟਾਈਮ 'ਤੇ ਹੋਇਆ। ਇਹ ਲੋਕਾਂ ਦੇ ਆਪਣੇ ਆਪਣੇ ਵਿਚਾਰ ਆ, ਪਰ ਇਹ ਕਹਿੰਦੇ ਅਸੀਂ ਵੀ ਬਹੁਤ ਸੋਹਣਾ ਬਣਾਇਆ, ਬਹੁਤੀ ਆਲੋਚਨਾ ਨਹੀਂ ਹੋਈ, ਬਹੁਤੀ ਆਲੋਚਨਾ ਨਹੀਂ ਹੋਈ। ਪਰ ਇਸ ਵਕਤ ਜੋ ਹਾਲਤ ਹੈ ਨਾ ਇਕਨੋਮੀ ਦੀ, ਜੋ ਹਾਲਤ ਹੈ ਇਕਨੋਮੀ ਦੇ ਵਿੱਚ ਇੰਪਲੋਇਮੈਂਟ ਦੀ, ਜੋ ਹਾਲਤ ਹੈ ਮਹਿੰਗਾਈ ਦੀ, ਜੋ ਮਤਲਬ ਸੋਸ਼ਲ ਸਿਕਿਉਰਿਟੀ ਦੀ ਜੋ ਹਾਲਤ ਆ ਚੁੱਕੀ ਹੈ, ਔਰ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਹੈ, ਮਤਲਬ ਇਹ ਕੁਝ ਸਿਨੈਰੀਓ ਡਿਫਰੈਂਟ ਬਣਦਾ ਜਾ ਰਿਹਾ। ਪਤਾ ਨਹੀਂ ਕੀ ਐਕਸਪੈਰੀਮੈਂਟ ਹੈ, ਹਜੇ ਦੇ ਨਤੀਜੇ ਦਾ ਪਤਾ ਨਹੀਂ ਕੀ ਸਾਹਮਣੇ ਆਉਂਦੇ ਨੇ। ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਔਰ ਬਾਕੀ ਐਕਸਪਰਟਸ ਨਾਲ ਵੀ ਗੱਲਬਾਤ ਹੁੰਦੀ ਹੈ, ਜੋ ਇਕਨੋਮਿਸਟ ਨੇ ਗੱਲਬਾਤ ਹੁੰਦੀ ਹੈ, ਉਹ ਲੋਕ ਇਸ ਵਿਚਾਰਦੇ ਨੇ ਕਿ ਕਿਤੇ ਨਾ ਕਿਤੇ ਇਹ ਚੀਜ਼ ਹੈਲਦੀ ਨਹੀਂ ਹੈ। ਜੋ ਇਹ ਕਹਿੰਦੇ ਨੇ ਨਾ 5 ਟ੍ਰਿਲੀਅਨ ਦੀ ਇਕਨੋਮੀ ਬਣਾਉਣੀ ਹੈ, ਉਹਦੇ ਵਾਸਤੇ ਤੇ ਬਿਲਕੁਲ ਹੈਲਦੀ ਨਹੀਂ, ਕਿਉਂਕਿ ਉੱਥੇ ਦੂਰ ਦੂਰ ਤੱਕ ਅਸਾਰ ਨਜ਼ਰ ਨਹੀਂ ਆ ਰਹੇ। 2024 ਤੱਕ ਸਭ ਦੇ ਕੋਲ ਆਪਣਾ ਆਪਣਾ ਘਰ ਹੋਏਗਾ, ਉਹ ਵੀ ਕਿਤੇ ਦੂਰ ਦੂਰ ਤੱਕ ਅਸਾਰ ਨਜ਼ਰ ਨਹੀਂ ਆ ਰਹੇ। ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਉਹ ਵੀ ਕਿਤੇ ਅਸਾਰ ਨਜ਼ਰ ਨਹੀਂ ਆ ਰਹੇ। ਇਹ ਗੱਲਾਂ ਹੀ ਗੱਲਾਂ ਚੱਲਦੀਆਂ ਪਈਆਂ ਨੇ। ਹੁਣ ਇਹ ਨਵੇਂ-ਨਵੇਂ ਬਜਟ ਦੇ ਵਿੱਚ ਨਵੇਂ-ਨਵੇਂ ਐਕਸਪੈਰੀਮੈਂਟਸ, ਨਵੇਂ-ਨਵੇਂ ਤਜਰਬੇ ਹੋ ਰਹੇ ਨੇ। ਇਹਦੇ ਕੀ ਰਿਜ਼ਲਟਸ ਆਉਣਗੇ, ਇਹਦੇ ਬਾਰੇ ਸਭ ਜਾਣੇ ਜੋ ਐਕਸਪਰਟਸ ਨੇ ਉਹ ਸ਼ਿਓਰ ਨਹੀਂ ਹੈਗੇ। ਉਹਨਾਂ ਨੂੰ ਇਹ ਹੈ ਕਿ ਵੀ ਡੋਂਟ ਬਿਲੀਵ ਕਿ ਇਹ ਕੁਝ ਇੱਦਾਂ ਦਾ ਚਮਤਕਾਰ ਕਰ ਸਕੇਗਾ, ਇੱਕ ਨਵਾਂ ਬਜਟ ਜਾਂ ਕੋਈ ਇੱਦਾਂ ਦੀ ਨਵੀਂ ਪਾਲਿਸੀ ਜਿਹੜੀ ਦੇਸ਼ ਦੀ ਕਾਇਆ ਪਲਟ ਕਰਕੇ ਰੱਖ ਦੇਵੇ। ਹਾਂ, ਬਾਅਦ ਵਿੱਚ ਫਿਰ ਹਵਾਲੇ ਦਿੱਤੇ ਜਾਂਦੇ ਨੇ ਕਿ ਪੂਰੀ ਦੁਨੀਆ ਦਾ ਇਹੋ ਹਾਲ ਹੈ, ਪੂਰੀ ਦੁਨੀਆ ਨਾਲੋਂ ਅਸੀਂ ਬਿਹਤਰ ਹਾਂ, ਪੂਰੀ ਦੁਨੀਆ ਨਾਲੋਂ ਸਾਡੇ ਰੁਪਏ ਦੀ ਪੋਜੀਸ਼ਨ ਸਟਰੋਂਗ ਹੈ। ਮਤਲਬ ਇੱਦਾਂ ਦੇ ਹਵਾਲੇ ਦੇ ਕੇ ਤੁਸੀਂ ਕਵਰ ਅਪ ਜ਼ਰੂਰ ਕਰਦੇ ਹੋ, ਪਰ ਜਿਹੜੇ ਲੋਕ ਮੁਸੀਬਤਾਂ ਦੇ ਵਿੱਚ ਜੀ ਰਹੇ ਨੇ, ਜਿਹੜੇ ਰੋਜ਼ ਖੂਹ ਪੁੱਟਦੇ ਨੇ ਤੇ ਰੋਜ਼ ਪਾਣੀ ਪੀਂਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਇਹ ਆંકੜੇ ਉਹਨਾਂ ਦੇ ਕਿਸ ਕੰਮ ਆ ਸਕਦੇ ਨੇ। ਉਹਨਾਂ ਨੂੰ ਰੋਟੀ ਚਾਹੀਦੀ ਹੈ, ਉਹਨਾਂ ਨੂੰ ਆંકੜੇ ਨਹੀਂ ਚਾਹੀਦੇ। ਔਰ ਭੁੱਖਮਰੀ ਦੇ ਵਿੱਚ ਅਸੀਂ ਕਿੱਥੇ ਆ ਚੁੱਕੇ ਹਾਂ? 100 ਤੋਂ ਪਿਛਲਾ ਸਾਡਾ ਨੰਬਰ ਆ ਚੁੱਕਾ ਹੈ। ਪਾਕਿਸਤਾਨ ਤੱਕ ਸਾਡੇ ਕੋਲੋਂ ਅੱਗੇ ਹੈ, ਨੇਪਾਲ ਤੱਕ ਸਾਡੇ ਕੋਲੋਂ ਅੱਗੇ ਹੈ। ਅਸੀਂ ਕਿੱਥੇ ਪਿਛੜੇ ਹੋਏ ਹਾਂ। ਸੋ ਅਸੀਂ ਹੁਣ ਫੋਕੀਆਂ ਗੱਲਾਂ ਕਰੀ ਜਾਈਏ ਤੇ ਗੱਲਾਂ ਨਾਲ ਹੀ ਕਹੀ ਜਾਈਏ ਕਿ ਅਸੀਂ ਬਹੁਤ ਅੱਗੇ ਤੇ ਬਹੁਤ ਤਰੱਕੀ ਤੇ ਬਹੁਤ ਵੱਡੇ। ਗਰਾਊਂਡ ਰਿਐਲਿਟੀ ਦੇਖੋ ਕੀ ਹੈ, ਗਰੀਬੀ ਦਾ ਕੀ ਹਾਲ ਹੋ ਚੁੱਕਾ ਹੈ, ਅਮੀਰ ਤੇ ਗਰੀਬ ਦਾ ਜੋ ਅੰਤਰ ਹੈ ਕਿੱਡਾ ਵੱਡਾ ਹੋ ਚੁੱਕਾ ਹੈ, ਔਰ ਭਾਰਤ ਕਿਸ ਦਿਸ਼ਾ ਵੱਲ, ਭੁੱਖਮਰੀ ਵੱਲ ਕਿੰਨੇ % ਅੱਗੇ ਵੱਧ ਚੁੱਕਾ ਹੈ। ਇਹਨਾਂ ਗੱਲਾਂ ਵੱਲ ਸਾਨੂੰ ਦੇਣਾ ਚਾਹੀਦਾ ਧਿਆਨ। ਉਹ ਓਵਰਆਲ ਜਿਹੜੀ ਗਰੋਥ ਹੈ ਨਾ ਇੰਡੀਆ ਦੀ, ਉਹਨੂੰ ਇਹ ਦੱਸਦੇ ਕੁਝ ਹੋ ਰਿਹਾ ਤਾਂ ਬੇਸਿਕਲੀ ਉਹ ਹੋ ਰਿਹਾ ਜੋ ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ 'ਤੇ ਰਹੀ ਹੈ ਗਰੋਥ, ਉਹ ਤੋਂ ਡਾਊਨ ਜਾ ਰਹੀ ਹੈ। ਜੇ ਉਹ ਡਾਊਨ ਜਾ ਰਹੀ ਹੈ ਤਾਂ ਇਹਦਾ ਮਤਲਬ ਤੁਹਾਡੇ ਨਾਲ ਮਹਿੰਗਾਈ ਵੀ ਤੁਹਾਨੂੰ 4 ਚੁਫੇਰੋਂ ਘੇਰੇਗੀ ਔਰ ਚੀਜ਼ਾਂ ਦੇ ਰੇਟ ਬਾਕਾਇਦਾ ਤੌਰ 'ਤੇ ਵਧਣਗੇ।
ਔਰ ਤੁਹਾਡੇ ਕੋਲ ਜਿਹੜੀ ਆਪਣੀ ਬੇਸਿਕ ਇਨਕਮ ਆ, ਜਿਹੜੀ ਤੁਹਾਡੀ ਤੁਸੀਂ ਚਾਹੁੰਦੇ ਜੇ ਕਿ ਤੁਹਾਡੇ ਕੋਲ ਈਅਰਲੀ ਇੰਨੀ ਇਨਕਮ ਆ ਤੇ ਅਸੀਂ ਆਹ ਚੀਜ਼ ਖਰੀਦਣੀ ਆ। ਜਿੱਦਾਂ ਤੁਸੀਂ ਘਰ ਦੀ ਗੱਲ ਕੀਤੀ ਹੈ, ਰੀਅਲ ਏਸਟੇਟ ਜੇ ਘਰ ਲੈਣਾ ਹੋਊਗਾ ਤਾਂ ਕਿੰਨਾ ਮਹਿੰਗਾ ਹੋਊਗਾ। ਪਹਿਲਾਂ ਤਾਂ ਜ਼ਮੀਨ ਲੈਣੀ ਬਹੁਤ ਔਖੀ ਹੈ, ਫਿਰ ਪੈਸਾ ਕਿੱਥੋਂ ਲਿਆਊਗਾ। ਕਈ ਬੇਘਰੇ ਤੁਰੇ ਫਿਰਦੇ ਆ, ਉਹਨਾਂ ਨੂੰ ਗੌਰਮੈਂਟ ਜੋ ਦੇ ਰਹੀ ਬਹੁਤ ਬੁਰੀ ਹਾਲਤ ਹੈ, ਨਹੀਂ ਤੇ ਵਿਚਾਰੇ ਕਈ ਅਜੇ ਛੱਤਾਂ ਨੂੰ ਤਰਸਦੇ ਆ, ਸੜਕਾਂ ਤੇ ਰੁਲਦੇ ਪਏ ਨੇ। ਹੁਣ ਦੇਖਿਓ ਤੁਸੀਂ ਸਰਦੀਆਂ 'ਚ ਕਿੰਨੀਆਂ ਮੌਤਾਂ ਹੁੰਦੀਆਂ ਨੇ ਕਿਉਂਕਿ ਲੋਕ ਬਾਹਰ ਸੜਕਾਂ ਤੇ ਸੁੱਤੇ ਹੋਏ ਨੇ। ਨਹੀਂ ਦੇਣੀ ਜਿਹੜੇ ਮਰ ਗਏ ਨਾ ਲੋਕ, ਕੋਈ ਖਬਰ ਨਹੀਂ। ਕੋਈ ਵੀਆਈਪੀ ਬੰਦਾ ਨਾ, ਉਹ ਜੇ ਰੋਟੀ ਖਾਂਦਾ ਉਹਦਾ ਪੇਟ ਦਰਦ ਹੁੰਦੀ ਜਾਂ ਉਹਨੂੰ ਰੋਟੀ ਨਹੀਂ ਪਾਈਦੀ ਤਾਂ ਉਹਦੀ ਖਬਰ 15 ਵਾਰੀ ਆ ਜਾਊਗੀ। ਪਰ ਜਿਹੜਾ ਬੰਦਾ ਭੁੱਖਾ ਮਰ ਰਿਹਾ ਸੜਕ ਤੇ ਜਾ ਕੇ ਬਗੈਰ ਕਿਸੇ ਹਵਾ ਤੋਂ, ਉਹਨੂੰ ਕੋਈ ਬਹਿਣ ਲਈ ਜਗ੍ਹਾ ਹੈ ਨਹੀਂ, ਕੋਈ ਛੱਤ ਨਹੀਂ ਉਹਦੇ ਥੱਲੇ, ਕੋਈ ਉਹਦੇ ਬੈਠ ਨਹੀਂ ਸਕਦਾ, ਉਹਦਾ ਉਹ ਮਰ ਗਿਆ, ਉਹਦਾ ਨਹੀਂ ਕੋਈ ਮਤਲਬ ਨਹੀਂ। ਬਹੁਤ ਦੇਰ ਪਹਿਲਾਂ ਇੱਕ ਵੀਡੀਓ ਮੈਂ ਦੇਖੀ ਸੀ ਸੋਸ਼ਲ ਮੀਡੀਆ ਤੇ ਉੱਤੇ, ਇੱਕ ਇਨਸਾਨ ਕੋਲ ਰੋਟੀ ਹੈ, ਲਿਫਾਫੇ 'ਚ ਰੋਟੀ ਕੱਢਦਾ, ਰੋਟੀ ਸੁੱਕੀ ਹੋਈ ਹੈ, ਉਹਨੂੰ ਟੂਟੀ ਥੱਲੇ ਕਰਕੇ ਪਾਣੀ ਨਾਲ ਗਿੱਲੀ ਕਰ ਲੈਂਦਾ ਔਰ ਗਿੱਲੀ ਕਰਕੇ ਉਹ ਰੋਟੀ ਖਾ ਰਿਹਾ। ਇਹ ਹਾਲਤ ਹੈ। ਔਰ ਲੋਕ ਗੰਦਗੀ ਦੇ ਢੇਰਾਂ ਉੱਤੇ ਜੀ ਰਹੇ ਨੇ, ਗੰਦਗੀ ਦੇ ਢੇਰਾਂ ਉੱਤੇ ਸੋ ਰਹੇ ਨੇ। ਇਨ ਹਿਊਮਨ ਕੰਡੀਸ਼ਨਸ ਦੇ ਵਿੱਚ ਲੋਕੀ ਜ਼ਿੰਦਗੀ ਬਸਰ ਕਰਦੇ ਪਏ ਨੇ। ਬਿਲਕੁਲ ਹੈ, ਤੇ ਅੱਜ ਕੱਲ੍ਹ ਵੀਡੀਓ ਤਾਂ ਆ ਰਹੀ ਹੈ ਸਾਹਮਣੇ। ਔਰ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਈਏ, ਭਾਰਤ ਇੱਥੇ ਆ ਗਿਆ, ਭਾਰਤ ਦੁਨੀਆ ਦੇ ਵਿੱਚ ਇੱਥੇ ਖੜਾ। ਠੀਕ ਹੈ, ਤੁਸੀਂ ਆਪਣੇ ਤਰੀਕੇ ਨਾਲ ਆਪਣੇ ਆਪ ਨੂੰ ਜਸਟੀਫਾਈ ਕਰਦੇ ਪਏ ਹੋ ਕਿ ਅਸੀਂ ਜਦੋਂ ਦਾ ਦੇਸ਼ ਨੂੰ ਸੰਭਾਲਿਆ ਹੈ ਅਸੀਂ ਉੱਤੇ ਉੱਤੇ ਜਾ ਰਹੇ ਹਾਂ, ਪਰ ਗਰਾਊਂਡ ਰਿਐਲਿਟੀ ਲੋਕ ਜਾਣਦੇ ਨੇ, ਲੋਕਾਂ ਕੋਲੋਂ ਛੁਪੀ ਨਹੀਂ ਹੈ। ਤੁਸੀਂ ਜਿੰਨਾ ਮਰਜ਼ੀ ਕਵਰ ਅਪ ਕਰੀ ਜਾਓ, ਲੋਕਾਂ ਨੂੰ ਸਭ ਪਤਾ ਕਿੱਥੇ ਕੀ ਹੋ ਰਿਹਾ। ਪਿਛਲੇ ਪ੍ਰੋਗਰਾਮ 'ਚ ਇੱਕ ਗੱਲ ਕੀਤੀ ਸੀ ਕਿ ਜਿਹੜੇ ਨੀਡੀ ਲੋਕ ਹੈ, ਜਿਹੜੇ ਲੋੜੀਂਦੇ ਆ, ਜਿਨ੍ਹਾਂ ਨੂੰ ਲੋੜ ਆ, ਜਿਨ੍ਹਾਂ ਨੂੰ ਚਾਹੀਦਾ ਕਿ ਪੈਸਾ ਮਿਲਣਾ ਚਾਹੀਦਾ, ਉਹਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ। ਬਾਕੀ ਜਿਹੜੇ ਨਹੀਂ ਲੈਣਾ ਚਾਹੁੰਦੇ, ਜਿਨ੍ਹਾਂ ਕੋਲ ਬਹੁਤ ਪੈਸਾ ਹੈਗਾ, ਜਿਹੜੇ ਨਹੀਂ ਰੋਟੀ ਖਾ ਰਹੇ ਚੱਜ ਦੀ, ਚੰਗਾ ਭਲਾ ਘਰ-ਬਾਰ ਵੀ ਹੈ, ਉਹਨਾਂ ਨੂੰ ਭਾਵੇਂ ਨਾ ਸਹੂਲਤਾਂ ਦੇਣ, ਇਹਨਾਂ ਵੱਲ ਧਿਆਨ ਹੋਣਾ ਚਾਹੀਦਾ। ਜਿੰਨੀ ਕੰਸਨਟ੍ਰੇਸ਼ਨ ਉਹਨਾਂ 'ਤੇ ਦਿੱਤੀ ਜਾਵੇ, ਜਿੰਨਾ ਧਿਆਨ ਕੇਂਦਰਿਤ ਕਰਨਾ ਉਹਨਾਂ 'ਤੇ ਕੀਤਾ ਜਾਵੇ, ਨਾ ਕਿ ਦੂਜੇ ਲੋਕਾਂ 'ਤੇ। ਇਹ ਇੱਕ ਇਹਨਾਂ ਦਾ ਕਾਨੂੰਨ ਕਾਇਦਾ ਹੋਣਾ ਚਾਹੀਦਾ ਕਿ ਜਿਹੜੇ ਗਰੀਬ ਲੋਕ ਨੇ, ਜਿਨ੍ਹਾਂ ਕੋਲ ਵਿਚਾਰਿਆਂ ਕੋਲ ਰਹਿਣ ਲਈ ਜਗ੍ਹਾ ਹੈ ਨਹੀਂ, ਰੋਟੀ ਲਈ ਤਰਸ ਰਹੇ ਆ, ਜਿਹੜੇ ਵਿਚਾਰੇ ਜੂਠੇ ਭਾਂਡਿਆਂ 'ਚ ਰੋਟੀ ਕੱਢ ਕੇ ਖਾ ਕੇ ਕਰ ਰਹੇ ਆ। ਕੋਈ ਉੜੀਸਾ ਦੇ ਏਰੀਏ 'ਚ ਤੁਸੀਂ ਵੀਡੀਓ ਵੇਖੋ, ਨਜ਼ਰ ਆਊਗਾ ਤੁਹਾਨੂੰ ਸਾਰਾ ਕੁਝ। ਉਹ ਜਿੱਥੇ ਧੋਣ ਸੁੱਟਦੇ, ਜਿੱਥੇ ਉੱਥੇ ਖੜੇ ਆ, ਉੱਥੇ ਖਾਣ ਲਈ ਵਿਚਾਰੇ ਵੇਖ ਕੇ ਤਰਸ ਰਹੇ, ਰੋਟੀ ਨੂੰ ਤਰਸ ਰਹੇ ਖਾਣ। ਇੱਧਰ ਧਿਆਨ ਹੀ ਨਹੀਂ ਹੈਗਾ, ਨਹੀਂ ਹੈਗਾ, ਇੱਧਰ ਧਿਆਨ ਨਹੀਂ ਹੈ। ਧਿਆਨ ਇਹ ਹੈ ਕਿ ਜਿਹੜੇ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਨਹੀਂ ਹੈਗੀ, ਉੱਥੋਂ ਦੇ ਸੂਬਿਆਂ ਦੇ ਵਿੱਚ ਜਿਹੜੀਆਂ ਸਰਕਾਰਾਂ ਚੱਲਦੀਆਂ ਪਈਆਂ ਨੇ, ਉਹਨਾਂ ਨੂੰ ਸਿੱਟਣਾ ਕਿਵੇਂ ਹੈ, ਸਿੱਟਣ ਤੋਂ ਬਾਅਦ ਉੱਥੇ ਫਿਰ ਦੁਬਾਰਾ ਇਲੈਕਸ਼ਨਸ ਕਿਵੇਂ ਕਰਵਾਉਣੀਆਂ ਨੇ, ਔਰ ਦੁਬਾਰਾ ਇਲੈਕਸ਼ਨ ਕਰਵਾਉਣ ਤੋਂ ਬਾਅਦ ਆਪ ਸੱਤਾ 'ਚ ਕਿਵੇਂ ਆਉਣਾ, ਉੱਥੇ ਸਾਡੀ ਸਰਕਾਰ ਕਿਵੇਂ ਬਣੇ। ਧਿਆਨ ਤਾਂ ਇੱਧਰ ਲੱਗੇ ਹੋਏ ਨੇ, ਇੱਧਰ ਧਿਆਨ ਹੈਗਾ। ਨਹੀਂ ਤੇ ਪਤਾ ਤਾਂ ਉਹਨਾਂ ਨੂੰ ਹੈਗਾ, ਉਹ ਕਿਤੇ ਬਾਹਰਲੇ ਦੇਸ਼ ਤੋਂ ਤਾਂ ਨਹੀਂ ਆਏ, ਉਹਨਾਂ ਨੂੰ ਪਤਾ ਕਿ ਸਾਡੇ ਦੇਸ਼ ਵਿੱਚ ਗਰੀਬੀ ਕਿੰਨੀ ਹੈ, ਕਿੰਨੇ ਲੋਕ ਵਿਚਾਰੇ ਰੋਟੀ ਤੋਂ ਆਤਰ ਆ, ਕੱਪੜੇ ਤੋਂ ਆਤਰ ਆ, ਕਈਆਂ ਦੇ ਪੈਰੀਂ ਜੁੱਤੀ ਨਹੀਂ, ਵਿਚਾਰੇ ਜਿਹੜੇ ਨੰਗੇ ਪੈਰੀਂ ਬੱਚੇ ਘੁੰਮ ਰਹੇ ਆ, ਟੱਪਰੀਆਂ 'ਚ ਰਹਿ ਰਹੇ ਆ, ਹਵਾ ਆਉਂਦੀ ਤੇ ਟੱਪਰੀਆਂ ਉੱਡ ਜਾਂਦੀਆਂ। ਇਹ ਤਾਂ ਉਹ ਸਾਰਾ ਕੁਛ ਜਿਹਦੀ ਆਪਾਂ ਆਦਿਵਾਸੀਆਂ ਦੀ ਹੁਣੇ ਗੱਲ ਕੀਤੀ ਹੈ, ਵਾਂਡਰਿੰਗ ਟਰਾਈਬ ਜਿਹੜੇ ਲੋਕ ਘੁੰਮ ਰਹੇ ਆ, ਜਿਹੜੇ ਕੰਟਰੀ ਸਾਰੀਆਂ 'ਚ ਹੈਗੇ, ਆਪਣੇ ਦਿੱਲੀ ਦਾ ਅਰਾਊਂਡ, ਆਪਣੇ ਸਾਰੇ ਮੱਧ ਪ੍ਰਦੇਸ਼, ਕਰਨਾਟਕ, ਮਦਰਾਸ, ਜਿੱਥੇ ਚੱਲ ਜਾਓ। ਪੰਜਾਬ 'ਚ ਅਜੇ ਇਸ ਗੱਲ ਨੂੰ ਥੋੜ੍ਹਾ ਜਿਹਾ ਆਰਾਮ ਹੈ। ਪੰਜਾਬ 'ਚ ਸਾਰੇ ਲੋਕ ਰੋਟੀ ਪਾਣੀ ਚੰਗਾ ਖਾਂਦੇ ਆ, ਔਰ ਜਿਹੜੇ ਬੇਬੁਨਿਆਦੀ ਤੌਰ 'ਤੇ ਕਿਸੇ ਨਾਲ ਕੋਈ ਨਹੀਂ ਹੈਗਾ ਕਿ ਅਸੀਂ ਆਹ ਜਗ੍ਹਾ ਲੈਣੀ, ਉਹਨਾਂ ਕੋਲ ਘਰ-ਬਾਰ ਵੀ ਆਪਣੇ ਹੈਗੇ ਆ। ਪੰਜਾਬ ਇੱਕ ਐਸਾ ਸੂਬਾ ਜਿੱਥੇ ਗੁਰੂ ਸਾਹਿਬਾਨ ਦਾ ਉਪਦੇਸ਼ ਹੈ, ਜਿੱਥੇ ਪਿਆਰ ਆ, ਜਿੱਥੇ ਉਹਨਾਂ ਨੂੰ ਗੁਰੂ ਮਹਾਰਾਜ ਦੀ ਇਸ ਸਾਰੀ ਅਰਦਾਸ ਨਾਲ ਮਿਲ ਗਿਆ ਸਾਰਾ ਕੁਝ। ਬਾਕੀ ਸੂਬਿਆਂ ਦਾ ਬਹੁਤ ਮਾੜਾ ਹਾਲ। ਵੈਸੇ ਇੱਕ ਚੀਜ਼ ਹੈ ਬਲਕਾਰ ਜੀ, ਆਪਾਂ ਮਹਿਸੂਸ ਕਰਦੇ ਹਾਂ ਕਿਤੇ ਨਾ ਕਿਤੇ ਕਿ ਪਤਾ ਨਹੀਂ ਇਹਨਾਂ ਲੀਡਰਸ ਦੇ ਵਿੱਚੋਂ ਕਿਸੇ ਦੇ ਦਿਲ ਵਿੱਚ ਆਪਣੇ ਦੇਸ਼ ਵਾਸੀਆਂ ਲਈ ਕੋਈ ਸਿੰਪੈਥੀ, ਕੋਈ ਸੰਵੇਦਨਸ਼ੀਲਤਾ, ਕੋਈ ਤੜਪ ਹੈ ਕਿ ਨਹੀਂ ਹੈ, ਪਤਾ ਨਹੀਂ। ਪਰ ਲੱਗਦਾ ਇਹ ਹੈ ਕਿ ਹਰ ਬੰਦਾ ਜਿਹੜਾ ਲੀਡਰ ਬਣ ਕੇ ਸਰਕਾਰ ਬਣਾਉਂਦਾ ਹੈ ਔਰ ਸਰਕਾਰ 'ਚ ਮੰਤਰੀ ਬਣਦਾ ਹੈ, ਉਹ ਆਪਣੇ ਸ਼ੌਕ ਪੂਰੇ ਕਰਦਾ ਹੈ, ਔਰ ਸ਼ੌਕ ਵੀ ਪੂਰੇ ਕਰਦਾ ਹੈ। ਜਿਹੜੇ ਟੈਕਸ ਦੇਣ ਵਾਲੇ ਨੇ, ਟੈਕਸ ਪੇਅਰਸ ਦੇ ਪੈਸੇ ਦੇ ਉੱਤੇ ਆਪਣੇ ਸ਼ੌਕ ਪੂਰੇ ਕਰਦਾ ਹੈ। ਜਦੋਂ ਵੋਟਾਂ ਪੈਂਦੀਆਂ ਇਹਨਾਂ ਨੂੰ ਉਦੋਂ ਗੱਡੀਆਂ 'ਤੇ ਬਿਠਾ ਲੈਂਦੇ ਆ, ਉਦੋਂ ਦੇ ਖਾਓ ਜੋ ਖਾਣਾ ਜੋ ਕਰਨਾ, ਤੇ ਵੋਟਾਂ ਸਾਨੂੰ ਪਾਓ। ਉਦੋਂ ਝੂਟੇ ਦਿੰਦੇ ਗੱਡੀਆਂ 'ਤੇ, ਮੁੜ ਕੇ ਨਹੀਂ ਇਹਨਾਂ ਦੀ ਕੋਈ ਬਾਤ ਪੁੱਛਦਾ ਵੀ ਕਿੱਥੇ ਬੱਚੇ ਇਹਨਾਂ ਦੇ, ਆਪ ਕਿੱਥੇ ਹੈਗੇ ਆ, ਨਾ ਉਹ ਵਿਚਾਰੇ ਅਨਪੜ੍ਹ ਹੈਗੇ ਆ, ਨਾ ਕੋਈ ਸੋਰਸ ਜਾਣ ਆਉਣ ਦਾ, ਨਾ ਉਹਨਾਂ ਕੋਈ ਕਮਿਊਨੀਕੇਸ਼ਨ ਦਾ। ਉਹ ਤਾਂ ਵਿਚਾਰੇ ਉਹਨਾਂ ਟੱਪਰੀਆਂ 'ਚ ਬੈਠੇ ਤੇ ਉੱਥੇ ਬੈਠੇ ਰਹਿਣਾ 5 ਸਾਲ। ਅਗਲੀ ਸਰਕਾਰ ਉਹ ਫੇਰ ਚੁੱਕੂ ਉਹਨਾਂ ਨੂੰ, ਉੱਥੇ ਗੱਡੀਆਂ 'ਤੇ ਘੁਮਾਊਗੀ, ਫਿਰ ਲੈ ਕੇ ਲੰਮੇ ਪਾ ਦੋ ਉਹਨਾਂ ਨੂੰ। ਇਹ ਗੱਲ ਉਹਨਾਂ ਨੂੰ ਵਰਤਦੇ ਆ, ਉਹਨਾਂ ਦੇ ਸਰੀਰ ਨੂੰ ਵਰਤਿਆ ਜਾਂਦਾ, ਉਹਨਾਂ ਦੀ ਸੋਚ ਨੂੰ ਮੂਰਖ ਬਣਾ ਕੇ ਆਪਣੇ ਨੁਕਸਾਨ, ਇਹਨਾਂ ਦੇ ਨੁਕਸਾਨ ਲਈ ਤਾਂ ਆਪਣੇ ਫਾਇਦੇ ਲਈ ਵਰਤਿਆ ਜਾਂਦਾ। ਕਦੀ ਇਹ ਦੇਖਿਆ ਗਿਆ ਕਿ ਭਾਰਤ ਦੇ ਵਿੱਚ ਕਿੰਨੇ ਗਰੀਬ ਨੇ, ਕਿੰਨੇ ਭਿਖਾਰੀ ਨੇ ਜੀ, ਕਿੰਨੀਆਂ ਮਤਲਬ ਹੁਣ ਮੈਂ ਕੀ ਕਹਾਂ, ਕਿੰਨੀਆਂ ਲੇਡੀਜ਼ ਨੇ ਜਿਨ੍ਹਾਂ ਨੂੰ ਮਜਬੂਰੀ 'ਚ ਸੈਕਸ ਵਰਕਰ ਬਣਨਾ ਪੈਂਦਾ ਹੈ। ਬਿਲਕੁਲ ਹੈ, ਬੜਾ ਕੁਛ ਹੈਗਾ ਇਹਨਾਂ ਨੂੰ, ਬਹੁਤ ਕੁਛ ਹੈ। ਸੋ ਕਦੀ ਧਿਆਨ ਹੈ। ਔਰ ਕਿੰਨੀਆਂ ਐਸੀਆਂ ਔਰਤਾਂ ਨੇ, ਕਿੰਨੀਆਂ ਐਸੀਆਂ ਕੁੜੀਆਂ ਨੇ ਜਿਹੜੀਆਂ ਦਹੇਜ ਕਰਕੇ ਜਾਂ ਹੋਰ ਸਹੁਰਿਆਂ ਪਰਿਵਾਰ ਦੇ ਕਰਕੇ ਸੁਸਾਈਡ ਹੋ ਰਹੇ ਆ। ਬੜੇ ਰੋਜ਼ ਅਖਬਾਰਾਂ ਪੜ੍ਹੋ ਕੀ ਕੁਛ ਹੁੰਦਾ, ਮਾਰੀਆਂ ਜਾਂਦੀਆਂ ਵਿਚਾਰੀਆਂ ਜਦੋਂ ਉਹਨਾਂ ਨੂੰ ਦਹੇਜ ਦਾ ਪੈਸਾ ਮੰਗਦੇ ਉਹਨਾਂ ਕੋਲ।
ਉਹ ਵਿਚਾਰੀਆਂ ਫਿਰ ਫਾਇਆ ਲੈ ਕੇ ਉਤਲੇ ਕਮਰਿਆਂ 'ਚ ਜਾ ਕੇ ਪੱਖੇ ਨਾਲ ਤੇ ਮਾਰੀਆਂ ਜਾਂਦੀਆਂ। ਬਸ ਇਹ ਵੀ ਜੋ ਇਹ ਸੋਸ਼ਲ ਪ੍ਰੋਬਲਮਸ ਨੇ। ਸੋਸ਼ਲ ਕੋਈ ਇੱਕ ਬੇਟੇ ਨੇ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਘਰੋਂ ਕੱਢ ਦਿੱਤਾ, ਉਹ ਬਿਰਧ ਆਸ਼ਰਮ 'ਚ ਧੱਕੇ ਖਾਂਦੇ ਪਏ ਨੇ। ਕਦੀ ਇਹਨਾਂ ਗੱਲਾਂ ਵੱਲ ਧਿਆਨ ਗਿਆ? ਸੋਸ਼ਲ ਪ੍ਰੋਬਲਮਸ ਵੱਲ ਧਿਆਨ ਗਿਆ? ਸੋਸ਼ਲ ਸਾਇੰਟਿਸਟ ਕਹਿ ਕੇ ਥੱਕ ਗਏ ਕਿ ਸਮਾਜ ਨੂੰ ਸੰਭਾਲੋ, ਲੋਕਾਂ ਨੂੰ ਸੰਭਾਲੋ। ਨੋ, ਗੱਲਾਂ ਨਾਲ ਹੀ ਸਾਰੀ ਗੱਲਾਂ ਹੋ ਜਾਂਦੀਆਂ, ਗੱਲਾਂ ਨਾਲ ਹੀ ਸਾਰੇ ਕੰਮ ਹੋ ਜਾਂਦੇ ਆ। ਜਿਹੜੇ ਪ੍ਰਾਈਵੇਟ ਲੋਕ ਨਾ NGO ਆ, ਜੋ ਕੁਝ ਜਿਨ੍ਹਾਂ ਨੇ ਯਤੀਮ ਘਰ ਬਣਾਏ ਆ, ਜਿਨ੍ਹਾਂ ਨੇ ਬਜ਼ੁਰਗਾਂ ਨੂੰ ਪਿੰਗਲਵਾੜਾ ਅੰਮ੍ਰਿਤਸਰ ਵੇਖਿਆ, ਜਿਹੜੇ ਮਰਹੂਮ ਪੂਰਨ ਸਿੰਘ ਸੀਗੇ ਉਹਨਾਂ ਨੇ ਆਪਣਾ ਕਿੰਨਾ ਵੱਡਾ ਉੱਥੇ ਪਿੰਗਲਵਾੜਾ ਬਣਾਇਆ ਸੀ, ਕੀ ਕੁਝ ਕੀਤਾ ਸੀ, ਅਜੇ ਵੀ ਚੱਲ ਰਿਹਾ ਸਾਰਾ ਕੁਝ। ਔਰ ਦੇਖ ਲਓ ਇਹਦੇ ਵਿੱਚ ਇਹਨਾਂ ਨੇ ਜਿਹੜੇ ਬਾਕੀ ਏਜੰਸੀਆਂ ਜਿਹੜੀ ਪ੍ਰਾਈਵੇਟ ਆ, ਉਹਨਾਂ ਨੇ ਐਸਾ ਲੋਕਾਂ ਦਾ ਵਿਚਾਰਿਆਂ ਦਾ ਭਲਾ ਕੀਤਾ ਵਾ, ਇਸ ਤਰ੍ਹਾਂ ਦੇ ਬਣਾਏ ਉਹਨਾਂ ਨੇ ਆਸ਼ਰਮ। ਉੱਥੇ ਬੱਚੇ ਬੁੜੇ ਜਿਹੜੀਆਂ ਔਰਤਾਂ ਵਿਚਾਰੀਆਂ ਉੱਥੇ ਜਾਂਦੀਆਂ। ਸਰਕਾਰਾਂ ਦਾ ਉਧਰ ਧਿਆਨ ਨਹੀਂ ਹੈਗਾ। ਕਦੀ ਸੁਣਿਆ ਇਹਨਾਂ ਦੇ ਬਾਰੇ? ਕਦੀ ਕੋਈ ਖਬਰ ਪੜ੍ਹੀ ਇਹਨਾਂ ਦੇ ਬਾਰੇ? ਹੈ ਨਾ, ਬਾਕੀ ਚੀਜ਼ਾਂ ਲਿਆਉਣਗੇ। ਇੱਥੇ ਗੋਲੀ ਚੱਲ ਗਈ, ਇੱਥੇ ਗੈਂਗਵਾਦ ਆ ਗਿਆ, ਇੱਥੇ ਬੰਦੇ ਮਾਰਤੇ। ਲੋੜਵੰਦ ਲੋਕ ਆ, ਗਰੀਬ ਬੈਠੇ ਹੈਗੇ ਆ, ਜਿਹੜੇ ਵਿਚਾਰੇ ਲੱਤਾਂ ਤੋਂ ਲੰਘੇ ਆ, ਲੂਲੇ ਆ, ਪਿੰਗਲੇ ਆ, ਉਹਨਾਂ ਦਾ ਵੀ ਕੁਝ ਕਰੀਏ? ਨੋ, ਕਦੀ ਵੀ ਨਹੀਂ ਹੋਣਾ। ਬਸ ਇੱਕੋ ਬਾਟਮ ਲਾਈਨ ਹੈ ਨਾ, ਜਿਹੜੇ ਆਪਣੇ ਬਜ਼ੁਰਗ ਕਹਿੰਦੇ ਨੇ, ਆਵਾ ਹੀ ਉੱਤਿਆ ਪਿਆ। ਬਸ ਸਹੀ ਗੱਲ। ਸੋ ਆਵਾ ਉੱਤਿਆ ਪਿਆ। ਦੇਖੋ ਅੱਗੇ ਕੀ ਹਾਲ ਹੈ। ਜ਼ੀਰੋ ਬਿੱਲ ਲਈ ਨਵੇਂ ਕਨੈਕਸ਼ਨ ਲੈਣਾ ਚਾਹੁੰਦੀ ਹੈ ਸਾਡੀ ਜਨਤਾ ਪੰਜਾਬ ਦੇ ਵਿੱਚ, ਤੇ 2,95,000 ਦੇ ਕਰੀਬ ਐਪਲੀਕੇਸ਼ਨਸ ਪੈਂਡਿੰਗ ਨੇ। ਮਤਲਬ ਫ੍ਰੀ ਦੀ ਚੀਜ਼ ਚਾਹੀਦੀ ਹੈ, ਜ਼ੀਰੋ ਬਿੱਲ ਚਾਹੀਦਾ। ਆਓ ਸਾਨੂੰ ਫ੍ਰੀ ਮਿਲ ਗਿਆ, ਸਾਨੂੰ ਫ੍ਰੀ ਮਿਲ ਗਿਆ। ਫਿਰ ਕਹਿੰਦੇ ਸਰਕਾਰ ਨਹੀਂ ਕੁਝ ਦਿੰਦੀ। ਇਹਦੇ 'ਚ ਪਹਿਲਾਂ 2,20,000 ਸੀਗਾ, 20 ਤੋਂ ਬਾਅਦ 2,95,000 ਚਲੇ ਗਿਆ। ਹੁਣ ਜਿਹੜੇ ਬਿੱਲ ਆਪਣੇ ਇਹਨਾਂ ਨੇ ਮੀਟਰ ਲੈਣੇ ਆ, ਔਰ ਉੱਥੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ। ਪਰ ਬਹਾਨੇ ਕੀ ਆ ਕਿ ਮੇਰਾ ਪਿਓ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਮੈਂ ਨਵਾਂ ਘਰ ਲੈ ਲਿਆ, ਮੈਨੂੰ ਚਾਹੀਦਾ ਉੱਥੇ, ਹੈ ਨਾ। ਉਹ ਜਿਹੜੇ ਡਬਲ ਸਟੋਰੀ ਘਰ ਹੈ ਨਾ, ਦੂਜੇ 'ਚ ਮੁੰਡਾ ਆ ਗਿਆ ਜੀ, ਉਹਦੀ ਰਸੋਈ ਚੱਲਣੀ ਆ, ਉਹ 'ਚ ਇਹਨੇ ਵੱਖਰਾ ਘਰ ਬਣਾਉਣਾ। ਅਸੀਂ ਆਪਣਾ ਮਕਾਨ ਕਿਰਾਏ 'ਤੇ ਦੇ ਦਿੱਤਾ, ਉਹਦੇ ਲਈ ਮੀਟਰ ਚਾਹੀਦਾ। ਉਹ ਇਹਨਾਂ ਨੇ ਬੜੇ ਬਹਾਨੇ ਬਣਾ ਕੇ ਹੁਣ ਇਹਦੇ ਵਿੱਚ ਇਹ ਕਰਦੇ ਆ ਕਿ ਜਿਹੜੇ 2 ਮੀਟਰ ਹੋਣਗੇ ਨਾ, ਉਹਨਾਂ 'ਤੇ ਫਿਰ ਯੂਨਿਟ ਵੰਡੇ ਜਾਣਗੇ। ਇਕੱਲੇ 'ਤੇ ਤੁਹਾਡਾ 600 ਤੋਂ ਉੱਤੇ ਵੱਧ ਗਿਆ ਤੇ ਤੁਹਾਨੂੰ ਸਾਰਾ ਦੇਣਾ ਪੈਣਾ। ਜਦੋਂ 2 ਮੀਟਰ ਆ ਗਏ, ਤੁਹਾਡੇ 150 200 ਜਿਹੜਾ ਯੂਨਿਟ ਬੜੇ, ਉਤੋਂ ਤੁਸੀਂ ਫ੍ਰੀ ਜਾਓਗੇ, ਸਾਰਾ ਕੁਝ ਤੁਹਾਨੂੰ ਬਿੱਲ ਨਹੀਂ ਹੋਊਗਾ, ਜ਼ੀਰੋ ਆ ਜਾਊਗਾ। ਹੁਣ ਇਸ ਵੇਲੇ ਆਂਦੇ ਵੀ ਉੱਥੇ ਤਾਂਤਾ ਲੱਗਾ ਪਿਆ ਐਪਲੀਕੇਸ਼ਨਾਂ ਦਾ ਆ ਜਲੰਧਰ 'ਚ। ਇਹ ਖਾਸ ਤੌਰ 'ਤੇ ਇਹ ਕਹਿੰਦੇ ਵੀ ਜਿਹੜਾ ਮਾਲਵੇ 'ਚ ਬਹੁਤ ਜ਼ਿਆਦਾ ਹੋ ਗਿਆ, ਔਰ ਇਹਦੇ 'ਚ ਮਾਝੇ 'ਚ ਵੀ ਬਹੁਤ ਐਪਲੀਕੇਸ਼ਨ ਆਈਆਂ। ਕੁਝ ਆ ਜਿਹੜਾ ਪ੍ਰਵਾਸੀ ਏਰੀਆ ਜਿਹੜਾ ਹੈਗਾ ਇੱਥੇ ਘੱਟ, ਇਸ ਕਰਕੇ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਹ ਤਾਂ ਪਹਿਲਾਂ ਹੀ ਬਾਹਰ ਬੈਠੇ ਆ ਜਲੰਧਰ ਤੋਂ ਜਾਂ ਦੁਆਬੇ ਤੋਂ। ਇਹਨਾਂ ਦੇ ਘਰਾਂ 'ਚ ਵੈਸੇ ਘਰ ਹੀ ਸੁੰਨੇ ਪਏ ਆ। ਤੁਸੀਂ ਪਲਾਹੀ ਚੱਲ ਜਾਓ, ਇੱਕ ਬੰਦਾ ਵੀ ਨਹੀਂ ਉੱਥੇ ਰਹਿ ਰਿਹਾ। ਰਮੀਦੀ ਏਰੀਆ ਹੈਗਾ, ਸਾਰੇ ਲੋਕ ਬਾਹਰ ਬੈਠੇ, ਤੇ ਉੱਥੇ ਮੀਟਰ ਕੀ ਕਰਨੇ ਇਹਨਾਂ ਨੇ। ਸਾਨੂੰ ਫ੍ਰੀ ਦੀਆਂ ਚੀਜ਼ਾਂ ਬੜੀਆਂ ਪਸੰਦ ਆਉਂਦੀਆਂ ਨੇ, ਸਾਨੂੰ ਫ੍ਰੀ ਦੀਆਂ ਚੀਜ਼ਾਂ ਬਹੁਤ ਚਾਹੀਦੀਆਂ ਨੇ। ਅਸੀਂ ਮਤਲਬ ਫ੍ਰੀ ਦੀਆਂ ਚੀਜ਼ਾਂ ਪਸੰਦ ਕਰਦੇ ਹਾਂ, ਮਿੱਠੀਆਂ ਲੱਗਦੀਆਂ ਨੇ। ਔਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਪਾਰਕ ਹੈ, ਮੈਂ ਇਹ ਆਪਣੀ ਅੱਖੀ ਦੇਖਿਆ, ਹੱਡ ਬੀਤੀ ਸੁਣਾਉਣ ਲੱਗਾ। ਇੱਕ ਪਾਰਕ ਹੈ, ਸਵੇਰ ਵੇਲੇ ਲੋਕ ਉੱਥੇ ਸਵੇਰੇ ਜੋਗਿੰਗ ਕਰਨ ਆ ਗਏ, ਮਾਰਨਿੰਗ ਵਾਕ ਕਰਨ ਆਏ, ਕਸਰਤ ਕਰਨਾ। ਜਿਵੇਂ ਸਵੇਰੇ ਜਾਂਦੇ ਆ ਪਾਰਕ ਦੇ ਵਿੱਚ, ਕੋਈ 6-6:30 ਦਾ ਟਾਈਮ, ਤਾਂ ਸਭ ਲੱਗੇ ਹੋਏ ਨੇ ਆਪਣੀ ਕਸਰਤ ਕਰਨ, ਆਪਣੀ ਵਰਜਿਸ਼ ਕਰਦੇ ਪਏ ਨੇ। ਤੇ ਇੱਕ ਭਾਈ ਸਾਹਿਬ ਆਏ ਤੇ ਨਾਲ 2-3 ਮੁੰਡੇ ਉਹਨਾਂ ਨੇ ਉੱਥੇ ਨਾ ਛੋਲੇ ਭਟੂਰੇ ਖਵਾਣੇ ਸ਼ੁਰੂ ਕਰਤੇ। ਲੰਗਰ ਸਮਝ ਲਓ, ਲੰਗਰ ਲਾਤਾ। ਉਹ ਸਾਰੇ ਜਣੇ ਕਸਰਤ ਕਰਨੀ ਛੱਡ ਕੇ ਲੰਗਰ ਖਾਣ ਬਹਿ ਗਏ। ਸਵੇਰੇ 6:30 ਵਜੇ ਛੋਲੇ ਭਟੂਰੇ ਖਾਣ ਬਹਿ ਗਏ। ਤੇ ਖਾਣ ਤੋਂ ਬਾਅਦ ਫਿਰ ਲਿਫਾਫੇ ਲੱਭਦੇ ਫਿਰਨ ਕਿ ਲਿਫਾਫਿਆਂ ਦੇ ਵਿੱਚ ਪੈਕ ਕਰਕੇ ਘਰ ਵੀ ਲੈ ਕੇ ਜਾਈਏ, ਕਿਉਂਕਿ ਸਾਨੂੰ ਆਦਤ ਹੈ ਨਾ ਲੰਗਰ ਪੈਕ ਕਰਕੇ ਘਰ ਵੀ ਲੈ ਕੇ ਜਾਣਾ। ਲਾਲਚ ਹੈ। ਦੇਖ ਲਓ, ਇੱਕ ਪਾਸੇ ਐਕਸਰਸਾਈਜ਼ ਕਰ ਰਹੇ, ਇੱਕ ਪਾਸੇ ਛੋਲੇ ਭਟੂਰੇ ਖਾ ਰਹੇ ਹੋ। ਕਿੰਨੀ ਕੁ ਵੱਡੀ ਗਜ਼ਾ, ਕਿੰਨੀ ਵੱਡੀ ਖੁਰਾਕ ਹੈ, ਕੀ ਹੈਗਾ ਉਹ। ਔਰ ਨਾਲ ਲਿਫਾਫੇ ਵੀ ਲੱਭਦੇ ਪਏ ਹੋ ਕਿ ਉਹ ਭਰ ਕੇ ਘਰ ਵੀ ਲੈ ਕੇ ਜਾਈਏ ਪੈਕ ਕਰਕੇ। ਫ੍ਰੀ ਦੀਆਂ ਚੀਜ਼ਾਂ ਨੂੰ ਸਾਰੇ ਲੋਕ ਚਾਹੁੰਦੇ ਆ। ਅਸੀਂ ਆਪਣੇ ਇਹਨਾਂ ਨੂੰ ਆਪਾਂ ਸਮਝਾਵਾਂਗੇ ਕਿ ਤੁਸੀਂ ਇਹ ਵੀ ਛੋਲੇ ਭਟੂਰੇ ਵਾਲੀ ਗੱਲ, ਇਹ ਵੀ ਛੋਲੇ ਭਟੂਰੇ ਵਾਲੀ ਗੱਲ ਉਹਦੇ ਵਿੱਚ ਹੀ ਹੈਗਾ। ਹੁਣ ਮੀਟਰ ਬੜੇ ਲੱਗ ਰਹੇ ਆ, ਹੁਣ ਉਹ ਤਾਂ ਰਿਫਿਊਜ਼ ਕਰ ਰਹੇ ਆ। ਡਿਪਾਰਟਮੈਂਟ ਨੇ ਤੇ ਬਿਜਲੀ ਬੋਰਡ ਨੇ ਤੇ ਰੋਕਿਆ ਇਹਨਾਂ ਨੂੰ, ਪਰ ਨਹੀਂ, ਜਿੱਥੇ ਕਿ ਲੋਕਾਂ ਨੇ ਬਣਾਤੇ 2-2 ਘਰ ਜਿੱਥੇ ਬਣਾ, ਜਿੱਦਾਂ ਪੌੜੀਆਂ ਬਾਹਰ ਦੀ ਜਾ ਰਹੀਆਂ, ਉੱਤੇ ਰਸੋਈ ਆ, ਉੱਥੇ ਸਾਰਾ ਕੁਝ ਹੈਗਾ। 1 ਮੀਟਰ ਥੱਲੇ ਦੂਜਾ ਮੁੰਡੇ ਨੇ ਆਪਣਾ ਲਵਾ ਲਿਆ ਉੱਥੇ। ਮੁੰਡਾ ਭਾਵੇਂ ਵੱਖਰਾ ਨਹੀਂ ਹੈਗਾ ਮਾਂ ਪਿਓ ਤੋਂ, ਪਰ ਹੁਣ ਵੱਖਰਾ ਦੱਸੂਗਾ। ਉਹ ਰਸੋਈ 'ਚ ਗੈਸ ਸਿਲੰਡਰ 'ਚ ਚਲਾਊਗਾ, ਸਾਰਾ ਕੁਝ ਚਲਾਊਗਾ। ਜਦੋਂ ਵੇਖਣ ਆਉਂਦੇ ਹੋ ਜਿੰਨੀਆਂ ਹਵੇਲੀਆਂ ਲੋਕਾਂ ਦੀਆਂ, ਉੱਥੇ ਵੀ ਉਹਨਾਂ ਨੇ ਆਪਣੇ ਇੱਕ ਕਮਰਾ ਬਣਾ ਦਿੱਤਾ, ਉੱਥੇ ਵੀ ਮੀਟਰ ਲੱਗ ਗਿਆ। ਇਹ ਹੁਣ ਜੇ ਸਰਕਾਰ ਮਾੜਾ ਮੋਟਾ ਦਿੰਦੀ ਆ, ਪਰ ਇਹ ਇੰਝ ਵੀ ਸਾਡੀਆਂ ਝੋਲੀਆਂ ਸਾਰੀਆਂ ਭਰ ਦਿਓ ਫ੍ਰੀ 'ਚ, ਬਸ ਉਹ। ਲਓ ਜੀ, ਇੱਕ ਬਸ ਆਪਾਂ ਟੱਚ ਕਰਕੇ ਨਿਕਲਦੇ ਹਾਂ ਬਲਕਾਰ ਜੀ। ਆਖਰੀ ਮੁੱਦਾ ਕਿ ਵੱਖਰੀ ਹਰਿਆਣਾ ਦੀ ਵਿਧਾਨ ਸਭਾ ਬਣਾਉਣੀ ਹੈ ਤੇ ਜ਼ਮੀਨ ਚਾਹੀਦੀ ਹੈ ਚੰਡੀਗੜ੍ਹ ਦੇ ਵਿੱਚ, ਯਾਨੀ ਕਿ ਪੰਜਾਬ ਦੀ ਜ਼ਮੀਨ ਦੇ ਉੱਤੇ ਹਰਿਆਣਾ ਦੀ ਵਿਧਾਨ ਸਭਾ। ਔਰ ਕਾਫੀ ਮੁੱਦਾ ਭਖਿਆ ਹੈ ਇੱਥੇ। ਪਤਾ ਜਿੰਨੇ ਵਿਰੋਧੀ ਪਾਰਟੀਆਂ ਬਾਕੀ ਸਾਰੇ ਯੂਨਾਈਟ ਹੋ ਗਏ ਕਿ ਗਲਤ ਹੋ ਰਿਹਾ। 1966 ਦਾ ਰੌਲਾ ਸੀਗਾ ਜਦੋਂ ਕਿ ਵੰਡਿਆ ਗਿਆ ਨਾ ਹਰਿਆਣਾ, ਪਰ ਪਹਿਲਾਂ ਤੇ ਚੁੱਪ ਰਹੇ ਆ। ਪਹਿਲਾਂ ਤਾਂ ਇਹਨਾਂ ਨੂੰ ਕੋਈ ਵਿਧਾਨ ਸਭਾ ਦੀ ਜਗ੍ਹਾ ਨਹੀਂ ਚਾਹੀਦੀ, ਤੇ ਹੁਣ ਇਹਨਾਂ ਨੂੰ ਚਾਹੀਦੀ ਹੈ, ਕਿਉਂਕਿ ਸੈਂਟਰ 'ਚ ਇਹਨਾਂ ਨੂੰ ਇਹ ਮਿਲ ਰਿਹਾ ਧੱਕਾ ਕਿ ਤੁਸੀਂ ਕਰੋ, ਇਹ ਤੁਹਾਨੂੰ ਦੇ ਦਾਂਗੇ। ਔਰ ਇਹਦੇ ਵਿੱਚ ਇਹ ਰੌਲਾ ਪੈ ਰਿਹਾ। ਹੁਣ ਬਿਕਰਮਜੀਤ ਮਜੀਠੀਆ ਨੇ ਲਿਖੀ ਹੈ ਬਨਵਾਰੀ ਲਾਲ ਪ੍ਰੋਹਤ ਜੀ ਨੂੰ ਇੱਕ ਲੈਟਰ, ਬਹੁਤ ਲੰਬੀ,
ਕਿ ਤੁਸੀਂ ਇਹ ਨਾ ਕਰੋ ਕਿ ਸਾਡੇ ਤੋਂ ਜਿਹੜਾ ਸਾਡਾ ਹੱਕ ਨਾ ਖੋਵੋ। ਇਹਦੇ 'ਚ ਇਹਨਾਂ ਨੇ ਭਗਵੰਤ ਮਾਨ ਜੀ ਨੂੰ ਹੀ ਇਹਦੇ 'ਚ ਪੈਰ ਲਾਉਣੇ ਚਾਹੀਦੇ ਆ। ਉਹ ਵੀ ਕਹਿਣ ਕਿ ਜੇ ਵਿਧਾਨ ਸਭਾ ਉਹਨਾਂ ਨੇ ਵੱਖਰੀ ਕਰ ਲਈ ਤਾਂ ਉਹਦੇ ਵਿੱਚ ਹੀ ਉੱਥੇ ਬਣਾ ਲਿਆ। ਹਾਈ ਕੋਰਟ ਤਾਂ ਅੱਗੇ ਸਾਂਝੀ ਆਪਣੀ ਹੈ ਕਿ ਨਹੀਂ, ਚੰਡੀਗੜ੍ਹ ਦੀ ਹਰਿਆਣਾ ਉਹ ਵੀ ਕਹਿੰਦੇ ਨੇ ਵੱਖਰੀ ਕਰਨੀ ਹੈ, ਵੱਖਰੀ ਕਰਨੀ ਹੈ। ਪਰ ਇਹਨਾਂ ਨੇ ਇਹ ਕਿਹਾ ਕਿ ਜਿੰਨੇ ਪਿੰਡ ਜਾੜ ਕੇ ਚੰਡੀਗੜ੍ਹ ਬਣਾਇਆ ਪੰਜਾਬ ਦੇ ਪਿੰਡ ਸੀਗੇ, ਪੰਜਾਬ ਪਿੰਡਾਂ ਨੂੰ ਜਾੜ ਕੇ ਬਣਾਇਆ। ਇਹ ਪ੍ਰਤਾਪ ਸਿੰਘ ਕੈਰੋਂ ਔਰ ਜਵਾਹਰ ਲਾਲ ਨਹਿਰੂ ਦੇ ਟਾਈਮ ਤੇ ਬਣਿਆ ਸੀਗਾ। ਹੁਣ ਇਹਨਾਂ ਨੇ ਕੀ ਕੀਤਾ ਕਿ ਹੁਣ ਇਹਨਾਂ ਨੇ ਕਹਿਤਾ ਕਿ ਹੁਣ ਗਲਬਾ ਹਰਿਆਣੇ ਦਾ ਹੋ ਗਿਆ। ਪਹਿਲਾਂ ਤਾਂ ਹਰਿਆਣਾ ਸੁੱਤਾ ਸੀ, ਇਹਨਾਂ ਨੂੰ ਪਤਾ ਨਹੀਂ ਕਿ 1966 ਤੋਂ ਲੈ ਕੇ ਹੁਣ ਤੱਕ ਕੋਈ ਰੌਲਾ ਨਹੀਂ ਰਿਹਾ। ਹੁਣ ਇਹਨਾਂ ਨੇ ਇੱਕ ਜਿਹੜੇ ਸੈਂਟਰ ਦੇ EMPLOYE ਨੇ ਜਿਹੜੇ ਉੱਥੇ ਜਿਹੜੇ ਆਪਣੇ ਸਟੇਟ ਦੇ ਹੈਗੇ ਉਹਨਾਂ ਨੂੰ ਸੈਂਟਰ ਦੇ ਬਣਾਤਾ। ਉਹ ਵੀ ਸੈਂਟਰ ਦੀ ਗੱਲ ਹੋ ਗਈ, ਉਹਨਾਂ ਨੂੰ ਸਾਰਾ DA ਉੱਦਾਂ ਮਿਲਦਾ, ਸੈਲਰੀ ਉੱਦਾਂ ਦੀ ਮਿਲਦੀ ਆ। ਔਰ ਭਾਖੜਾ ਡੈਮ ਦੀ ਜਿਹੜੀ ਕਮੇਟੀ ਹੈ ਪੰਜਾਬ ਬਾਰ, ਹਾਂ, ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਨੂੰ ਸੈਂਟਰ ਦੇ ਅੰਡਰ ਕਰ ਦਿਓ। ਉਹ ਵੀ ਕੇਂਦਰ ਦੇ ਹੱਥ ਦੇ ਦਿੱਤਾ ਉਹਨਾਂ ਨੇ। ਇਹ ਕਈ ਚੀਜ਼ਾਂ ਹੋ ਗਈਆਂ। ਪਰ ਹੁਣ ਅੱਜ ਇਹ ਸਾਰਾ ਮਾਮਲਾ ਜ਼ਿਆਦਾ ਭਖਿਆ। ਹੁਣ ਦੇਖੋ ਇਹ ਮੌਜੂਦਾ ਗਵਰਨਮੈਂਟ ਕੀ ਕਰਦੀ ਆ। ਔਰ ਮੇਰਾ ਖਿਆਲ ਗਵਰਨਰ ਸਾਹਿਬ ਵੀ ਥੋੜ੍ਹਾ ਜਿਹਾ ਉਸ ਤਰੀਕੇ ਨਾਲ ਨਹੀਂ, ਨਿਊਟਰਲ ਤਰੀਕੇ ਨਾਲ ਨਹੀਂ ਚੱਲ ਰਹੇ। ਉਹ ਵੀ ਹਰਿਆਣਾ ਦੇ ਪੱਖ 'ਚ ਹੈ ਸਾਰਾ ਕੁਝ। ਇਹ ਸ਼ਰੇਆਮ ਲੋਕਾਂ ਨੂੰ ਪਤਾ। ਅੱਜ ਚਿੱਠੀ ਉਹਨਾਂ ਨੇ ਪਾਤੀ ਹੈ ਬਿਕਰਮਜੀਤ। ਸਿਆਸਤ 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 ਬਾਤ ਸਿਆਸਤ ਦਾ ਨਾ ਕਈ ਵਾਰ ਟ੍ਰਾਂਸਲੇਸ਼ਨ ਕਰਦੇ ਨੇ ਸਿਆਸਤ, ਕਾਲਾ ਸੱਚ। ਸੱਤ ਦਾ ਮਤਲਬ ਸੱਚ, ਸਿਆਹ ਦਾ ਮਤਲਬ ਕਾਲਾ, ਇੱਕ ਕਾਲਾ ਸੱਚ ਪਰ ਹੈ। ਇਹ ਮਸਲਾ ਕਦੀ ਹੱਲ ਹੋਇਆ ਨਹੀਂ। ਚੰਡੀਗੜ੍ਹ ਦਾ, ਹਰਿਆਣੇ ਦਾ ਤੇ ਪੰਜਾਬ ਦਾ ਇਹ ਰਲਦਾ ਮਿਲਦਾ ਤੇ ਰੌਲੇ ਦਾ ਰਿਹਾ ਬਸ ਇੱਥੇ। ਚਲੋ ਹੁਣ ਆਪਾਂ ਚੱਲੀਏ। ਹਾਂਜੀ ਬਿਲਕੁਲ, ਆਪਾਂ ਤੇ ਆਪਣੀ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਤੇ ਹੁਣ ਦਰਸ਼ਕ ਆਪਣੇ ਵਿਚਾਰ ਸਾਨੂੰ ਇਨਬਾਕਸ ਕਰਨ। ਸਾਰੇ ਮਸਲੇ ਪੂਰੇ ਹੋ ਗਏ ਤੇ ਬਿਲਕੁਲ। ਤੇ ਸਾਡਾ ਚੈਨਲ ਪੰਜਾਬ ਮੇਲ USA TV ਤੁਸੀਂ ਸਬਸਕ੍ਰਾਈਬ ਕਰੋ ਔਰ ਚਾਲੇ ਪਾਈਏ ਜੀ। ਜੀ ਜ਼ਰੂਰ ਜ਼ਰੂਰ ਜ਼ਰੂਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।